कि किन्नियां सोहणियां चीज़ां जिहड़ियां आ वो परमेश्वर जी ने बनाईयां और किस तरीके दे नाल परमेश्वर ने बनाईयां, क्योंकि मनुख बहुत कोशिश करता है इन्हां चीज़ां नूं लभण दी कि परमेश्वर ने रचना किद्दां कीती है। साइंस बहुत कोशिश कर रही है। पिछे जे साइंस ਜਿਹੜੇ ਵਿਗਿਆਨੀ ਆ ਇੱਕ ਕੋਸ਼ਿਸ਼ ਕਰ ਰਹੇ ਸੀ, ਸ਼ਾਇਦ ਨੀਅਰ ਫਰਾਂਸ ਕੁਛ ਇੱਦਾਂ ਦੇ ਯੂਰਪ ਏਰੀਏ ਦੇ ਵਿੱਚ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਸੀ ਧਰਤੀ ਦੇ ਹੇਠਾਂ ਇੱਕ ਬਹੁਤ ਵੱਡੇ ਆਕਾਰ ਦੀ ਜਿਹੜੀ ਆ ਮਸ਼ੀਨ ਜਿਹੜੀ ਆ ਉਹ ਬਣਾਈ ਗਈ ਸੀ। ਔਰ ਉਹ ਜਿਹੜਾ ਬਿਗ ਬੈਂਗ ਬਲੈਕ ਹੋਲ ਉਹਨੂੰ ਜਿਹੜਾ ਸੀ ਐਕਸਪੈਰੀਮੈਂਟ ਕਰਨਾ ਚਾਹੁੰਦੇ ਸੀ ਕਿ ਕਿਸ ਤਰੀਕੇ ਦੇ ਨਾਲ ਇੱਕ ਧਮਾਕਾ ਹੋਇਆ ਔਰ ਕਿਸ ਤਰੀਕੇ ਦੇ ਨਾਲ ਜਿਹੜੀ ਆ ਸਿਰਜਣਾ ਹੋਈ। ਤਾਂ ਪਰ ਜੇ ਵਚਨ ਦੇ ਵਿੱਚ ਲਿਖਿਆ ਆ ਕਿ ਮਨੁੱਖ ਜਿਹੜਾ ਆ ਉਹ ਪਰਮੇਸ਼ਵਰ ਦੀ ਕੁਦਰਤ ਦਾ ਅੰਤ ਨਹੀਂ ਪਾ ਸਕਦਾ, ਤਾਂ ਭਲਾ ਮਨੁੱਖ ਕਿੱਦਾਂ ਲੱਭ ਸਕਦੇ ਕਿ ਸਿਰਜਣਾ ਕਿੱਦਾਂ ਹੋਈ? ਕਿੱਦਾਂ ਮਨੁੱਖ ਉਸ ਸ਼ਬਦ ਦੀ ਤਾਕਤ ਨੂੰ ਮਾਪ ਸਕਦੇ ਆ ਜੇ ਇਸ ਸ਼ਬਦ ਦੇ ਵਿੱਚੋਂ ਇਹ ਨਿਕਲਿਆ ਕਿ ਪ੍ਰਕਾਸ਼ ਹੋ ਜਾਏ ਤੇ ਪ੍ਰਕਾਸ਼ ਹੋ ਗਿਆ, ਜੇ ਇਸ ਸ਼ਬਦ ਚੋਂ ਇਹ ਨਿਕਲਿਆ ਕਿ ਮਨੁੱਖ ਜਿਉਂਦੀ ਜਾਨ ਹੋ ਜਾਏ ਤਾਂ ਜਿਉਂਦੀ ਜਾਨ ਹੋ ਗਈ, ਜੇ ਇਸ ਸ਼ਬਦ ਦੇ ਨਾਲ ਇਸ ਧਰਤੀ ਨੂੰ ਆਕਾਸ਼ ਨੂੰ ਤੇ ਪਾਣੀਆਂ ਦੇ ਵਿੱਚ ਜੀਵ ਜੰਤੂਆਂ ਨੂੰ ਜਿਹੜਾ ਬੋਲ ਦਿੱਤਾ ਗਿਆ ਕਿ ਉਹ ਸਿਰਜ ਜਾਣ ਤੇ ਉਹਨਾਂ ਦੀ ਸਿਰਜਣਾ ਹੋ ਗਈ। ਕਿਸ ਚੀਜ਼ ਦਾ ਜਿਹੜਾ ਆ ਸਾਇੰਸ ਜਿਹੜੀ ਆ ਉਹ ਉਸ ਚੀਜ਼ ਦੀ ਖੋਜ ਕਰੂਗੀ ਕਿ ਕਿੱਦਾਂ ਆਈ। ਦੇਖੋ ਸਾਇੰਸ ਕਹਿੰਦੀ ਆ ਕਿ ਜਿਹੜਾ ਆ ਇਨਸਾਨ ਉਹ ਬਾਂਦਰ ਤੋਂ ਬਣਿਆ, ਪਰ ਹੁਣ ਜਿਹੜੇ ਬਾਂਦਰ ਆ ਸੰਤ ਹਰਭਜਨ ਸਿੰਘ ਜੀ ਕਹਿੰਦੇ ਹੁੰਦੇ ਸੀ ਕਿ ਮੈਂ ਇੰਨੀ ਉਮਰ ਹੋ ਗਈ ਆ ਮੇਰੀ, ਮੈਂ ਅੱਜ ਤੱਕ ਨਹੀਂ ਸੁਣਿਆ, ਨਾ ਕਿਸੇ ਅਖਬਾਰ 'ਚ ਪੜ੍ਹਿਆ, ਨਾ ਮੈਗਜ਼ੀਨ 'ਚ ਦੇਖਿਆ, ਨਾ ਮੈਂ ਆਪਣੀ ਅੱਖੀਂ ਦੇਖਿਆ, ਜੋ ਕਹਿੰਦੇ ਅਸੀਂ ਬੰਦੇ ਬਣੇ ਮੁੜ ਕੇ ਬਾਂਦਰ ਬੰਦੇ ਬਣਨੋਂ ਹੀ ਹਟ ਗਏ। ਤਾਂ ਮਤਲਬ ਕੀ ਸ਼ੋਰ ਆ ਕਿ ਜਿਹੜਾ ਇਨਸਾਨ ਆ ਉਹ ਬਾਂਦਰ ਤੋਂ ਬਣਿਆ, ਪਰ ਇਹ ਜ਼ਰੂਰ ਸ਼ੋਰ ਆ ਕਿ ਇਨਸਾਨ ਬਾਂਦਰ ਜ਼ਰੂਰ ਬਣ ਗਿਆ ਆ। ਬੰਦੇ ਤੋਂ ਬਾਂਦਰ ਤੋਂ ਬੰਦਾ ਨਹੀਂ ਬਣਿਆ, ਬੰਦੇ ਤੋਂ ਬਾਂਦਰ ਜ਼ਰੂਰ ਬਣ ਗਿਆ ਆ। ਔਰ ਤੁਸੀਂ ਉਹਦੇ ਕੰਮਾਂ ਤੋਂ ਜਿਹੜਾ ਆ ਨਾ ਉਹ ਤੁਸੀਂ ਦੇਖ ਸਕਦੇ ਆ, ਤੁਹਾਨੂੰ ਨਜ਼ਰ ਆ ਜਾਊਗਾ ਕਿ ਵਾਕਈ ਕੁਛ ਇਨਸਾਨ ਜਿਹੜੇ ਆ ਨਾ ਉਹ ਬੰਦੇ, ਪਰਮੇਸ਼ਵਰ ਨੇ ਉਹਨਾਂ ਨੂੰ ਬੰਦਾ ਹੀ ਬਣਾਇਆ ਸੀਗਾ, ਪਰ ਉਹ ਆਪਣੇ ਕੰਮਾਂ ਦੇ ਰਾਹੀਂ ਬਾਂਦਰ ਬਣ ਗਏ ਆ ਕਿਉਂਕਿ ਉਹਨਾਂ ਨੂੰ ਬੰਦਿਆਂ ਵਾਲੇ ਕੰਮ ਨਹੀਂ ਪਸੰਦ। ਉਹਨਾਂ ਨੂੰ ਭੁੱਲ ਗਿਆ ਕਿ ਸਾਡਾ ਸੁਭਾਅ ਕੀ ਆ, ਉਹਨਾਂ ਨੂੰ ਭੁੱਲ ਗਿਆ ਕਿ ਅਸੀਂ ਕਿਸ ਮਕਸਦ ਦੇ ਲਈ ਆਏ ਆ। ਸੋ ਮੈਂ ਤਾਂ ਇਹ ਕਹਿੰਦੀ ਆ ਕਿ ਜਿਹੜੇ ਆ ਬਾਂਦਰ ਜਿਹੜੇ ਆ ਪਰਮੇਸ਼ਵਰ ਨੇ ਉਹ ਬਾਂਦਰ ਹੀ ਬਣਾਏ ਸੀ, ਔਰ ਜਿਹੜੇ ਬੰਦੇ ਆ ਉਹ ਪਰਮੇਸ਼ਵਰ ਨੇ ਬੰਦੇ ਹੀ ਬਣਾਏ ਸੀ। ਇਸ ਲਈ ਬਾਂਦਰ ਉਦੋਂ ਦੇ ਬਾਂਦਰ ਹੀ ਆ ਤੇ ਬੰਦੇ ਉਦੋਂ ਦੇ ਬੰਦੇ ਹੀ ਆ। ਸੋ ਇਸ ਤਰੀਕੇ ਦੇ ਨਾਲ ਕਦੀ ਵੀ ਜਿਹੜਾ ਮਨੁੱਖ ਆ ਨਾ ਉਹ ਪਰਮੇਸ਼ਵਰ ਦਾ ਜਿਹੜਾ ਆ ਉਹਦੀ ਕਾਇਨਾਤ ਦਾ ਉਹਦੀ ਕੁਦਰਤ ਦਾ ਜਿਹੜਾ ਆ ਉਹਦਾ ਗਿਆਨ ਜਿਹੜਾ ਆ ਉਹ ਇੰਨਾ ਸੌਖਾ ਨਹੀਂ ਹਾਸਲ ਕਰ ਸਕਦਾ, ਸਗੋਂ ਉਹਦਾ ਅੰਤ ਤੇ ਪਾਇਆ ਹੀ ਨਹੀਂ ਜਾ ਸਕਦਾ। ਔਰ ਜਿਹੜੀ ਉਹ ਮਸ਼ੀਨ ਬਣਾਈ ਗਈ ਸੀ ਜਿਸ ਦਿਨ ਉਹਦਾ ਐਕਸਪੈਰੀਮੈਂਟ ਹੋਣਾ ਸੀਗਾ ਉਸ ਤੋਂ ਪਹਿਲਾਂ ਹੀ ਖਬਰਾਂ ਆ ਰਹੀਆਂ ਸੀਗੀਆਂ ਕਿ ਅਗਰ ਇਹ ਮਸ਼ੀਨ ਚੱਲਦੀ ਆ ਤਾਂ ਹੋ ਸਕਦਾ ਕਿ ਬਹੁਤ ਵੱਡੀ ਜਿਹੜੀ ਜਗ੍ਹਾ ਹੈ ਉਹ ਸਿੰਕ ਹੋ ਜਾਵੇ ਔਰ ਉਹ ਜਿਹੜੀ ਆ ਅੰਦਰ ਬੈਠ ਜਾਵੇ ਧਰਤੀ। ਔਰ ਕਈ ਜਿਹੜੇ ਮੁਲਕ ਆ ਉਹਨਾਂ ਦੇ ਵਿੱਚ ਇੱਕ ਵੱਡਾ ਜਿਹੜਾ ਆ ਐਜ਼ ਲਾਈਕ ਅਰਥਕੁਏਕ ਉਹਦੇ ਵਾਂਗ ਭੂਚਾਲ ਦੇ ਵਾਂਗ ਹੋ ਕੇ ਤੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਆ। ਪਰ ਦੇਖੋ ਉਹ ਸਾਰੀਆਂ ਚੀਜ਼ਾਂ ਸਭ ਕੁਛ ਇੱਕਦਮ ਰੈਡੀ ਹੋ ਕੇ ਜਦੋਂ ਉਹਨਾਂ ਨੇ ਮਸ਼ੀਨ ਚਲਾਈ ਤਾਂ ਮਸ਼ੀਨ ਚੱਲੀ ਨਹੀਂ, ਕਿਉਂਕਿ ਕੋਈ ਮਨੁੱਖ ਕਦੀ ਵੀ ਪਰਮੇਸ਼ਵਰ ਦੇ ਅਗੇਂਸਟ ਇਹ ਚੀਜ਼ ਕਹੇ ਕਿ ਮੈਂ ਦੱਸਾਂਗਾ ਕਿ ਸਿਰਜਣਾ ਕਿੱਦਾਂ ਹੋਈ, ਕਦੀ ਕੋਈ ਮਨੁੱਖ ਜਿਹੜਾ ਹੈ ਨਾ ਉਹ ਪਰਮੇਸ਼ਵਰ ਦੇ ਤੁੱਲ ਅਗਰ ਖੜੇ ਹੋਣ ਦੀ ਕੋਸ਼ਿਸ਼ ਕਰੇਗਾ ਤਾਂ ਉਹ ਚਟਾਨ ਤੋਂ ਨੀਚੇ ਡਿੱਗੇਗਾ। ਇਸ ਲਈ ਕੁਦਰਤ ਦਾ ਅੰਤ ਜਿਹੜਾ ਆ ਉਹ ਕਦੀ ਨਹੀਂ ਪਾਇਆ ਜਾ ਸਕਦਾ। ਸੱਚਮੁੱਚ ਇਹ ਉਹਦਾ ਧੰਨਵਾਦ ਹੈ ਪਰਮੇਸ਼ਵਰ ਦਾ ਕਿ ਕਿੰਨਾ ਸੋਹਣਾ ਉਹਨੇ ਸਾਰਾ ਕੁਝ ਬਣਾਇਆ, ਕਿੰਨਾ ਸੋਹਣਾ ਉਹਨੇ ਆਕਾਸ਼ ਬਣਾਇਆ, ਕਿੰਨੀ ਸੋਹਣੀ ਉਹਨੇ ਧਰਤੀ ਬਣਾਈ। ਔਰ ਦੇਖੋ ਜਦੋਂ ਆਪਾਂ ਸਾਇੰਸ ਪੜ੍ਹਦੇ ਹਾਂ ਤੇ ਉਹਦੇ ਅਕੋਰਡਿੰਗ ਆਪਾਂ ਦੇਖਦੇ ਹਾਂ ਕਿ ਧਰਤੀ ਇੱਕ ਕੋਈ ਬਹੁਤ ਵੱਡਾ ਗ੍ਰਹਿ ਨਹੀਂ ਹੈ, ਸਗੋਂ ਧਰਤੀ ਦੇ ਨਾਲੋਂ ਵੀ ਕਈ ਗੁਣਾ, ਹਜ਼ਾਰਾਂ ਗੁਣਾ ਜਾਂ ਸੈਂਕੜੇ ਗੁਣਾ ਵੱਡੇ ਜਿਹੜੇ ਆ ਉਹ ਚੀਜ਼ਾਂ ਜਿਹੜੀਆਂ ਆ ਆਕਾਸ਼ ਦੇ ਵਿੱਚ ਆ। ਪਰ ਦੇਖੋ ਉਹ ਆਕਾਸ਼ ਦੇ ਵਿੱਚ ਅਗਰ ਧਰਤੀ ਨਾਲੋਂ ਵੀ ਵੱਡੀਆਂ ਚੀਜ਼ਾਂ ਆ ਤੇ ਉਹ ਕਿਹੜੀ ਡੋਰ ਦੇ ਨਾਲ ਵੱਜੀਆਂ ਆ, ਕਿਹੜਾ ਇਹੋ ਜਿਹਾ ਮਜ਼ਬੂਤ ਧਾਗਾ ਪਰਮੇਸ਼ਵਰ ਨੇ ਯੂਜ਼ ਕੀਤਾ ਕਿ ਉਹਨਾਂ ਨੂੰ ਉੱਪਰ ਹੀ ਟੰਗਿਆ ਹੋਇਆ ਆ। ਜਦ ਕਿ ਅਸੀਂ ਇੱਕ ਗੇਂਦ ਸਿੱਟੀਏ ਤਾਂ ਜਿਹੜੀ ਧਰਤੀ ਦੀ ਗ੍ਰੈਵਿਟੀ ਆ ਉਹਨੂੰ ਨੀਚੇ ਨੂੰ ਖਿੱਚ ਲੈਂਦੀ ਆ, ਉਹ ਗੇਂਦ ਧਰਤੀ ਤੇ ਆਣ ਕੇ ਡਿੱਗ ਜਾਂਦੀ ਆ। ਔਰ ਐਡੇ ਵੱਡੇ ਵਿਸ਼ਾਲ ਗੋਲੇ, ਐਡਾ ਵੱਡੇ ਆਕਾਰ ਦੀਆਂ ਚੀਜ਼ਾਂ ਜਿਹੜੀਆਂ ਪਰਮੇਸ਼ਵਰ ਨੇ ਆਕਾਸ਼ ਦੇ ਵਿੱਚ ਥੰਮੀਆਂ ਆ ਕਿ ਉਹ ਕਿਹੜੀ ਚੀਜ਼ ਦੇ ਨਾਲ ਬੰਨੀਆਂ ਆ। ਜੇ ਅਸੀਂ ਇਹ ਕਹਿੰਦੇ ਆ ਕਿ ਉੱਥੇ ਗ੍ਰੈਵਿਟੀ ਨਹੀਂ ਹੈਗੀ, ਤਾਂ ਅਗਰ ਧਰਤੀ ਦੇ ਉੱਤੇ ਗ੍ਰੈਵਿਟੀ ਆ ਉੱਥੇ ਗ੍ਰੈਵਿਟੀ ਨਹੀਂ ਆ ਤੇ ਕਿੰਨੇ ਉੱਥੇ ਗ੍ਰੈਵਿਟੀ ਨਹੀਂ ਬਣਨ ਦਿੱਤੀ, ਕਿਉਂ ਨਹੀਂ ਬਣਨ ਦਿੱਤੀ? ਉਹਦਾ ਰੀਜ਼ਨ ਕੀ ਸੀਗਾ? ਕਿਉਂਕਿ ਇਹ ਸਾਰੀਆਂ ਚੀਜ਼ਾਂ, ਸਾਰਾ ਯੂਨੀਵਰਸ ਜਿਹੜਾ ਆ ਇਹ ਪਰਮੇਸ਼ਵਰ ਦੀ ਸਿਰਜਣਾ ਆ। ਔਰ ਪਰਮੇਸ਼ਵਰ ਨੇ ਆਪਣੇ ਕੰਮਾਂ ਦੇ ਰਾਹੀਂ ਪ੍ਰਗਟ ਕੀਤਾ ਆ ਕਿ ਮੈਂ ਹਾਂ ਜੋ ਮੈਂ ਹਾਂ, ਮੈਂ ਹਾਂ ਉਹ ਪਰਮੇਸ਼ਵਰ ਜਿਹੜਾ ਸਭ ਕੁਝ ਕਰ ਸਕਦਾ ਆ।
ਔਰ ਤੁਹਾਨੂੰ ਪਤਾ ਸੱਚਮੁੱਚ ਉਹ ਇੱਕ ਡੋਰ ਦੇ ਨਾਲ ਵੱਜੀਆਂ ਹੋਈਆਂ ਆ। ਇਹ ਐਨ ਸੱਚ ਆ ਕਿ ਉਹ ਜਿਹੜੇ ਗ੍ਰਹਿ ਆ, ਉਹ ਜਿਹੜੀਆਂ ਚੀਜ਼ਾਂ ਆ, ਉਹ ਇੱਕ ਡੋਰ ਦੇ ਨਾਲ ਜਿਹੜੀਆਂ ਆ ਉਹ ਵੱਜੀਆਂ ਹੋਈਆਂ ਆ। ਔਰ ਉਹ ਡੋਰ ਆ ਪਰਮੇਸ਼ਵਰ ਦੇ ਹੁਕਮ ਦੀ ਡੋਰ। ਪਰਮੇਸ਼ਵਰ ਦਾ ਹੁਕਮ ਲੱਗਿਆ ਆ ਉਹਨਾਂ ਨੂੰ ਕਿ ਉੱਥੇ ਹੀ ਜਿਹੜੀਆਂ ਆ ਉਹ ਟਿਕੀਆਂ ਰਹਿਣ, ਤਾਂ ਉਹ ਉੱਥੇ ਟਿਕੀਆਂ ਆ। ਔਰ ਜਿਸ ਦਿਨ ਪਰਮੇਸ਼ਵਰ ਨੇ ਇਹ ਹੁਕਮ ਦੇ ਦਿੱਤਾ ਨਾ ਕਿ ਜਾਓ ਇਸ ਜਗ੍ਹਾ ਤੋਂ ਹਿੱਲ ਜਾਓ, ਕਿਉਂਕਿ ਵਚਨ ਦੇ ਵਿੱਚ ਲਿਖਿਆ ਆਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ। ਔਰ ਜਿਸ ਦਿਨ ਜਿਸ ਸ਼ਕਤੀ ਨੂੰ ਹਿੱਲਣ ਦਾ ਹੁਕਮ ਦੇ ਦਿੱਤਾ, ਤਾਂ ਤੁਸੀਂ ਸੋਚੋ ਕਿ ਧਰਤੀ ਇੱਕ ਛੋਟਾ ਗ੍ਰਹਿ ਆ, ਤਾਰੇ ਵੀ ਜਿਹੜੇ ਆ ਉਹ ਧਰਤੀ ਨਾਲੋਂ ਵੱਡੇ ਆਕਾਰ ਦੇ ਆ, ਤੇ ਜੇ ਇੱਕ ਤਾਰੇ ਨੂੰ ਵੀ ਹੁਕਮ ਦੇ ਦਿੱਤਾ ਜਾਏ ਕਿ ਚੱਲ ਬਈ ਆਪਣੇ ਥਾਂ ਤੋਂ ਖਿਸਕ ਜਾ, ਤੈਨੂੰ ਜਿਹੜਾ ਆ ਤੇਰੀ ਜਿਹੜੀ ਹੁਕਮ ਦੀ ਡੋਰ ਆ ਉਹ ਮੈਂ ਕੱਟਦਾ ਆ ਤੇ ਤੂੰ ਇੱਥੋਂ ਡਿੱਗ ਜਾ, ਤਾਂ ਸੋਚੋ ਧਰਤੀ ਦਾ ਕੀ ਬਣ ਸਕਦਾ ਹੈ। ਪਰ ਆਕਾਸ਼ ਦੇ ਵਚਨ 'ਚ ਲਿਖਿਆ ਆਕਾਸ਼ ਦੀਆਂ ਸ਼ਕਤੀਆਂ ਜਿਹੜੀਆਂ ਆ ਉਹ ਹਿਲਾਈਆਂ ਜਾਣਗੀਆਂ। ਤਾਂ ਮਤਲਬ ਪਰਮੇਸ਼ਵਰ ਦੇ ਹੁਕਮ ਦੇ ਵਿੱਚ ਇੰਨੀ ਜ਼ਿਆਦਾ ਸਾਮਰਥ ਆ ਕਿ ਉਹ ਵੱਡੀਆਂ ਤੋਂ ਵੱਡੀਆਂ ਚੀਜ਼ਾਂ ਨੂੰ ਜਿਹੜੀ ਆ ਉਹ ਰੋਕ ਲੈਣ ਦੀ ਸਾਮਰਥ ਆ। ਪਰ ਇੱਕ ਮਨੁੱਖ ਜਿਹੜਾ ਇੰਨਾ ਬੁੱਧੂ ਹੋ ਗਿਆ, ਇੰਨਾ ਬੇਵਕੂਫ ਬਣ ਚੁੱਕਿਆ, ਇੰਨਾ ਬੋਲਾ ਤੇ ਇੰਨਾ ਅੰਨਾ ਹੋ ਗਿਆ ਕਿ ਇਹਨੂੰ ਪਰਮੇਸ਼ਵਰ ਦੇ ਹੁਕਮ ਦਾ ਭੈ ਹੀ ਕੋਈ ਨਹੀਂ ਰਿਹਾ। ਇਹ ਸੋਚਦਾ ਕਿ ਨਹੀਂ ਮੈਂ ਆ, ਬਸ ਜੋ ਮੈਂ ਆ। ਇਹ ਆਪਣੇ ਆਪ ਦੇ ਵਿੱਚ ਇੱਕ ਅਫਲਾਤੂਨ ਬਲਾ ਬਣਿਆ ਫਿਰਦਾ ਹੈ। ਪਰ ਇਹਨੂੰ ਸਮਝਣ ਦੀ ਜ਼ਰੂਰਤ ਆ ਕਿ ਅਗਰ ਸੂਰਜ, ਚੰਨ, ਸਿਤਾਰੇ ਤੇ तमाम ਗ੍ਰਹਿ, ਆਕਾਸ਼, ਸਮੁੰਦਰ, ਧਰਤੀ ਸਭ ਕੁਝ ਪਰਮੇਸ਼ਵਰ ਦਾ ਹੁਕਮ ਮੰਨ ਰਹੇ ਆ, ਤਾਂ ਮੈਂ ਕੀ ਚੀਜ਼ ਆ। ਇਹਨੂੰ ਇੰਨੀ ਬੜੀ ਤਿੜ ਚੜੀ ਹੋਈ ਆ, ਇੰਨਾ ਹੀ ਬੜਾ ਹੰਕਾਰ ਕਰਦਾ ਕਿ ਹਾਂਜੀ ਜੀ ਮੈਂ ਸਭ ਬੋਲਦਾ ਆ ਤੇ ਪਰਮੇਸ਼ਵਰ ਨੇ ਸਭ ਚੀਜ਼ਾਂ ਨੂੰ ਮੇਰੇ ਅੰਡਰ ਕੰਟਰੋਲ ਕਰਨ ਦਾ ਜਿਹੜਾ ਆ ਉਹ ਮੈਨੂੰ ਬਲੈਸਿੰਗ ਦਿੱਤੀ ਆ। ਹਾਂਜੀ, ਪਰਮੇਸ਼ਵਰ ਨੇ ਬਲੈਸਿੰਗ ਦਿੱਤੀ ਆ ਕਿ ਜਾ ਤੇ ਸਾਰੀਆਂ ਚੀਜ਼ਾਂ ਦੇ ਉੱਤੇ ਰਾਜ ਕਰ, ਪਰ ਰਾਜ ਕਰਨ ਦੇ ਲਈ ਰਾਜਾ ਬਣਨਾ ਬੜਾ ਜ਼ਰੂਰੀ ਆ। ਬਣ ਕੇ ਭਿਖਾਰੀ ਰਾਜ ਨਹੀਂ ਕੀਤਾ ਜਾਂਦਾ। ਜਦੋਂ ਅਸੀਂ ਪਰਮੇਸ਼ਵਰ ਦੇ ਮੂਹਰੇ ਬੈਠਦੇ ਆ ਤਾਂ ਕਿਸ ਤਰੀਕੇ ਦੇ ਨਾਲ ਬੈਠਦੇ ਆ? ਅਸੀਂ ਮੰਗਤਿਆਂ ਦੀ ਨਿਆਈ ਬੈਠਦੇ। ਕਦੀ ਮੈਂ ਇਹੋ ਜਿਹੇ ਕਿਸੇ ਮਨੁੱਖ ਨੂੰ ਨਹੀਂ ਮਿਲੀ ਜਿਹੜਾ ਕਹੇ ਜੀ ਮੈਂ ਤਾਂ ਇੰਨਾ ਸੈਟੀਸਫਾਈਡ ਹੋ ਗਿਆ ਕਿ ਮੈਨੂੰ ਤਾਂ ਹੁਣ ਦੁਨੀਆ ਦੇ ਉੱਤੇ ਕੋਈ ਤਮਾ ਹੀ ਨਹੀਂ ਰਹੀ। ਹਾਂਜੀ, ਤੁਹਾਡੇ ਘਰ ਦੇ ਵਿੱਚ ਬਾਕੀ ਸਾਰੀਆਂ ਚੀਜ਼ਾਂ ਹੋ ਸਕਦੀਆਂ, ਪਰ ਇੱਕ ਨਾ ਇੱਕ ਤਮਾ ਜਿਹੜੀ ਆ ਨਾ ਉਹ ਬਾਕੀ, ਇੱਕ ਨਾ ਇੱਕ ਚਾਹਤ, ਇੱਕ ਨਾ ਇੱਕ ਜਿਹੜੀ ਆ ਉਹ ਕੁਛ ਨਾ ਕੁਛ ਹੋਰ ਜਿਹੜਾ ਆ ਪ੍ਰਾਪਤ ਕਰਨ ਦੀ ਚੀਜ਼ ਜਿਹੜੀ ਆ ਨਾ ਮਨੁੱਖ ਦੇ ਅੰਦਰ ਆ। ਤਾਂ ਰਾਜਾ ਬਣਨਾ ਪੈਣਾ ਹੈ, ਮਤਲਬ ਵੰਡਣ ਵਾਲਾ ਬਣਨਾ ਪੈਣਾ, ਦੇਣ ਵਾਲਾ ਬਣਨਾ ਪੈਣਾ ਹੈ। ਕਿਉਂਕਿ ਪਰਮੇਸ਼ਵਰ ਨੇ ਸਾਨੂੰ ਸਭਨਾਂ ਚੀਜ਼ਾਂ ਨਾਲੋਂ ਉੱਤਮ ਬਣਾਇਆ, ਤਾਂ ਫਿਰ ਸਾਨੂੰ ਸਭਨਾਂ ਚੀਜ਼ਾਂ ਨਾਲੋਂ ਉੱਤਮ ਬਣਨਾ ਪੈਣਾ ਹੈ। ਸਾਨੂੰ ਬਾਂਦਰਾਂ ਨਾਲੋਂ ਵੀ ਉੱਤਮ ਬਣਨਾ ਪੈਣਾ, ਸਾਨੂੰ ਕੁੱਤਿਆਂ ਨਾਲੋਂ ਵੀ ਉੱਤਮ ਬਣਨਾ ਪੈਣਾ। ਕੁੱਤਿਆਂ ਦੇ ਵਿੱਚ ਵਫਾਦਾਰੀ ਮਨੁੱਖਾਂ ਦੇ ਵਿੱਚੋਂ ਉਹ ਵੀ ਖਤਮ ਹੋ ਗਈ। ਤਾਂ ਮਤਲਬ ਸਾਨੂੰ ਉਹਨਾਂ ਜੀਵ ਜੰਤੂਆਂ ਦੇ ਨਾਲੋਂ ਉੱਪਰ ਉੱਠਣਾ ਪੈਣਾ ਆ, ਸਾਨੂੰ ਵਫਾਦਾਰ ਬਣਨਾ ਪੈਣਾ ਆ। ਵਚਨ ਦੇ ਵਿੱਚ ਲਿਖਿਆ ਹੈ ਕਿ ਜਿਹੜਾ ਬੌਲ ਆ ਉਹ ਵੀ ਪਛਾਣਦਾ ਹੈ, ਤੇ ਜਿਹੜਾ ਖੋਤਾ ਆ ਉਹ ਵੀ ਆਪਣੇ ਮਾਲਕ ਨੂੰ ਸਿਆਣਦਾ ਹੈ। ਬੌਲ ਵੀ ਆਪਣੀ ਖੁਰਲੀ ਦੀ ਸਿਆਣ ਕਰਦਾ, ਪਰ ਜਿਹੜਾ ਮੇਰੇ ਹੱਥ ਦਾ ਬਣਾਇਆ ਮਨੁੱਖ ਆ ਇਹ ਨਹੀਂ ਸਿਆਣਦਾ। ਤਾਂ ਇਹਦਾ ਮਤਲਬ ਕਿ ਇਸ ਵੇਲੇ ਜਿਹੜਾ ਮਨੁੱਖ ਦਾ ਹਾਲ ਆ ਉਹ ਪਸ਼ੂਆਂ ਦੇ ਨਾਲੋਂ ਵੀ ਮਾੜਾ ਹੋਇਆ ਹੈ। ਤਾਂ ਜ਼ਰੂਰਤ ਆ ਕਿ ਅਗਰ ਅਸੀਂ ਸਾਰੀਆਂ ਚੀਜ਼ਾਂ ਨੂੰ ਅੰਡਰ ਕੰਟਰੋਲ ਕਰਨਾ ਚਾਹੁੰਦੇ ਆ, ਤਾਂ ਪਹਿਲਾਂ ਸਾਨੂੰ ਜਿਹੜਾ ਅਸੀਂ ਆਊਟ ਆਫ ਕੰਟਰੋਲ ਹੋਏ ਫਿਰਦੇ ਆ, ਅਸੀਂ ਪਰਮੇਸ਼ਵਰ ਦੇ ਹੁਕਮ ਤੋਂ ਬਾਹਰ ਹੋਏ ਫਿਰਦੇ, ਸਾਨੂੰ ਪਰਮੇਸ਼ਵਰ ਜੀ ਦੇ ਹੁਕਮ ਦੇ ਅੰਦਰ ਆਉਣਾ ਪੈਣਾ। ਸਾਨੂੰ ਪਰਮੇਸ਼ਵਰ ਦੇ ਹੁਕਮ ਦੀ ਡੋਰ ਦੇ ਵਿੱਚ ਵੱਜਣਾ ਪੈਣਾ, ਕਹਿਣਾ ਪੈਣਾ ਕਿ ਪ੍ਰਭੂ ਸਾਨੂੰ ਆਪਣੇ ਹੁਕਮ ਦੀ ਡੋਰ ਦੇ ਨਾਲ ਬੰਨ੍ਹ ਲਵੋ। ਤਾਂ ਫੇਰ ਕੀ ਹੋਏਗਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਠਹਿਰਾਵ ਆਏਗਾ, ਇੱਕ ਕਿਰਪਾ ਆਏਗੀ, ਇੱਕ ਸੀਜ਼ਨ ਆਏਗਾ ਜਿਹੜਾ ਤੁਸੀਂ ਬਦਲਿਆ ਹੋਇਆ ਸੀਜ਼ਨ ਦੇਖੋਗੇ, ਜਿਹਦੇ ਵਿੱਚ ਸ਼ਾਂਤੀ ਹੋਏਗੀ, ਜਿਹਦੇ ਵਿੱਚ ਆਨੰਦ ਹੋਏਗਾ, ਜਿਹਦੇ ਵਿੱਚ ਸੰਤੁਸ਼ਟੀ ਹੋਏਗੀ। ਤਾਂ ਉਸ ਸੀਜ਼ਨ ਨੂੰ ਸੱਚਮੁੱਚ ਤੁਸੀਂ ਜਿਹੜਾ ਆ ਨਾ ਉਹਦਾ ਲੁਤਫ ਉਠਾ ਸਕੋਗੇ। ਇਸ ਲਈ ਕਦੀ ਵੀ ਪਰਮੇਸ਼ਵਰ ਦਾ ਅੰਤ ਨਹੀਂ ਪਾਇਆ ਜਾ ਸਕਦਾ। ਪਰਮੇਸ਼ਵਰ ਨੂੰ ਜਿੱਦਾਂ ਇੱਕ ਥਾਂ ਤੇ ਬਾਈਬਲ ਦੇ ਵਿੱਚ ਲਿਖਿਆ ਆ, ਰਾਜਾ ਸੁਲੇਮਾਨ ਲਿਖਦਾ ਹੈ, ਕਹਿੰਦਾ ਜਿਹੜਾ ਬਹੁਤਾ ਗਿਆਨ ਆ ਨਾ ਉਹ ਵੀ ਮਨੁੱਖ ਨੂੰ ਜਿਹੜਾ ਆ ਉਹ ਖੇਚਲ ਪਾਉਂਦਾ ਆ, ਔਰ ਉਹ ਵੀ ਮਨੁੱਖ ਦੇ ਲਈ ਬਹੁਤਾ ਲਾਭਦਾਇਕ ਜਿਹੜਾ ਆ ਉਹ ਨਹੀਂ ਆ। ਇਸ ਲਈ ਕਈ ਵਾਰੀ ਮਨੁੱਖ ਬਹੁਤ ਗਿਆਨ ਨੂੰ ਜਿਹੜਾ ਨਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ। ਅੱਛਾ ਬੰਦਾ ਬਣਿਆ, ਬੰਦਾ ਕਿੱਦਾਂ ਬਣਿਆ, ਪਹਿਲਾਂ ਬੰਦਾ ਬਣਿਆ ਕਿ ਪਹਿਲਾਂ ਕਿੱਦਾਂ ਹੋਇਆ, ਪਹਿਲਾ ਬੰਦਾ ਕਿੱਥੋਂ ਆਇਆ। ਸੋ ਮਤਲਬ ਉਹ ਉਹਨਾਂ ਚੀਜ਼ਾਂ ਦੇ ਵਿੱਚ, ਜੇ ਬਾਣੀ ਦੇ ਵਿੱਚ ਇਹ ਲਿਖਤਾ ਨਾ ਕਿ ਪਰਮੇਸ਼ਵਰ ਨੇ ਬੰਦਾ ਹੱਥ ਨਾਲ ਬਣਾਇਆ, ਤਾਂ ਮਤਲਬ ਬੰਦਾ ਪਰਮੇਸ਼ਵਰ ਨੇ ਹੱਥ ਨਾਲ ਹੀ ਬਣਾਇਆ ਹੈ। ਜੇ ਬਾਣੀ ਦੇ ਵਿੱਚ ਲਿਖਿਆ ਕਿ ਬਾਕੀ ਚੀਜ਼ਾਂ ਦੀ ਸਿਰਜਣਾ ਪਰਮੇਸ਼ਵਰ ਨੇ ਸ਼ਬਦ ਦੇ ਨਾਲ ਕੀਤੀ ਆ, ਤਾਂ ਪਰਮੇਸ਼ਵਰ ਨੇ ਸ਼ਬਦ ਦੇ ਨਾਲ ਹੀ ਕੀਤੀ ਆ। ਕਿਉਂਕਿ ਬਾਣੀ ਦੇ ਵਿੱਚ ਦੇਖੋ ਲਿਖਿਆ ਆ, ਮਰਕਸ 10 ਅਧਿਆਏ
ਉਹਦੀ 27 ਨੰਬਰ ਆਇਤ ਦੇ ਵਿੱਚ ਇਦਾਂ ਲਿਖਿਆ, ਯਿਸੂ ਨੇ ਕਿਹਾ ਮਨੁੱਖਾਂ ਕੋਲੋਂ ਇਹ ਅਣ ਹੋਣਾ ਹੈ ਪਰ ਪਰਮੇਸ਼ਵਰ ਕੋਲੋਂ ਨਹੀਂ, ਕਿਉਂਕਿ ਪਰਮੇਸ਼ਵਰ ਕੋਲੋਂ ਸਭ ਹੋ ਸਕਦਾ ਹੈ। ਕੋਈ ਵੀ ਚੀਜ਼ ਜਿਹੜੀ ਸਾਨੂੰ ਲੱਗਦੀ ਆ ਕਿ ਹਾਂਜੀ ਜੇ ਅਸੀਂ ਨਹੀਂ ਕਰ ਸਕਦੇ ਪ੍ਰਭੂ ਕਿੱਦਾਂ ਕਰ ਸਕਦੇ ਆ, ਮੇਰੀ ਲਾਈਫ ਦੇ ਵਿੱਚ ਮੈਂ ਤੇ ਕਦੀ ਹੱਸ ਕੇ ਦੇਖਿਆ ਹੀ ਨਹੀਂ ਤਾਂ ਪ੍ਰਭੂ ਮੇਰੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਕਿੱਥੋਂ ਲਿਆ ਦੂਗੇ, ਮੈਂ ਤਾਂ ਇੱਕ ਬੇਔਲਾਦ ਆ, ਮੈਨੂੰ ਬੁਢਾਪੇ ਵਿੱਚ ਕੌਣ ਸੰਭੂਗਾ, ਮੇਰੇ ਕੋਲ ਆ ਹੈ ਨਹੀਂ, ਮੇਰਾ ਕਿੱਦਾਂ ਹੋਊਗਾ। ਸਾਨੂੰ ਇਦਾਂ ਲੱਗਦਾ ਜਿੱਦਾਂ ਜੇ ਮੇਰੇ ਕੋਲੋਂ ਨਹੀਂ ਕੁਛ ਹੋ ਸਕਿਆ ਤਾਂ ਪ੍ਰਭੂ ਕੋਲੋਂ ਵੀ ਨਹੀਂ ਹੋ ਸਕਦਾ। ਪਰ ਬਾਣੀ ਸਾਨੂੰ ਕੀ ਦੱਸਦੀ ਹੈ, ਪ੍ਰਭੂ ਸਭ ਕੁਛ ਕਰ ਸਕਦੇ। ਯਿਸੂ ਮਸੀਹ ਜੀ ਨੇ ਇਹ ਗੱਲ ਕਹੀ, ਕਹਿੰਦਾ ਯਿਸੂ ਨੇ ਕਿਹਾ ਮਨੁੱਖਾਂ ਕੋਲੋਂ ਇਹ ਅਣ ਹੋਣਾ ਹੈ। ਕੁਝ ਚੀਜ਼ਾਂ ਇੰਪੋਸੀਬਲ ਆ ਮਨੁੱਖਾਂ ਦੇ ਕੋਲੋਂ, ਪਰ ਪਰਮੇਸ਼ਵਰ ਕੋਲੋਂ ਨਹੀਂ, ਕਿਉਂਕਿ ਪਰਮੇਸ਼ਵਰ ਕੋਲੋਂ ਸਭ ਹੋ ਸਕਦਾ ਹੈ। ਪ੍ਰਭੂ ਜੀ ਕੋਲੋਂ ਸਭ ਕੁਝ ਹੋ ਸਕਦਾ। ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਦੁੱਖ ਆ ਨਾ ਤਾਂ ਪਰਮੇਸ਼ਵਰ ਜੀ ਉਸ ਦੁੱਖਾਂ ਨੂੰ ਵੀ ਥੰਮਣ ਦੀ ਤਾਕਤ ਰੱਖਦੇ ਆ। ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਆ, ਪਰਮੇਸ਼ਵਰ ਤੁਹਾਨੂੰ ਨਾ ਪਰੇਸ਼ਾਨੀਆਂ ਚੋਂ ਕੱਢਣ ਦੀ ਤਾਕਤ ਰੱਖਦੇ ਆ। ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਪਾਪ ਆ ਤਾਂ ਤੁਸੀਂ ਉਹਨਾਂ ਚੋਂ ਛੁੱਟਣਾ ਚਾਹੁੰਦੇ ਆ। ਜਦੋਂ ਤੁਸੀਂ ਕਹੋਗੇ ਨਾ ਪਰਮੇਸ਼ਵਰ ਜੀ ਨੂੰ ਕਿ ਪ੍ਰਭੂ ਜੀ ਮੈਂ ਚੋਂ ਬਾਹਰ ਆਉਣਾ ਚਾਹੁੰਦਾ, ਤਾਂ ਪ੍ਰਭੂ ਜੀ ਤੁਹਾਨੂੰ ਉਹਨਾਂ ਪਾਪਾਂ ਤੇ ਗੁਨਾਹਾਂ ਦੇ ਵਿੱਚੋਂ ਵੀ ਬਾਹਰ ਕੱਢਣ ਦੀ ਤਾਕਤ ਰੱਖਦੇ ਆ। ਸੱਚ ਇਹੀ ਆ ਕਿ ਉਹ ਤੁਹਾਨੂੰ ਕੱਢਣਾ ਚਾਹੁੰਦੇ ਆ, ਪਰ ਸਾਨੂੰ ਜ਼ਰੂਰਤ ਆ ਸਮਝਣ ਦੀ। ਇੱਕ ਇੱਕ ਚੀਜ਼ ਸਾਨੂੰ ਪਰਮੇਸ਼ਵਰ ਦੀ ਸਾਮਰਥ ਦੇ ਬਾਰੇ ਦੇ ਵਿੱਚ ਬਿਆਨ ਕਰਦੀ ਆ। ਇੱਕ ਇੱਕ ਚੀਜ਼ ਜਿਹੜੀ ਕੁਦਰਤੀ ਚੀਜ਼ ਆ ਨਾ, ਉਹ ਸਾਨੂੰ ਸਾਰੀਆਂ ਚੀਜ਼ਾਂ ਨੂੰ ਡਿਕਲੇਅਰ ਕਰਦੀ ਕਿ ਪਰਮੇਸ਼ਵਰ ਸਭ ਕੁਝ ਕਰਨ ਦੇ ਯੋਗ ਆ। ਪਰਮੇਸ਼ਵਰ ਦੇ ਤੁੱਲ ਕੋਈ ਨਹੀਂ ਆ, ਸਿਰਫ ਪਰਮੇਸ਼ਵਰ ਹੀ ਮਹਿਮਾ ਦੇ ਯੋਗ ਆ। ਕਿਉਂਕਿ ਅਗਰ ਪਰਮੇਸ਼ਵਰ ਜੀ ਆਕਾਸ਼ ਦੇ ਵਿੱਚ ਇੰਨੇ ਵੱਡੇ ਵੱਡੇ ਤਾਰਿਆਂ ਨੂੰ, ਇੰਨੇ ਵੱਡੇ ਵੱਡੇ ਗ੍ਰਹਿਆਂ ਨੂੰ, ਇੰਨੇ ਵੱਡੇ ਯੂਨੀਵਰਸ ਨੂੰ, ਉਹਦੇ ਅੰਦਰਲੀਆਂ ਸਾਰੀਆਂ ਸ਼ਕਤੀਆਂ ਨੂੰ, ਉਹਨਾਂ ਨੂੰ ਪਰਮੇਸ਼ਵਰ ਜੀ ਥੰਮ ਸਕਦੇ ਆ, ਤੇ ਸਾਡੀ ਜ਼ਿੰਦਗੀ ਦੇ ਵਿੱਚ ਆਏ ਹੋਈਆਂ ਛੋਟੀਆਂ ਮੋਟੀਆਂ ਮੁਸ਼ਕਿਲਾਂ ਨੂੰ ਕਿਉਂ ਨਹੀਂ ਥੰਮ ਸਕਦੇ? ਉਹ ਸਾਰੀਆਂ ਚੀਜ਼ਾਂ ਨੂੰ ਥੰਮਣ ਦੀ ਤਾਕਤ ਰੱਖਦੇ ਆ। ਉਹ ਪਰਮੇਸ਼ਵਰ ਜਿਹੜਾ ਧਰਤੀ ਦੀਆਂ ਨੀਹਾਂ ਨੂੰ ਹਿਲਾਉਣ ਦੀ ਤਾਕਤ ਰੱਖਦਾ, ਫਿਰ ਸਕਿੰਟਾਂ ਦੇ ਵਿੱਚ ਉਹਨਾਂ ਨੂੰ ਸਥਿਰ ਕਰਨ ਦੀ ਤਾਕਤ ਰੱਖਦਾ, ਉਹ ਪਰਮੇਸ਼ਵਰ ਸਾਡੀ ਜ਼ਿੰਦਗੀ ਦੇ ਵਿੱਚ ਆਏ ਹੋਏ ਭੁਚਾਲ ਨੂੰ ਵੀ ਜੇ ਉਹਨੇ ਭੇਜਿਆ ਆ ਤੇ ਉਹਨੂੰ ਸ਼ਾਂਤ ਕਰਨ ਦੀ ਤਾਕਤ ਵੀ ਰੱਖਦਾ ਆ। ਕਿਉਂਕਿ ਤੁਸੀਂ ਦੇਖੋ ਜਦੋਂ ਭੁਚਾਲ ਆਉਂਦਾ ਆ ਪੂਰੇ ਮਕਾਨ ਸ਼ੇਕ ਕਰ ਜਾਂਦੇ ਆ, ਠੀਕ ਆ। ਚੀਜ਼ਾਂ ਜਿਹੜੀਆਂ ਆ, ਜੇ ਫੈਨਸ ਲੱਗੇ ਤੇ ਫੈਨ ਤੋਂ ਪਤਾ ਲੱਗ ਜਾਂਦਾ, ਉਹ ਸ਼ੇਕ ਕਰਨ ਲੱਗ ਜਾਂਦਾ, ਹਿੱਲਣ ਲੱਗ ਜਾਂਦਾ ਆ। ਤਾਂ ਅਗਰ ਪਰਮੇਸ਼ਵਰ ਉਹਨਾਂ ਚੀਜ਼ਾਂ ਨੂੰ ਸ਼ੇਕ ਕਰ ਦਿੰਦੇ ਆ ਵਾਪਸ, ਉਹ ਸਕਿੰਟਾਂ ਦਾ ਕੰਮ ਹੁੰਦਾ। ਕਦੀ ਏਦਾਂ ਨਹੀਂ ਹੈਗਾ ਕਿ 5 ਮਿੰਟ ਤੱਕ ਲਗਾਤਾਰ ਭੁਚਾਲ ਆਇਆ, 10 ਮਿੰਟ ਤੱਕ ਭੁਚਾਲ ਆਇਆ, ਨਹੀਂ, ਉਹ ਸੈਕਿੰਡਸ ਦਾ ਕੰਮ ਹੁੰਦਾ ਆ, ਸੈਕਿੰਡਸ ਦਾ ਕੰਮ ਹੁੰਦਾ। ਔਰ ਪਰਮੇਸ਼ਵਰ ਸਕਿੰਟਾਂ ਵਿੱਚ ਹੀ ਫਿਰ ਉਸ ਚੀਜ਼ ਨੂੰ ਜਿਹੜਾ ਆ ਸਥਿਰ ਕਰ ਦਿੰਦੇ ਆ। ਜੋ ਉਹਨਾਂ ਨੂੰ ਲੱਗਦਾ ਕਿ ਇਸ ਚੀਜ਼ ਦਾ ਮੈਂ ਨਾਸ਼ ਕਰਨਾ, ਉਹਨੂੰ ਉਹ ਨਾਸ਼ ਕਰ ਦਿੰਦੇ। ਜਿਸ ਚੀਜ਼ ਨੂੰ ਉਹ ਬਚਾਉਣਾ ਚਾਹੁੰਦੇ ਤਾਂ ਉਸ ਚੀਜ਼ ਨੂੰ ਉਹ ਬਚਾ ਲੈਂਦੇ ਆ। ਕਈ ਵਾਰੀ ਭੁਚਾਲਾਂ ਦੇ ਵਿੱਚ ਡੂੰਘੀਆਂ ਡੂੰਘੀਆਂ ਨੀਹਾਂ ਵਾਲੀਆਂ ਬਿਲਡਿੰਗਸ ਡਿੱਗ ਜਾਂਦੀਆਂ ਆ, ਪਰ ਝੁੱਗੀਆਂ ਝੌਂਪੜੀਆਂ ਨਹੀਂ ਡਿੱਗਦੀਆਂ। ਸੋ ਇਹ ਸਭ ਪਰਮੇਸ਼ਵਰ ਦੇ ਹੱਥ ਵਿੱਚ ਆ, ਸਭ ਕੁਛ ਪਰਮੇਸ਼ਵਰ ਜੀ ਦੇ ਹੱਥ ਦੇ ਵਿੱਚ ਆ। ਉਹਦੇ ਜਿੰਨਾ ਸਾਮਰਥੀ ਕੋਈ ਹੈ ਹੀ ਨਹੀਂ, ਉਹਦੇ ਜਿੰਨਾ ਸ਼ਕਤੀਸ਼ਾਲੀ ਕੋਈ ਹੈ ਹੀ ਨਹੀਂ। ਇਸ ਲਈ ਆਪਣਾ ਈਮਾਨ ਉਹਦੇ ਉੱਤੇ ਲਿਆਓ, ਇਸ ਲਈ ਆਪਣੀ ਜਿਹੜੀ ਵਫਾਦਾਰੀ ਆ ਉਹਦੇ ਪ੍ਰਤੀ ਕਰੋ, ਇਸ ਲਈ ਆਪਣੇ ਦਿਲ ਦੇ ਸਾਰੇ ਬੋਝ ਉਹਦੇ ਰੱਖੋ ਔਰ ਯਕੀਨ ਕਰੋ। ਜਦ ਤੱਕ ਤੁਸੀਂ ਯਕੀਨ ਨਹੀਂ ਕਰੋਗੇ ਕੁਛ ਨਹੀਂ ਹੋਣਾ। ਤੇ ਜਿੱਦਾਂ ਆਪਾਂ ਬਾਈਬਲ ਦੇ ਵਿੱਚੋਂ ਦੇਖਿਆ ਕਿ ਪਰਮੇਸ਼ਵਰ ਜੀ ਦੇ ਲਈ ਸਭ ਕੁਝ ਹੋ ਸਕਦਾ। ਅਗਰ ਪਰਮੇਸ਼ਵਰ ਜੀ ਨੇ ਇੰਨੇ ਵੱਡੀਆਂ ਚੀਜ਼ਾਂ ਨੂੰ ਕੰਟਰੋਲ ਦੇ ਵਿੱਚ ਕੀਤਾ ਆ, ਉਹਨੇ ਕਿਹਾ ਕਿ ਇਹ ਹਜੇ ਨਹੀਂ ਡਿੱਗਣਗੀਆਂ ਤੇ ਉਹ ਨਹੀਂ ਡਿੱਗੀਆਂ, ਹੈ ਨਾ। ਤਾਂ ਜਦੋਂ ਜਿਹੜਾ ਇਹ ਵਾਇਰਸ ਆ ਚੱਲ ਰਿਹਾ ਆ ਇਸ ਦੁਨੀਆ ਦੇ ਉੱਤੇ, ਇਹਦਾ ਮਤਲਬ ਇਹਨੂੰ ਛੁੱਟੀ ਦਿੱਤੀ ਗਈ ਆ ਵੀ ਜਾ ਕੇ ਕੰਮ ਕਰ। ਜਦੋਂ ਆਪਾਂ ਦੇਖਦੇ ਆ ਇਜ਼ਰਾਈਲੀ ਮਿਸਰ ਦੀ ਗੁਲਾਮੀ ਦੇ ਵਿੱਚ ਸੀ, ਔਰ ਕਿੰਗ ਫੈਰੋ ਜਿਹੜਾ ਸੀਗਾ ਉਹ ਮੰਨਦਾ ਨਹੀਂ ਸੀਗਾ। ਰਾਜਾ ਫਰੋਨ ਜਿਹੜਾ ਸੀ ਉਹਨਾਂ ਨੂੰ ਛੱਡਣ ਦੇ ਲਈ ਜਿਹੜਾ ਆ ਉਹ ਮੰਨਦਾ ਨਹੀਂ ਸੀਗਾ ਕਿ ਇਜ਼ਰਾਈਲੀ ਚਲੇ ਜਾਣ। ਤਾਂ ਪਰਮੇਸ਼ਵਰ ਮੂਸਾ ਦੇ ਨਾਲ ਗੱਲ ਕਰਦੇ ਸੀ ਔਰ ਉਹਨੂੰ ਜਾ ਕੇ ਕਹਿੰਦੇ ਸੀ ਜਾ ਕੇ ਰਾਜੇ ਨੂੰ ਦੱਸ। ਤਾਂ ਫਿਰ ਉਹ ਜਾ ਕੇ ਦੱਸਦਾ ਸੀ ਕਿ ਆਹ ਵਾਲੀ ਬਵਾ ਆਉਣ ਵਾਲੀ ਆ ਜਾਂ ਏਦਾਂ ਹੋਣ ਵਾਲੀ ਆ, ਪਰ ਉਹ ਫਿਰ ਵੀ ਮੰਨਦਾ ਨਹੀਂ ਸੀ। ਫਿਰ ਉਹ ਸਾਰੀਆਂ ਚੀਜ਼ਾਂ ਹੁੰਦੀਆਂ ਸੀ। ਤਾਂ ਮਤਲਬ ਰਾਤ ਨੂੰ ਹੀ ਡੱਡੂ ਨਿਕਲੇ, ਤਾਂ ਫਿਰ ਨੈਕਸਟ ਡੇ ਨੂੰ ਪਰਮੇਸ਼ਵਰ ਨੇ ਉਹਨਾਂ ਨੂੰ ਹੁਕਮ ਦਿੱਤਾ ਤੇ ਉਹ ਖਤਮ ਹੋ ਗਏ। ਫਿਰ ਟਿੱਡੀਆਂ ਆਈਆਂ, ਫਿਰ ਪਾਣੀ ਜਿਹੜਾ ਆ ਉਹ ਖੂਨ ਬਣ ਗਿਆ। ਤਾਂ ਕਈ ਤਰ੍ਹਾਂ ਦੀਆਂ ਬਵਾ ਜਿਹੜੀਆਂ ਆ ਉਸ ਵੇਲੇ ਭਿਆਨਕ ਚੀਜ਼ਾਂ ਪਰਮੇਸ਼ਵਰ ਨੇ ਕੀਤੀਆਂ ਔਰ ਦਿਨਾਂ ਦੇ ਵਿੱਚ ਹੀ ਉਹਨਾਂ ਨੂੰ ਜਿਹੜਾ ਆ ਉਹ ਕੰਟਰੋਲ ਦੇ ਵਿੱਚ ਕਰ ਲਿਆ ਕਿ ਇੰਨੇ ਦਿਨ ਆਹ ਚੀਜ਼ ਰਹੂਗੀ, ਇੰਨਾ ਸਮਾਂ ਆਹ ਚੀਜ਼ ਰਹੂਗੀ, ਤੇ ਉੱਦਾਂ ਹੋਇਆ। ਤੇ ਕੀ ਅੱਜ ਵੀ ਜੇ ਅਸੀਂ ਮੰਨ ਲਈਏ, ਪਤਾ ਨਹੀਂ ਇਹ ਬਵਾ ਕਿਹਨੂੰ ਜਿਹੜੀਆਂ ਆ ਪਰਮੇਸ਼ਵਰ ਦੀਆਂ ਸ਼ਰਤਾਂ ਮਨਾਉਣ ਦੇ ਲਈ ਆਈ ਆ, ਕੀ ਪਰਮੇਸ਼ਵਰ ਸਾਡੇ ਕੋਲੋਂ ਮਨਾਉਣਾ ਚਾਹੁੰਦੇ ਆ। ਤੇ ਜੇ ਤੁਸੀਂ ਇਸ ਚੀਜ਼ ਤੋਂ
ਛੇਤੀ ਆਜ਼ਾਦੀ ਪ੍ਰਾਪਤ ਕਰਨਾ ਚਾਹੁੰਦੇ ਆ ਤਾਂ ਫਿਰ ਸਾਨੂੰ ਜ਼ਰੂਰੀ ਆ ਕਿ ਅਸੀਂ ਪਰਮੇਸ਼ਵਰ ਜੀ ਦੇ ਅੱਗੇ ਇਹ ਗੱਲ ਕਹੀਏ ਕਿ ਪ੍ਰਭੂ ਜੀ ਜੋ ਤੁਸੀਂ ਸਾਨੂੰ ਮਨਾਉਣਾ ਚਾਹੁੰਦੇ ਉਹ ਅਸੀਂ ਮੰਨਣ ਦੇ ਲਈ ਤਿਆਰ ਆ। ਸਭ ਤੋਂ ਵੱਧ ਅਸੀਂ ਇਹੀ ਮੰਨਣ ਦੇ ਲਈ ਤਿਆਰ ਆ ਕਿ ਸਿਰਫ ਤੁਸੀਂ ਪਰਮੇਸ਼ਵਰ ਆ ਔਰ ਤੁਹਾਡੇ ਤੋਂ ਕੋਈ ਨਹੀਂ ਆ ਔਰ ਸੱਚਮੁੱਚ ਮਨੁੱਖ ਇੱਕ ਗੁਨਾਹਗਾਰ ਜਿਹੜਾ ਆ ਗੁਨਾਹਗਾਰ ਆ ਔਰ ਪ੍ਰਭੂ ਤੁਸੀਂ ਬਖਸ਼ਣ ਦੇ ਯੋਗ ਆ ਤਾਂ ਤੁਸੀਂ ਸਾਨੂੰ ਬਖਸ਼ ਦਿਓ। ਤਾਂ ਜਦੋਂ ਹਰ ਇੱਕ ਮਨੁੱਖ ਜਿਹੜਾ ਹੈ ਨਾ ਉਹ ਸੱਚ ਨੂੰ ਜਾਣ ਲਊਗਾ ਤੇ ਵਚਨ ਦੇ ਵਿੱਚ ਲਿਖਿਆ ਸੱਚ ਨੂੰ ਜਾਣੋ, ਸੱਚਾਈ ਨੂੰ ਜਾਣੋ ਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਕੀ ਆ ਸਾਨੂੰ ਸੱਚਾਈ ਨੂੰ ਜਾਣਨ ਦੀ ਜ਼ਰੂਰਤ ਆ। ਇੱਥੇ ਇੱਕ ਕਮੈਂਟ ਆ ਰਿਹਾ, ਸਿਸਟਰ ਜੀ ਪਲੀਜ਼ ਪ੍ਰੇ ਫॉर ਕੈਨੇਡਾ, ਕੇਸਿਸ ਆਰ ਇਨਕਰੀਜ਼ਿੰਗ ਡੇ ਬਾਈ ਡੇ। ਵਾਓ, so definitely we will pray for Canada, even for whole world, cause ਪ੍ਰਭੂ ਨੇ ਸਾਡੀ ਇਹੀ ਡਿਊਟੀ ਲਾਈ ਆ ਕਿ ਅਸੀਂ ਸਭ ਦੇ ਲਈ ਜਿਹੜਾ ਹੈ ਉਹ ਪ੍ਰਾਰਥਨਾ ਕਰੀਏ ਐਂਡ ਅਸੀਂ ਐਵਰੀਡੇ ਪ੍ਰਾਰਥਨਾ ਸਿਸਟਰ ਕਰ ਵੀ ਰਹੇ ਹਾਂ। ਪਰ ਉਹੀ ਅਸੀਂ ਗੱਲ ਕਰ ਰਹੇ ਕਿ ਅਗਰ ਮਨੁੱਖ ਸੱਚਾਈ ਨੂੰ ਜਾਣੇ ਤਾਂ ਸੱਚਾਈ ਮਨੁੱਖ ਨੂੰ ਜਿਹੜੀ ਆ ਉਹ ਆਜ਼ਾਦ ਕਰਦੀ ਆ। ਔਰ ਸੱਚਾਈ ਇਹੋ ਹੀ ਆ ਕਿ ਪਰਮੇਸ਼ਵਰ ਜੀ ਇਸ ਵੇਲੇ ਮਨੁੱਖਾਂ ਦੇ ਉੱਤੇ ਆਪਣਾ ਜਲਾਲ ਪ੍ਰਗਟ ਕਰ ਰਹੇ ਆ ਇਹਨਾਂ ਭਿਆਨਕ ਕੰਮਾਂ ਦੇ ਰਾਹੀਂ, ਕਿਉਂਕਿ ਓਲਡ ਟੈਸਟਾਮੈਂਟ ਦੇ ਵਿੱਚ ਲਿਖਿਆ ਕਹਿੰਦਾ ਉਹ ਭਿਆਨਕ ਤੇ ਵੱਡੇ ਵੱਡੇ ਕੰਮ ਕਰਕੇ ਮਨੁੱਖਾਂ ਨੂੰ ਦੱਸਦਾ ਆ ਔਰ ਆਪਣੇ ਜਲਾਲ ਨੂੰ ਪ੍ਰਗਟ ਕਰਦਾ ਆ ਕਿ ਉਹ ਪਰਮੇਸ਼ਵਰ ਹੈ। ਇਸ ਲਈ ਇਹ ਭਿਆਨਕ ਸਮਾਂ ਜਿਹੜਾ ਹੈ ਇਸ ਦੇ ਵਿੱਚ ਪਰਮੇਸ਼ਵਰ ਆਪਣੀ ਮਹਿਮਾ ਨੂੰ ਆਪਣੇ ਜਲਾਲ ਨੂੰ ਪ੍ਰਗਟ ਕਰ ਰਹੇ ਆ। ਕੁਝ ਮਨੁੱਖ ਕਹਿਣਗੇ ਇਸ ਬਿਮਾਰੀ ਦੇ ਰਾਹੀਂ ਪਰਮੇਸ਼ਵਰ ਆਪਣੀ ਮਹਿਮਾ ਨੂੰ ਪ੍ਰਗਟ ਕਰ ਰਹੇ ਆ। ਇਹ ਮਹਿਮਾ ਪ੍ਰਗਟ ਕਰਨ ਦਾ ਕਿਹੜਾ ਤਰੀਕਾ ਹੋਇਆ? ਹਾਂਜੀ, ਇਹ ਬਿਲਕੁਲ ਪਰਮੇਸ਼ਵਰ ਆਪਣੀ ਮਹਿਮਾ ਨੂੰ ਪ੍ਰਗਟ ਕਰ ਰਹੇ ਆ ਤਾਂ ਜੋ ਮਨੁੱਖ ਇਹ ਕਹੇ ਕਿ ਹਾਂ ਇਹ ਰੱਬ ਨੇ ਕੀਤਾ ਆ, ਰੱਬ ਹੀ ਇਹਨੂੰ ਥੰਮ ਸਕਦਾ ਆ। ਨਹੀਂ ਤੇ ਮਨੁੱਖਾਂ ਨੇ ਹੁਣ ਤੱਕ ਟੀਕਾ ਬਣਾ ਲੈਣਾ ਸੀ, ਹੁਣ ਤੱਕ ਗੋਲੀਆਂ ਕੈਪਸੂਲ ਬਣ ਜਾਣੇ ਸੀ, ਪਰ ਨਹੀਂ ਬਣੇ ਕਿਉਂਕਿ ਇਹ ਪਰਮੇਸ਼ਵਰ ਨੇ ਦੱਸਿਆ ਕਿ ਮੈਂ ਤੁਹਾਡੇ ਸਾਰੇ ਇੰਤਜ਼ਾਮਾਂ ਨੂੰ ਫੇਲ ਕਰ ਸਕਦਾ ਆ ਐਨੀ ਟਾਈਮ। ਕਿਸੇ ਵੀ ਸਮਾਂ ਤੇ ਮੈਂ ਦੁਨੀਆ ਨੂੰ ਥੰਮ ਸਕਦਾ ਆ ਐਨੀ ਟਾਈਮ। ਕਿਸੇ ਵੀ ਸਮੇਂ ਤੇ ਪ੍ਰਭੂ ਦੁਨੀਆ ਨੂੰ ਥੰਮ ਸਕਦੇ ਆ। ਐਂਡ ਅੱਜ ਇੱਕ ਭਿਆਨਕ ਚੀਜ਼ ਜਿਹੜੀ ਆ ਉਹ ਅਸੀਂ ਸੋਚ ਰਹੇ ਸੀਗੇ ਐਂਡ ਅੱਜ ਇੱਕ ਸਪੈਸ਼ਲ ਚੀਜ਼ ਤੁਸੀਂ ਬਹੁਤ ਸਾਰੇ ਲੋਕਾਂ ਨੇ ਦੇਖੀ ਹੋਊਗੀ। ਅੱਜ ਸਾਨੂੰ ਚਰਚ ਦੇ ਵਿੱਚੋਂ ਬॉयਜ਼ ਨੇ ਫੋਨ ਕੀਤਾ ਕਿ ਤੁਸੀਂ ਪਾਸਟਰ ਜੀ ਛੱਤ ਤੇ ਚੜ੍ਹ ਕੇ ਦੇਖੋ ਕਿ ਆਪਣੇ ਪਿੰਡ ਤੋਂ ਜਿਹੜੇ ਹਿਮਾਚਲ ਵਾਲੀਆਂ ਪਹਾੜੀਆਂ ਆ ਉਹ ਨਜ਼ਰ ਆ ਰਹੀਆਂ ਆ। ਅਸੀਂ ਸੋਚਿਆ ਇੱਦਾਂ ਕਿੱਦਾਂ ਹੋ ਸਕਦਾ ਹੈ। ਤਾਂ ਪਾਸਟਰ ਹਰਪ੍ਰੀਤ ਜੀ ਛੱਤ ਤੇ ਗਏ, ਉਹਨਾਂ ਨੇ ਆਵਾਜ਼ ਲਗਾਈ ਕਿ ਗੁਸ਼ਨ ਤੂੰ ਆਣ ਕੇ ਦੇਖ, ਇੱਕ ਸੁੰਦਰ ਨਜ਼ਾਰਾ ਆ। ਤਾਂ ਅਸੀਂ ਛੱਤ ਤੇ ਗਏ ਸਾਰੀ ਫੈਮਿਲੀ ਐਂਡ ਰੀਅਲੀ ਇਟਸ ਵੰਡਰਫੁਲ। ਇੰਨਾ ਸੋਹਣਾ ਆ ਉਹ ਨਜ਼ਾਰਾ ਕਿ ਛੱਤ ਤੋਂ ਸਾਰੀਆਂ ਪਹਾੜੀਆਂ ਜਿਹੜੀਆਂ ਆ ਉਹ ਇੰਨੀਆਂ ਕਲੀਅਰਲੀ ਨਜ਼ਰ ਆ ਰਹੀਆਂ ਸੀ, ਲਾਈਕ ਜਿੱਦਾਂ ਉਹ ਬਾਹਲੀ ਦੂਰ ਨਾ ਹੋਵੇ, ਥੋੜੀ ਦੂਰ ਹੀ ਹੋਵੇ। ਔਰ ਬੜੀਆਂ ਵਾਈਟ ਹਿਲਸ ਸੀਗੀਆਂ ਐਜ਼ ਲਾਈਕ ਜਿੱਦਾਂ ਸਨੋਈ ਹਿਲਸ ਹੋਣ ਕਿ ਜਿੱਦਾਂ ਉਹਨਾਂ ਤੇ ਸਨੋ ਪਈ ਹੋਵੇ। ਮੈਨੂੰ ਪਤਾ ਨਹੀਂ ਉੱਥੇ ਸਨੋ ਪਈ ਹੈ ਕਿ ਨਹੀਂ, ਪਰ ਦੇਖਣ ਨੂੰ ਉਹ ਐਨ ਇੱਦਾਂ ਹੀ ਲੱਗਦੀਆਂ ਸੀ। ਮਤਲਬ ਇਹਨਾਂ ਦਿਨਾਂ ਦੇ ਵਿੱਚ ਪਰਮੇਸ਼ਵਰ ਨੇ ਇੰਨਾ ਸਿਸਟਮ ਜਿਹੜਾ ਆ ਉਹ ਕਲੀਅਰ ਕਰ ਲਿਆ। ਇਸ ਮਤਲਬ ਪੂਰੇ ਵਾਤਾਵਰਣ ਨੂੰ ਪਰਮੇਸ਼ਵਰ ਨੇ ਸਾਫ਼ ਕਰ ਦਿੱਤਾ ਕਿਉਂਕਿ ਵਚਨ ਦੇ ਵਿੱਚ ਆਪਾਂ ਹੁਣੇ ਕੀ ਪੜ੍ਹਿਆ, ਕਹਿੰਦਾ ਜਿਹੜੀਆਂ ਚੀਜ਼ਾਂ ਮਨੁੱਖਾਂ ਕੋਲੋਂ ਅਣਹੋਣੀਆਂ ਆ, ਠੀਕ ਹੈ, ਉਹ ਪਰਮੇਸ਼ਵਰ ਕੋਲੋਂ ਹੋ ਸਕਦੀਆਂ ਹਨ। ਹਾਂਜੀ, ਮੇਰੇ ਬ੍ਰਦਰ ਮਲਵਿੰਦਰ ਜੀ ਕਹਿ ਰਹੇ, ਕਹਿੰਦੇ ਅਸੀਂ ਵੀ ਕੱਲ ਦੇਖੀਆਂ ਸੀ। ਹਾਂਜੀ, ਵਾਓ ਬ੍ਰਦਰ ਜੀ, ਅਸੀਂ ਅੱਜ ਦੇਖੀਆਂ। ਸੋ ਤੁਸੀਂ ਸਾਰੇ ਜਾਣੇ ਜਿਹੜਾ ਹੈ ਇਸ ਨਜ਼ਾਰੇ ਨੂੰ ਦੇਖੋ ਕਿਉਂਕਿ ਪਰਮੇਸ਼ਵਰ ਆਪਣੇ ਨਜ਼ਾਰਿਆਂ ਨੂੰ ਜਿਹੜਾ ਆ, ਕੁਦਰਤ ਆਪਣੇ ਨਜ਼ਾਰਿਆਂ ਨੂੰ ਪ੍ਰਗਟ ਕਰ ਰਹੀ ਆ ਮਨੁੱਖ ਦੇ ਉੱਤੇ ਕਿ ਉਹ ਕੀ ਕਰਨ ਦੀ ਤਾਕਤ ਰੱਖਦਾ ਆ। ਮਨੁੱਖ ਨੇ ਕੋਈ ਇਹੋ ਜਿਹੀ ਸਪਰੇਅ ਨਹੀਂ ਬਣਾਈ ਅਜੇ ਤੱਕ ਜਿਹਦੇ ਨਾਲ ਪੋਲਿਊਸ਼ਨ ਘੱਟ ਜਾਵੇ। ਕਿਉਂਕਿ ਦੇਖੋ ਆਪਾਂ ਨਿਊਜ਼ ਜਿਹੜੀਆਂ ਅੱਜ ਤੋਂ 2-3 ਮਹੀਨੇ ਤੱਕ ਪਹਿਲਾਂ ਦੀਆਂ ਨਿਊਜ਼ ਸੀਗੀਆਂ ਤੇ ਆਪਾਂ ਉਹਨਾਂ ਨਿਊਜ਼ ਦੇ ਵਿੱਚ ਕੀ ਦੇਖਦੇ ਸੀਗੇ ਜੀ, ਦਿੱਲੀ ਦਾ ਪੋਲਿਊਸ਼ਨ ਇੰਨਾ ਹੋ ਗਿਆ, ਲੁਧਿਆਣੇ ਦਾ ਪੋਲਿਊਸ਼ਨ ਇੰਨਾ ਹੋ ਗਿਆ, ਅੰਮ੍ਰਿਤਸਰ ਦਾ ਪੋਲਿਊਸ਼ਨ ਇੰਨਾ ਹੋ ਗਿਆ, ਰੈੱਡ ਲਾਈਨ ਕ੍ਰਾਸ ਕਰ ਗਿਆ, ਈਵਨ ਜਿਹੜਾ ਹੈ ਉਹ ਬਹੁਤ ਹਾਈ ਲੈਵਲ ਤੇ ਚਲੇ ਗਿਆ। ਤੇ ਇਸ ਵੇਲੇ ਜਿਹੜਾ ਆ ਉਹ ਇੰਨਾ ਜ਼ਿਆਦਾ ਪੋਲਿਊਸ਼ਨ ਸੀ। ਅਸੀਂ ਆਪਣੇ ਮੰਮੀ ਜੀ ਨੂੰ ਪੁੱਛਿਆ ਕਿ ਮੰਮੀ ਜੀ ਜਦੋਂ ਤੁਸੀਂ ਵਿਆਹੇ ਆਏ ਸੀ ਇਸ ਪਿੰਡ ਵਿੱਚ ਤਾਂ ਤੁਸੀਂ ਉਹ ਪਹਾੜੀਆਂ ਦੇਖੀਆਂ ਸੀ? ਕਹਿੰਦੇ ਨਹੀਂ, ਮੈਂ ਤਾਂ ਕਦੀ ਨਹੀਂ ਉਹ ਪਹਾੜੀਆਂ ਦੇਖੀਆਂ, ਪਰ ਜਦੋਂ ਕਹਿੰਦੇ ਅਸੀਂ ਛੋਟੇ ਸੀ ਤੇ ਉਹ ਆਪਣੇ ਪੇਕਿਆਂ ਦੇ ਸੀ, ਕਹਿੰਦੇ ਉਦੋਂ ਅਸੀਂ ਕਹਿੰਦੇ ਹੁੰਦੇ ਸੀਗੇ ਕਿ ਹਾਂ ਉਹ ਜਿਹੜੀਆਂ ਪਹਾੜੀਆਂ ਆ ਉਹ ਹੈਗੀਆਂ ਆ ਧੌਲੀ ਧਾਰ ਵਾਲੀਆਂ ਪਹਾੜੀਆਂ ਜਿਹੜੀਆਂ ਆ ਉਹ ਦਿਖਦੀਆਂ ਆ। ਤਾਂ ਮਤਲਬ ਉਹ ਕਿੰਨਾ ਟਾਈਮ
ਜਦੋਂ ਉਹ ਛੋਟੇ ਸੀ ਨਾ, ਉਹ ਸ਼ੀ 70 years, ਤਾਂ ਜਦੋਂ ਉਹ ਛੋਟੇ ਸੀ, ਲਾਈਕ ਉਹ ਕਹਿੰਦੇ ਕਿ ਜਦੋਂ ਅਸੀਂ 7-8 ਸਾਲ ਦੇ ਸੀ, ਪਰ ਉਹਦੇ ਬਾਅਦ 'ਚ ਤਾਂ ਕਹਿੰਦੇ ਅਸੀਂ ਕਦੀ ਦੇਖੀਆਂ ਨਹੀਂ। ਤਾਂ ਮੀਨਸ ਜੇ ਉਹ 10 ਸਾਲ ਦੇ ਵੀ ਹੋਣਗੇ ਤਾਂ 60 ਸਾਲ ਬਾਅਦ, ਓ ਜੀਸਸ, ਤਾਂ ਮਤਲਬ ਇੰਨੇ ਚਿਰ ਬਾਅਦ ਪਹਾੜੀਆਂ ਦੇਖੀਆਂ। ਔਰ ਅਸੀਂ ਕਿੰਨੇ ਜਣਿਆਂ ਨੂੰ ਪੁੱਛਿਆ, ਸੀਨੀਅਰਸ ਜਿਹੜੇ ਆਪਣੇ ਹੁੰਦੇ ਆ ਪਿੰਡਾਂ ਦੇ ਵਿੱਚ, ਕਿ ਤੁਸੀਂ ਕਦੀ ਪਹਾੜੀਆਂ ਦੇਖੀਆਂ? ਕਹਿੰਦੇ ਨਹੀਂ, ਅਸੀਂ ਤਾਂ ਦੇਖੀਆਂ ਹੀ ਨਹੀਂ ਪਹਾੜੀਆਂ, ਕਦੀ ਗੌਰ ਹੀ ਨਹੀਂ ਕੀਤਾ। ਮਤਲਬ ਇੰਨੇ ਸਮੇਂ ਤੋਂ ਪੋਲਿਊਸ਼ਨ ਦੀ ਇੱਕ ਲੇਅਰ ਬਣੀ ਹੋਈ ਸੀ ਕਿ ਇਹ ਜਿਹੜਾ ਵਿਊ ਸੀਗਾ ਉਹ ਲੁਕਿਆ ਹੋਇਆ ਸੀਗਾ, ਔਰ ਉਹ ਵਿਊ ਜਿਹੜਾ ਆ ਉਹ ਹੁਣ ਕਲੀਅਰ ਹੋਇਆ ਆ। ਤਾਂ ਮੇਰੇ ਖਿਆਲ 'ਚ ਤੇ ਉਹ ਪਹਾੜੀਆਂ ਹੀ ਆ। ਜੇ ਉਹ ਇੱਦਾਂ ਹੀ ਹਵਾ ਹੁਵਾ ਦੇ ਬਣੇ ਹੁੰਦੇ ਤਾਂ ਉਹ ਮੂਵ ਹੋ ਜਾਣੇ ਸੀਗੇ ਜਾਂ ਉਹ ਨਿਕਲ ਜਾਣੇ ਸੀ, ਬਟ ਉਹ ਸਵੇਰੇ ਵੀ ਸੀਗੇ, ਉਹ ਸ਼ਾਮ ਤੱਕ ਸੀਗੇ। ਐਂਡ ਬਹੁਤ ਸਾਰੇ ਲੋਕਾਂ ਨੇ ਜਲੰਧਰ ਤੋਂ ਅਪਡੇਟ ਪਾਏ, ਬਹੁਤ ਸਾਰੇ ਲੋਕਾਂ ਨੇ ਡਿਫਰੈਂਟ ਪਿੰਡਾਂ ਤੋਂ ਉਹਦੇ ਅਪਡੇਟ ਪਾਏ। ਤਾਂ ਮਤਲਬ ਜਿਹੜੇ ਕੰਮ ਮਨੁੱਖ ਨਹੀਂ ਕਰ ਸਕਦਾ, ਉਸ ਪੋਲਿਊਸ਼ਨ ਨੂੰ ਮਨੁੱਖ ਨਹੀਂ ਘਟਾ ਸਕਦਾ ਸੀ, ਪਰ ਐਵਰੀ ਡੇ ਵਧਾ ਰਿਹਾ ਆ, ਕਿਉਂਕਿ ਹਰ ਘਰ ਦੇ ਵਿੱਚ ਜਿੰਨੇ ਮੈਂਬਰਸ ਆ, ਜਾਂ ਤਾਂ ਉਨੀਆਂ ਸਕੂਟਰੀਆਂ ਆ, ਜਾਂ ਫਿਰ ਥੋੜੀਆਂ ਸਕੂਟਰੀਆਂ ਆ, ਥੋੜੀਆਂ ਕਾਰਾਂ ਆ, ਥੋੜੇ ਬਾਈਕਸ ਆ। ਤਾਂ ਮਤਲਬ ਹਰੇਕ ਘਰ ਦੇ ਵਿੱਚ ਕਿੰਨੀਆਂ ਚੀਜ਼ਾਂ ਆ ਜਿਹੜੀਆਂ ਸਾਡੇ ਲੁਤਫ ਦੇ ਲਈ ਆ, ਸਾਡੇ ਆਨੰਦ ਦੇ ਲਈ, ਸਾਡੇ ਫਾਇਦੇ ਦੇ ਲਈ ਆ, ਬਟ ਉਹ ਕਿੰਨਾ ਮਤਲਬ ਸਾਡੇ ਲਈ ਹੀ ਉਹ ਹਾਨੀਕਾਰਕ ਵੀ ਕਿੰਨੀਆਂ ਆ, ਕਿ ਕਿੰਨਾ ਜ਼ਿਆਦਾ ਮਤਲਬ ਅਸੀਂ ਖਰਾਬ ਚੀਜ਼ ਦੇ ਵਿੱਚ ਸਾਹ ਲੈ ਰਹੇ ਸੀਗੇ ਕਿ ਉਹ ਇੰਨਾ ਵਿਊ ਜਿਹੜਾ ਸੀ ਉਹ ਫਿਨਿਸ਼ ਹੋਇਆ ਸੀਗਾ। ਪਰ ਕੁਦਰਤ ਨੇ ਉਸ ਚੀਜ਼ ਦੇ ਨਾਲ ਉਹਨਾਂ ਸਾਰਿਆਂ ਨੂੰ ਜਿਹੜਾ ਆ, ਉਹਨਾਂ ਚੀਜ਼ਾਂ ਨੂੰ ਪਰਮੇਸ਼ਵਰ ਨੇ ਪ੍ਰੂਵ ਕਰ ਦਿੱਤਾ ਕਿ ਮੈਂ ਕਰ ਸਕਦਾ, ਵਾਪਸ ਮੈਂ ਆਪਣੀ ਕੁਦਰਤ ਨੂੰ ਕਲੀਅਰ ਵੀ ਕਰ ਸਕਦਾ ਆ, ਮੈਂ ਫਿਰ ਤੋਂ ਇੱਕ ਜਿਹੜਾ ਆ ਸਾਰਾ ਕੁਝ ਕਲੀਨ ਕਰ ਸਕਦਾ। ਸੋ ਪ੍ਰਭੂ ਸਭ ਕੁਝ ਕਰ ਸਕਦਾ ਆ, ਸਾਰੀਆਂ ਗੱਲਾਂ ਦਾ ਇੱਕ ਕੁਝ ਕਰ ਸਕਦਾ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਪ੍ਰਭੂ ਜੀ ਦੇ ਹੱਥ ਵਿੱਚ ਆ। ਸਾਨੂੰ ਇਹੀ ਯਕੀਨ ਕਰਨ ਦੀ ਜ਼ਰੂਰਤ ਆ ਕਿ ਪ੍ਰਭੂ ਜੀ ਸਭ ਕੁਝ ਕਰ ਸਕਦੇ ਆ। ਔਰ ਦੂਜੀ ਗੱਲ ਕਿ ਅਗਰ ਪ੍ਰਭੂ ਜੀ ਨੇ ਇੰਨੀਆਂ ਸੋਹਣੀਆਂ ਚੀਜ਼ਾਂ ਕੀਤੀਆਂ ਤਾਂ ਪ੍ਰਭੂ ਜੀ ਕਿੰਨੀਆਂ ਭਿਆਨਕ ਚੀਜ਼ਾਂ ਵੀ ਕਰ ਸਕਦੇ। ਔਰ ਜਿਹੜੀ ਡੇਂਜਰਸ ਚੀਜ਼ ਮੈਂ ਗੱਲ ਕਰ ਰਹੀ ਸੀ ਕਿ ਮੇਰੇ ਮਾਈਂਡ ਦੇ ਵਿੱਚ ਆਈ ਸੀ, ਉਹ ਇਹ ਸੀ ਕਿ ਮੈਂ ਪਾਸਟਰ ਜੀ ਦੇ ਨਾਲ ਗੱਲ ਕਰ ਰਹੀ ਸੀ ਕਿ ਪਾਸਟਰ ਜੀ, ਅਗਰ ਇਹ ਵਾਇਰਸ ਹੱਥ ਲਾਉਣ ਦੇ ਨਾਲ ਆ ਤਾਂ ਮਤਲਬ ਅਸੀਂ ਸਾਰੇ ਜਾਣੇ ਘਰਾਂ ਦੇ ਵਿੱਚ ਬੰਦ ਆ, ਅਸੀਂ ਕੋਈ ਵੀ ਜਿਹੜਾ ਆ ਉਹ ਅਸੀਂ ਵੀ ਜਿਹੜੇ ਬਾਹਰੋਂ ਕਿਸੇ ਨੂੰ ਮਿਲਣ ਨੂੰ, ਈਵਨ ਆਪਣੇ ਭੈਣ ਭਰਾਵਾਂ ਰਿਸ਼ਤੇਦਾਰਾਂ ਨੂੰ ਬੰਦਾ ਕਹਿੰਦਾ ਕਿ ਕੋਈ ਕਿਤੇ ਕਹਿ ਨਾ ਦੇਵੇ ਕਿ ਹਾਂਜੀ ਜੀ ਅਸੀਂ ਆਉਣਾ ਆ, ਤੇ ਅਸੀਂ ਕਿੱਦਾਂ ਹਰ ਘਰ ਦੇ ਵਿੱਚ ਮਤਲਬ ਇਦਾਂ ਦੇ ਜਿਹੜੇ ਆ ਉਹ ਥਾਟਸ ਚੱਲ ਰਹੇ ਆ। ਪਰ ਅਗਰ ਪਰਮੇਸ਼ਵਰ ਚਾਹੇ ਤਾਂ ਇਹ ਹੱਥ ਲਾਉਣ ਵਾਲਾ ਜਿਹੜਾ ਵਾਇਰਸ ਆ, ਟੱਚ ਦੇ ਨਾਲ ਜਿਹੜਾ ਫੈਲਦਾ ਆ, ਜੇ ਕਿਤੇ ਉਹ ਇਹੋ ਜਿਹੀ ਭਿਆਨਕ ਚੀਜ਼ ਹਵਾ ਦੇ ਵਿੱਚ ਪਾ ਦੇਵੇ ਕਿ ਜਿਹੜਾ ਖੁੱਲੀ ਹਵਾ 'ਚ ਸਾਹ ਲਊਗਾ ਤੇ ਇਹ ਉਹਨੂੰ ਲੱਗ ਜੂਗਾ, ਤਾਂ ਫੇਰ ਕੀ ਬਣੂਗਾ? ਫੇਰ ਕਿੱਦਾਂ ਕੰਟਰੋਲ ਕੀਤਾ ਜਾ ਸਕਦਾ ਹੈ? ਹਾਲੇ ਤਾਂ ਕੰਟਰੋਲ ਕੀਤਾ ਜਾ ਰਿਹਾ ਕਿ ਹਾਂਜੀ ਜੀ ਕਿਸੇ ਦੇ ਸੰਪਰਕ ਵਿੱਚ ਨਾ ਆਓ, ਇੱਕ ਜਿਹੜੀ ਆ ਸੋਸ਼ਲ ਡਿਸਟੈਂਸ ਜਿਹੜੀ ਆ ਉਹਨੂੰ ਮੇਨਟੇਨ ਕਰੋ, ਤਾਂ ਤੁਸੀਂ ਜਿਹੜਾ ਆ ਉਹ ਬਚ ਸਕਦੇ। ਦਾ ਇਹ ਇਲਾਜ ਆ। ਪਰ ਕੁਦਰਤ ਤਾਂ ਕੁਛ ਵੀ ਜਿਹੜਾ ਆ, ਕੁਦਰਤ ਦੇ ਲਈ ਕੁਛ ਵੀ ਪੋਸੀਬਲ ਆ, ਪਰਮੇਸ਼ਵਰ ਦੇ ਲਈ ਸਭ ਕੁਝ ਹੋ ਸਕਦਾ। ਇਸ ਲਈ ਮੇਰੇ ਭੈਣੋ ਭਰਾਵੋ, ਮੇਰੇ ਕਹਿਣ ਦਾ ਮਤਲਬ ਇਹ ਆ ਕਿ ਤੌਬਾ ਕਰ ਲੋ, ਡਰ ਜਾਓ, ਸੁਧਰ ਜਾਓ, ਔਰ ਪਰਮੇਸ਼ਵਰ ਦੇ ਅੱਗੇ ਗੋਡੇ ਟੇਕੋ ਕਿ ਪ੍ਰਭੂ ਜੀ ਇੰਨਾ ਹੀ ਬਹੁਤ ਆ, ਜਿੰਨਾ ਤੁਸੀਂ ਭੇਜ ਦਿੱਤਾ ਨਾ ਇੰਨਾ ਹੀ ਬਹੁਤ ਆ, ਐਦੋਂ ਵੱਧ ਕ੍ਰੋਧੀ ਨਾ ਹੋਇਓ। ਆਪਾਂ ਪਰਮੇਸ਼ਵਰ ਨੂੰ ਹੋਰ ਗੁੱਸਾ ਨਾ ਚੜਾਈਏ। ਜੇ ਪਰਮੇਸ਼ਵਰ ਦਾ ਗੁੱਸਾ ਹੋਰ ਵੱਧ ਗਿਆ ਤਾਂ ਤੁਸੀਂ ਜਰਾ ਕੁ ਸੋਚ ਕੇ ਦੇਖੋ ਕਿ ਪ੍ਰਭੂ ਜੀ ਕੀ ਕੁਛ ਕਰ ਸਕਦੇ ਆ। ਬਾਈਬਲ ਦੇ ਵਿੱਚ ਲਿਖਿਆ ਮਣ ਦੇ ਗੜੇ ਡਿੱਗਣਗੇ। ਔਰ ਕਿੰਨੀਆਂ ਆਪਾਂ ਜਿਹੜੀਆਂ ਆ ਸੋਸ਼ਲ ਸਾਈਟਸ ਤੇ ਵੀਡੀਓ ਦੇਖਦੇ ਆ ਕਿ ਏਡੇ ਆਕਾਰ ਦੇ ਗੜੇ ਜਿਹੜੇ ਆ ਉਹ ਡਿੱਗਦੇ ਆ। ਜੇ ਕੋਈ ਮਨੁੱਖ ਉਹਨਾਂ ਗੜਿਆਂ ਦੇ ਸੰਪਰਕ 'ਚ ਹੋਏ ਤਾਂ ਮੇਰੇ ਖਿਆਲ ਸਿਰ ਸੁਰ ਖੁੱਲ ਜਾਣ, ਇੰਨੇ ਵੱਡੇ ਗੜੇ ਕਈਆਂ ਥਾਵਾਂ ਤੇ ਡਿੱਗੇ ਆ। ਤਾਂ ਮਤਲਬ ਟਿੱਡੀਆਂ ਜਿਹੜੀਆਂ ਆ ਉਹ ਆਉਣਗੀਆਂ, ਬਾਵਾ ਆਉਣਗੀਆਂ। ਔਰ ਇੱਕ ਜਿਹੜੀ ਆ ਮੋਸਟ ਡੇਂਜਰਸ ਥਿੰਗ ਆ ਕਿ ਪ੍ਰਕਾਸ਼ ਦੀ ਪੋਥੀ ਦੇ ਵਿੱਚ ਲਿਖਿਆ ਕਿ ਜਿਹੜੇ ਠੂਏ ਆ, ਜਿੱਦਾਂ ਸਕੋਰਪੀਅਨਸ ਹੁੰਦੇ ਆ, ਇੱਦਾਂ ਦੀਆਂ ਚੀਜ਼ਾਂ ਹੋਣਗੀਆਂ। ਉਹ 5 ਮਹੀਨਿਆਂ ਦਾ ਪੀਰੀਅਡ ਹੋਊਗਾ ਔਰ ਉਹ ਮਨੁੱਖਾਂ ਨੂੰ ਡੰਗ ਮਾਰਨਗੀਆਂ। ਉੱਥੇ ਖਾਸ ਚੀਜ਼ ਲਿਖੀ, ਕਹਿੰਦਾ ਉਹ ਪਸ਼ੂਆਂ ਨੂੰ ਨਹੀਂ, ਜਾਨਵਰਾਂ ਨੂੰ ਨਹੀਂ, ਪਰ ਸਿਰਫ ਮਨੁੱਖਾਂ ਨੂੰ ਡੰਗਣਗੀਆਂ। ਔਰ ਉਹਨਾਂ ਦੀ ਦਰਦ ਇੰਨੀ ਜ਼ਿਆਦਾ ਹੋਏਗੀ ਕਿ ਮਨੁੱਖ ਜਿਹੜਾ ਆ ਮੌਤ ਲੱਭੇਗਾ। ਉਹ ਕਹੇਗਾ ਕਿ ਮੈਂ ਮਰਨਾ ਚਾਹੁੰਦਾ ਹੈ, ਪਰ ਉਹਨੂੰ ਮੌਤ ਵੀ ਜਿਹੜੀ ਆ ਉਹ ਨਹੀਂ ਆਏਗੀ। ਸੋ ਤੁਸੀਂ ਸੋਚੋ ਕਿ ਹਾਲੇ ਉਹ ਟਾਈਮ ਤਾਂ ਆਉਣਾ ਆ, ਉਹ ਜਿਹੜਾ ਠੂਇਆਂ ਨੇ ਜਿਹੜੇ ਡੰਗ ਮਾਰਨੇ ਆ, ਉਹ ਟਾਈਮ ਆਉਣਾ ਆ। ਅਗਰ ਉਹ ਟਾਈਮ ਆਉਣ ਵਾਲਾ ਆ ਤਾਂ ਇਹਦਾ ਮਤਲਬ ਕਿ ਜਿੱਦਾਂ ਹੁਣ ਵਾਇਰਸ ਆਇਆ ਆ, ਇਹਦੇ ਹਿਸਾਬ ਦੇ ਨਾਲ
ਕੁਛ ਇਹਦੇ ਤੋਂ ਅੱਗੇ ਨੂੰ ਸੋਚ ਕੇ ਹੀ ਜਿਹੜੀਆਂ ਆ ਉਹ ਸਾਇੰਸ ਜਾਂ ਜੋ ਵੀ ਸਾਡੀ ਮੈਡੀਕਲ ਡਿਪਾਰਟਮੈਂਟ ਆ ਉਹ ਇੱਕ ਸਟੈਪ ਅੱਗੇ ਹੀ ਮੈਡੀਸਿਨ ਉਹਦੀ ਤਿਆਰ ਕਰੇਗੀ। ਇਹਦੀ ਤਾਂ ਮੈਡੀਸਿਨ ਤਿਆਰ ਹੋ ਜਾਏਗੀ ਔਰ ਵੈਰੀ ਸੂਨ ਹੋ ਜਾਏਗੀ, ਹੋਪਫੁਲੀ ਕਿ ਇਸ ਈਅਰ ਦੇ ਵਿੱਚ ਹੀ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਹੋ ਜਾਏਗੀ ਤਿਆਰ। ਪਰ ਉਹ ਕੁਛ ਇਸ ਤੋਂ ਵੀ ਅੱਗੇ ਜਿਹੜਾ ਆ ਸੋਚ ਕੇ ਕਿ ਅਗਰ ਕੁਛ ਇਸ ਤੋਂ ਵੱਧ ਹੁੰਦਾ ਤੇ ਉਹਦੇ ਲਈ ਵੀ ਉਹ ਜਿਹੜੇ ਆ ਉਹ ਜ਼ਰੂਰ ਅਵੇਅਰ ਹੋਣਗੇ ਔਰ ਉਹ ਜ਼ਰੂਰ ਕਰਨਗੇ। ਪਰ ਜੇ ਇਹੋ ਜਿਹਾ ਲਿਖਿਆ ਬਾਈਬਲ ਦੇ ਵਿੱਚ ਕਿ ਮਨੁੱਖ ਉਸ ਡੰਗ ਦੀ ਇੰਨੀ ਪੀੜ ਹੋਊਗੀ ਕਿ ਉਹ ਬਰਦਾਸ਼ਤ ਤੋਂ ਬਾਹਰ ਹੀ ਹੋਊਗੀ ਔਰ ਉਹ ਕਹੂਗਾ ਕਿ ਮੈਂ ਮਰਨਾ ਚਾਹੁੰਦਾ, ਮੈਨੂੰ ਮੌਤ ਲੱਭ ਜਾਵੇ, ਪਰ ਉਹਨੂੰ ਮੌਤ ਨਹੀਂ ਆਊਗੀ। ਇਹਦਾ ਮਤਲਬ ਕਿ ਉਸ ਵੇਲੇ ਉਹ ਇਹੋ ਜਿਹਾ ਜ਼ਹਿਰ ਹੋਊਗਾ ਕਿ ਕੋਈ ਜੇ ਉਹਨੂੰ ਸਿਰਿੰਜ ਲਾਵੇ, ਮੈਂ ਸੋਚ ਰਹੀ ਹਾਂ, ਮੈਂ ਕੋਈ ਉਹਦੇ ਲਈ ਜਿਹੜੀ ਆ ਪ੍ਰੈਡਿਕਸ਼ਨ ਨਹੀਂ ਦੇ ਰਹੀ, ਕੋਈ ਪ੍ਰੋਫੈਸੀ ਨਹੀਂ ਕਰ ਰਹੀ, ਐਵੇਂ ਉਹਨਾਂ ਚੀਜ਼ਾਂ ਨੂੰ ਜਿਹੜਾ ਆ ਨਾ ਗੋਲ ਮੋਲ ਜਿਹਾ ਨਾ ਬਣਾਇਓ। ਮੈਂ ਇਹ ਗੱਲ ਕਰ ਰਹੀ ਹਾਂ ਕਿ ਉਹ ਇੰਨਾ ਮੈਂ ਸੋਚਦੀ ਹਾਂ ਪਰਸਨਲੀ ਹੈ ਨਾ ਐਜ਼ ਅ ਹਿਊਮਨ ਬੀਇੰਗ ਕਿ ਉਹ ਕਿੰਨਾ ਡੇਂਜਰਸ ਹੋਊਗਾ ਕਿ ਲਾਈਕ ਜਿੱਦਾਂ ਇਹ ਮੰਨ ਲਓ ਕਿ ਇੰਜੈਕਸ਼ਨ ਆ ਕਿ ਉਹ 'ਚ ਲਿਖਿਆ ਕਿ ਮੌਤ ਵੀ ਨਹੀਂ ਆਊਗੀ। ਇੱਕ ਇੰਨੀ ਦਰਦ ਆ ਕਿ ਮਨੁੱਖ ਦਿਖ ਰਿਹਾ ਕਿ ਉਹਨੂੰ ਜੀ ਮੌਤ ਹੀ ਚਾਹੀਦੀ ਹੈ ਤਾਂ ਹੀ ਉਹ ਛੁੱਟ ਸਕਦਾ, ਅਦਰਵਾਈਜ਼ ਨਹੀਂ। ਤਾਂ ਮਤਲਬ ਉਹ ਇੰਨਾ ਜ਼ਹਿਰ ਹੋਊਗਾ ਜਾਂ ਕੀ ਸਿਸਟਮ ਹੋਊਗਾ ਕਿ ਜੇ ਉਹਨੂੰ ਟੀਕਾ ਵੀ ਲਾਵਾਂਗੇ ਤੇ ਹੋ ਸਕਦਾ ਉਹ ਟੀਕੇ ਦੇ ਰਾਹੀਂ ਟੀਕਾ ਲਾਉਣ ਵਾਲੇ ਦੇ ਅੰਦਰ ਚਲੇ ਜਾਏ, ਉਹਦੀ ਪੋਇਜ਼ਨ ਜਾਂ ਉਹਦਾ ਜੋ ਵੀ ਵਾਇਰਸ ਆ ਕੁਛ ਤਾਂ ਮਤਲਬ ਬਹੁਤ ਜ਼ਿਆਦਾ ਡੇਂਜਰਸ ਹੋਏਗਾ ਨਾ। ਜਿਹੜਾ ਲਿਖਿਆ ਕਿ ਉਹ ਮੌਤ ਲੱਭੂਗਾ ਪਰ ਮੌਤ ਨਹੀਂ ਆਊਗੀ, ਮਤਲਬ ਕੋਈ ਉਹਨੂੰ ਮਾਰਨ ਦੀ ਵੀ ਜ਼ਰੂਰਤ ਨਹੀਂ ਕਰੂਗਾ। ਫਰਜ਼ ਕਰੋ ਕਿ ਇੱਕ ਘਰ ਦੇ ਵਿੱਚ ਆ ਕਿਸੇ ਮਨੁੱਖ ਨੂੰ ਉਹ ਠੂੰਆਂ ਲੜ ਗਿਆ ਤਾਂ ਉਹ ਮਨੁੱਖ ਜਿੰਨਾ ਬਾਈਬਲ ਦੇ ਵਿੱਚ ਲਿਖਿਆ ਉਹਦੇ ਅਕੋਰਡਿੰਗ ਤਾਂ ਉਹ ਬਹੁਤ ਤੜਫੂਗਾ ਕਿ ਉਹ ਕਹੂਗਾ ਮੈਂ ਮਰਨਾ ਚਾਹੁੰਦਾ ਹੈ। ਪਰ ਉਸ ਮਨੁੱਖ ਨੂੰ ਕਿੰਨੇ ਦਿਨ ਤੱਕ ਜਿਹੜਾ ਆ ਬਰਦਾਸ਼ਤ ਕੀਤਾ ਜਾ ਸਕਦਾ ਜਾਂ ਕਿੱਦਾਂ ਹੋਊਗਾ, ਉਹਦਾ ਕੀ ਸਿਸਟਮ ਹੋਊਗਾ, ਰੀਅਲੀ ਸੋਚ ਕੇ ਡੇਂਜਰਸ ਥਿੰਗ, ਬਹੁਤ ਡੇਂਜਰਸ ਆ, ਬਹੁਤ ਭਿਆਨਕ ਆ, ਖਤਰਨਾਕ ਆ। ਤਾਂ ਮਤਲਬ ਸੋਚੋ ਉਹ 5 ਮਹੀਨੇ ਦਾ ਪੀਰੀਅਡ ਹੋਣਾ, 5 ਮਹੀਨੇ ਦਾ ਪੀਰੀਅਡ। ਤਾਂ ਇਸ ਲਈ ਰੱਬ ਅੱਗੇ ਗੋਡੇ ਟੇਕੋ ਕਿ ਹੇ ਪ੍ਰਭੂ ਸਾਡੇ ਜੀਂਦੇ ਜੀ ਉਹ ਠੂਏ ਨਾ ਆਉਣ, ਪ੍ਰਭੂ ਜੀ ਸਾਡੇ ਜੀਂਦੇ ਜੀ ਇੰਨੀਆਂ ਜਿਹੜੀਆਂ ਭਿਆਨਕ ਚੀਜ਼ਾਂ ਨਾ ਹੋਣ। ਹੇ ਪ੍ਰਭੂ ਅਗਰ ਉਹ ਆਉਣ ਵੀ ਤਾਂ ਸਾਨੂੰ ਆਪਣੀ ਪ੍ਰੋਟੈਕਸ਼ਨ ਦੇ ਵਿੱਚ ਰੱਖਿਓ ਮੇਰੇ ਪਿਤਾ ਪਰਮੇਸ਼ਵਰੀ, ਸਾਨੂੰ ਇੰਨੀ ਕੁ ਸਾਮਰਥ ਦਿਓ ਔਰ ਸਾਨੂੰ ਇੰਨੀ ਕੁ ਪਵਿੱਤਰਤਾ ਹੀ ਬਖਸ਼ਿਓ ਕਿ ਉਹ ਠੂਏ ਸਾਡੇ ਘਰਾਂ ਦੇ ਵਿੱਚ ਨਾ ਆਉਣ, ਉਹ ਠੂਏ ਸਾਡੇ ਨਿਆਣਿਆਂ ਦੇ ਉੱਤੇ ਨਾ ਆਉਣ, ਉਹ ਠੂਏ ਸਾਡੀਆਂ ਕੁਲਾਂ ਦੇ ਵਿੱਚ ਨਾ ਵੜਨ। ਹੇ ਪਿਤਾ ਪਰਮੇਸ਼ਵਰ ਸਾਨੂੰ ਉਸ 5 ਮਹੀਨਿਆਂ ਦੀ ਜਿਹੜੀ ਸਜ਼ਾ ਆਉਣ ਵਾਲੀ ਆ ਨਾ ਉਸ ਸਜ਼ਾ ਤੋਂ ਸਾਨੂੰ ਬਚਾਇਓ। ਉਹ ਚੀਜ਼ਾਂ ਜਿਹੜੀਆਂ ਆਉਣ ਵਾਲੀਆਂ ਆ ਉਹ ਜਿਹੜੇ ਮਣ ਦੇ ਗੜੇ ਡਿੱਗਣ ਵਾਲੇ ਆ, ਇੱਕ ਆਕਾਸ਼ ਦੇ ਵਿੱਚੋਂ ਇੱਕ ਮਣ ਦੀ ਚੀਜ਼ ਡਿੱਗੂਗੀ। ਤੁਸੀਂ ਸੋਚ ਕੇ ਦੇਖੋ ਕਿੰਨੀ ਭਿਆਨਕ ਚੀਜ਼ ਆ ਕਿ ਉਹ ਕਿੰਨੀ ਸਪੀਡ ਦੇ ਨਾਲ ਡਿੱਗੂਗੀ। ਇੱਕ ਬਾਰਿਸ਼ ਦਾ ਜਿਹੜੇ ਨਾਰਮਲ ਗੜਾ ਡਿੱਗਦਾ ਨਾ ਬਾਰਿਸ਼ ਦੇ ਵਿੱਚ, ਨਾਰਮਲ ਛੋਟੀ ਬਰਫ਼ ਦਾ ਪੀਸ ਜਦੋਂ ਡਿੱਗਦਾ ਤੇ ਉਹ ਵੀ ਇੰਨੀ ਜ਼ੋਰ ਦੀ ਹਿੱਟ ਕਰਦਾ ਹੈ ਹਨਾ। ਕਈ ਵਾਰੀ ਕਾਰਾਂ ਦੇ ਸ਼ੀਸ਼ੇ ਟੁੱਟ ਜਾਂਦੇ ਆ, ਇੰਨੀ ਜ਼ੋਰ ਦੀ ਹਿੱਟ ਕਰਦਾ ਹੈ। ਤਾਂ ਜਦੋਂ ਇੱਕ ਮਣ ਦਾ ਪੀਸ ਆਪਾਂ ਬਾਲ ਸੁੱਟੀਏ ਕੋਠੇ ਤੋਂ ਤੇ ਕਿੰਨਾ ਟਾਈਮ ਲੱਗਦਾ ਉਹਨੂੰ ਆਉਣ ਨੂੰ? 1 ਮਿੰਟ ਲੱਗਦਾ ਮੇਰੇ ਖਿਆਲ 'ਚ ਤਾਂ ਸਕਿੰਟਾਂ 'ਚ ਥੱਲੇ ਵੱਜਦੀ ਆਣ ਕੇ। ਤਾਂ ਆਕਾਸ਼ ਤੋਂ ਇੱਕ ਮਣ ਦੀ ਚੀਜ਼ ਡਿੱਗੂਗੀ ਯਾਰ, ਉਹ ਕਿੰਨੀ ਸਪੀਡ ਦੇ ਨਾਲ ਆ ਕੇ ਡਿੱਗੂਗੀ ਯਾਰ, ਕਿਸੇ ਦੇ ਕੋਠੇ ਤੇ ਡਿੱਗੂਗੀ, ਕਿਸੇ ਦੇ ਰਸੋਈ ਤੇ ਡਿੱਗੂਗੀ, ਹੋ ਸਕਦਾ ਕੋਈ ਬਾਹਰ ਖੜਾ ਹੋਵੇ ਉਹਦੇ ਉੱਤੇ ਡਿੱਗੂਗੀ। ਤਾਂ ਕੀ ਬਣੂਗਾ? ਕਿੱਥੇ ਲੁਕੂਗੇ? ਕੀ ਹੋਊਗਾ ਉਸ ਵੇਲੇ? ਇਹ ਕੋਈ ਡਰਾਉਣ ਵਾਲੀ ਗੱਲ ਨਹੀਂ ਆ ਕਿ ਮੈਂ ਤੁਹਾਨੂੰ ਡਰਾ ਰਹੀ ਹਾਂ, ਮੈਂ ਤੁਹਾਨੂੰ ਧਮਕਾ ਰਹੀ। ਇਹ ਤਾਂ ਬਾਈਬਲ ਦੇ ਵਿੱਚ ਲਿਖਿਆ ਆ। ਤੁਸੀਂ ਇਹਨਾਂ ਚੀਜ਼ਾਂ ਦੇ ਬਾਰੇ ਸਰਚ ਕਰੋ, ਗੂਗਲ ਦੇ ਉੱਤੇ ਜਾਓ, YouTube ਦੇ ਉੱਤੇ ਜਾਓ, ਤੁਸੀਂ ਜਿਹੜੀਆਂ ਵੀ ਸਾਈਟਸ ਆ ਤੁਸੀਂ ਉੱਥੇ ਜਾ ਕੇ ਦੇਖੋ ਕਿ ਐਂਡ ਟਾਈਮ ਦੇ ਸਾਇੰਸ ਕੀ ਹੋਣਗੇ। ਇਹ ਜਿਹੜੀਆਂ ਚੀਜ਼ਾਂ ਦੀਆਂ ਆਪਾਂ ਗੱਲਾਂ ਕੀਤੀਆਂ ਆ ਕਿੱਥੇ ਲਿਖੀਆਂ ਆ। ਨਾਲੇ ਤਾਂ ਤੁਹਾਡਾ ਟਾਈਮ ਪਾਸ ਹੋਊਗਾ, ਨਾਲੇ ਤੁਹਾਨੂੰ ਕਨਫਰਮ ਹੋ ਜਾਊਗਾ ਵੀ ਸੱਚ ਆ ਕਿ ਝੂਠ ਆ। ਸੋ ਇਹ ਤਾਂ ਬਹੁਤ ਵਧੀਆ ਗੱਲ ਆ ਕਿ ਆਪਾਂ ਇਹਨਾਂ ਚੀਜ਼ਾਂ ਦੇ ਬਾਰੇ ਵਿੱਚ ਜਾਣਕਾਰੀ ਕਰੀਏ। ਪਰ ਮੇਰਾ ਮਤਲਬ ਤੁਹਾਨੂੰ ਡਰਾਉਣ ਦੇ ਲਈ ਬਿਲਕੁਲ ਨਹੀਂ ਆ, ਕਿਉਂਕਿ ਪਰਮੇਸ਼ਵਰ ਨੇ ਇਹ ਵੀ ਕਿਹਾ ਆ ਮੈਂ ਮੌਤ ਦੀ ਛਾਂ ਦੀ ਵਾਦੀ ਵਿੱਚ ਤੇਰੇ ਨਾਲ ਹੋਵਾਂਗਾ। ਯਸਾਇਆ ਦੀ ਕਿਤਾਬ ਦੇ ਵਿੱਚ ਲਿਖਿਆ ਕਿ ਮੈਂ ਮੌਤ ਦੀ ਛਾਂ ਦੀ ਵਾਦੀ ਦੇ ਵਿੱਚ ਤੇਰੇ ਨਾਲ ਹੋਵਾਂਗਾ। ਸੋ ਪ੍ਰਭੂ ਜੀ ਸਾਨੂੰ ਜਿਹੜਾ ਆ ਉਹ ਮੌਤ ਦੀ ਛਾਂ ਦੀ ਵਾਦੀ ਦੇ ਵਿੱਚ ਵੀ ਸਾਨੂੰ ਬਚਾਉਣ ਦੀ ਤਾਕਤ ਰੱਖਦੇ ਆ। ਸੋ ਆਪਾਂ ਗੱਲ ਕਰ ਰਹੇ ਸੀ ਕਿ ਭਿਆਨਕ ਚੀਜ਼ਾਂ ਜਿਹੜੀਆਂ ਆ ਉਹ ਹੋਣ ਵਾਲੀਆਂ ਆ। ਇਹਨਾਂ ਭਿਆਨਕ ਚੀਜ਼ਾਂ ਦੇ ਵਿੱਚ ਆਪਾਂ ਨੂੰ ਕੇਅਰਫੁਲ ਰਹਿਣ ਦੀ ਜ਼ਰੂਰਤ ਆ ਔਰ ਪਰਮੇਸ਼ਵਰ ਦੇ ਅੱਗੇ ਹੀ ਕਹਿਣ ਦੀ ਜ਼ਰੂਰਤ ਹੈ ਕਿ ਪ੍ਰਭੂ ਜੀ ਆਉਣ ਵਾਲੀਆਂ ਅਜ਼ਮਾਇਸ਼ਾਂ ਤੋਂ ਸਾਨੂੰ ਬਚਾਇਓ। ਔਰ ਜਿਹੜੀ ਪ੍ਰਭੂ ਜੀ ਦੀ ਪ੍ਰਾਰਥਨਾ ਹੈ, ਪ੍ਰਭੂ ਯਿਸੂ ਮਸੀਹ ਜੀ ਨੇ ਮੱਤੀ ਦੀ ਕਿਤਾਬ ਦੇ ਵਿੱਚ ਪ੍ਰਾਰਥਨਾ ਕਰਨੀ ਸਿਖਾਈ, ਉਹਦੇ ਵਿੱਚ ਵੀ ਲਿਖਿਆ ਆ ਹਮੇ ਅਜ਼ਮਾਇਸ਼ ਸੇ ਬਚਾ, ਹੈ ਨਾ।
ਸਾਨੂੰ ਪਰਤਾਵੇ ਤੋਂ ਬਚਾ ਪਿਤਾ ਪਰਮੇਸ਼ਵਰ, ਸਾਨੂੰ ਪਰਤਾਵੇ ਤੋਂ ਬਚਾ। ਇਹ ਪਰਤਾਵੇ, ਇਹ ਟੈਂਪਟੇਸ਼ਨਸ, ਇਹ ਆਉਣ ਵਾਲੇ ਸਮੇਂ ਦੀਆਂ ਜਿਹੜੀਆਂ ਚੀਜ਼ਾਂ ਆ, ਭਿਆਨਕ ਚੀਜ਼ਾਂ, ਇਹਦੇ ਲਈ ਤੁਸੀਂ ਪ੍ਰਾਰਥਨਾ ਕਰਨੀ ਆ ਕਿ ਪਿਤਾ ਪਰਮੇਸ਼ਵਰ ਜੀ ਸਾਨੂੰ ਇਹਨਾਂ ਦੇ ਵਿੱਚੋਂ ਬਚਾ ਕੇ ਰੱਖਿਓ, ਸਾਨੂੰ ਇਹਨਾਂ ਸਮੱਸਿਆਵਾਂ ਦੇ ਵਿੱਚ, ਆਉਣ ਵਾਲੀਆਂ ਚੀਜ਼ਾਂ ਦੇ ਵਿੱਚ ਸੰਭਾਲ ਕੇ ਰੱਖਿਓ। ਜਿਹੜੀ ਖੋਜੇਵਾਲ ਦੀ ਕਲੀਸਿਆ ਨਾ, ਉਹਨਾਂ ਨੂੰ ਚੇਤਾ ਹੋਣਾ ਆ, ਆਪਾਂ ਮੇਰੇ ਖਿਆਲ ਦਸੰਬਰ ਮਹੀਨੇ ਜਾਂ ਨਵੰਬਰ ਮਹੀਨੇ ਦੇ ਵਿੱਚ ਤੁਹਾਨੂੰ ਚੇਤਾ ਹੋਣਾ 7 ਮੀਟਿੰਗਸ ਦੀਆਂ ਐਂਡਲੀਆਂ ਪ੍ਰਾਰਥਨਾਵਾਂ ਜਿਹੜੀਆਂ ਹੈ ਨਾ, ਉਹ ਪਾਸਟਰ ਹਰਪ੍ਰੀਤ ਮਾਈਕ ਮੈਨੂੰ ਦਿੰਦੇ ਸੀ ਕਿ ਪਾਸਟਰ ਗੁਸ਼ਨ ਜਿਹੜੀ ਆ ਉਹ ਐਂਡ ਵਾਲੀ ਪ੍ਰਾਰਥਨਾ ਕਰੂਗੀ। ਔਰ ਆਪਾਂ 7 ਮੇਰੇ ਖਿਆਲ 7 ਪ੍ਰੇਅਰਸ ਆਪਾਂ ਕੀਤੀਆਂ ਸੀਗੀਆਂ ਕਿ ਹੇ ਪਿਤਾ ਪਰਮੇਸ਼ਵਰ ਆਉਣ ਵਾਲੀ ਬਿਪਤਾ ਤੋਂ ਸਾਨੂੰ ਬਚਾ ਕੇ ਰੱਖੋ, ਸਾਡੇ ਬੱਚਿਆਂ ਨੂੰ ਬਚਾ ਕੇ ਰੱਖੋ, ਔਰ ਸਾਨੂੰ ਨਰਕ ਦੀ ਅੱਗ ਤੋਂ ਬਚਾਇਓ, ਔਰ ਸਾਨੂੰ ਉਹ ਭਿਆਨਕ ਚੀਜ਼ਾਂ ਤੋਂ ਬਚਾਇਓ। ਉਸ ਵੇਲੇ ਬਹੁਤ ਆਤਮਾ ਦਾ ਬਹੁਤ ਇਹੀ ਚੀਜ਼ ਸੀਗਾ ਕਿ ਇਹੀ ਪ੍ਰਾਰਥਨਾ ਕੀਤੀ ਜਾਏ। ਉਸ ਵੇਲੇ ਤੁਹਾਨੂੰ ਚੇਤਾ ਹੋਏਗਾ ਕਿ ਆਪਾਂ ਬਲੈਸਿੰਗਸ ਦੀ ਪ੍ਰੇਅਰ ਜਿਹੜੀ ਆ ਉਹ ਨਹੀਂ, ਕਿੰਨੇ ਹਫ਼ਤੇ ਆਪਾਂ ਕੋਈ ਬਲੈਸਿੰਗ ਦੀ ਪ੍ਰੇਅਰ ਨਹੀਂ ਕੀਤੀ ਸੀ, ਪਰ ਆਪਾਂ ਇਹੀ ਪ੍ਰਾਰਥਨਾ ਕਰਦੇ ਸੀ ਕਿ ਹੇ ਪਿਤਾ ਪਰਮੇਸ਼ਵਰ ਸਾਨੂੰ ਜਿਹੜਾ ਆ ਉਹ ਇਹਨਾਂ ਭਿਆਨਕ ਚੀਜ਼ਾਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀਆਂ, ਸਾਨੂੰ ਉਹਨਾਂ ਤੋਂ ਸੇਵ ਕਰੋ। ਐਂਡ ਆਈ ਐਮ ਰੀਅਲੀ ਹੈਪੀ ਕਿ ਪਰਮੇਸ਼ਵਰ ਦੇ ਆਤਮਾ ਨੇ ਉਹ ਚੀਜ਼ਾਂ ਸਾਨੂੰ ਇਹ ਬਿਪਤਾ ਆਉਣ ਤੋਂ ਮਤਲਬ 2-3 ਮਹੀਨੇ ਪਹਿਲਾਂ ਹੀ ਪਵਿੱਤਰ ਆਤਮਾ ਨੇ ਸਾਡੇ ਕੋਲੋਂ ਬੇਨਤੀਆਂ ਕਰਵਾਈਆਂ, ਪਰਮੇਸ਼ਵਰ ਦੇ ਅੱਗੇ ਅਰਜ਼ੋਈਆਂ ਕਰਵਾਈਆਂ ਕਿ ਤੁਸੀਂ ਪ੍ਰਾਰਥਨਾ ਕਰੋ। ਉਸ ਵੇਲੇ ਮੈਨੂੰ ਭੋਰਾ ਵੀ ਨਹੀਂ ਪਤਾ ਸੀਗਾ ਕਿ ਇਹ ਕੀ ਹੋਣ ਵਾਲਾ ਜਾਂ ਕੀ ਹੋ ਰਿਹਾ, ਪਰ ਮੈਂ ਲਿਟਲ ਬਿਟ ਹੈਰਾਨ ਸੀ ਕਿ ਪ੍ਰਾਰਥਨਾ ਜਿਹੜੀ ਆ ਉਹ ਚੇਂਜ ਕਿਉਂ ਆ, ਬਿਲਕੁਲ ਚੇਂਜ ਆ। ਬਹੁਤ ਸਾਰੇ ਭੈਣ ਭਰਾਵਾਂ ਨੇ ਵੀ ਨੋਟਿਸ ਕੀਤਾ ਸੀ ਉਸ ਸਮੇਂ ਦੇ ਵਿੱਚ ਕਿ ਪ੍ਰਾਰਥਨਾ ਬਿਲਕੁਲ ਡਿਫਰੈਂਟ ਆ, ਜਿਹੜੀ ਆਪਾਂ ਨਾਰਮਲ ਪ੍ਰਾਰਥਨਾ ਕਰਦੇ ਉਹਦੇ ਨਾਲੋਂ ਬਿਲਕੁਲ ਡਿਫਰੈਂਟ ਯਾਰ। ਆਪਾਂ ਉਦੋਂ ਇਹੀ ਪ੍ਰਾਰਥਨਾ ਕਰਦੇ ਸੀ, ਪ੍ਰਭੂ ਸਾਡੀ ਕਲੀਸਿਆ ਦੇ ਵਿੱਚ ਵੀ, ਉਹਨਾਂ ਦੇ ਘਰਾਣਿਆਂ ਦੇ ਵਿੱਚ ਵੀ, ਇਹਨਾਂ ਦੀ ਕਿਸੇ ਵੀ ਫੈਮਿਲੀ ਮੈਂਬਰ ਦੇ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਆ ਕੋਈ ਵੀ ਜੇ ਕਮੀ ਆ ਤਾਂ ਪ੍ਰਭੂ ਤੁਸੀਂ ਆਪਣੇ ਆਤਮਾ ਦੇ ਨਾਲ ਦੂਰ ਕਰ ਲਿਓ, ਪਰ ਸਾਨੂੰ ਬਿਪਤਾ ਦੇ ਵਸ ਵਿੱਚ ਨਾ ਪਾਇਓ, ਕਿਉਂਕਿ ਸਾਤੋਂ ਸਹਾਰੀ ਨਹੀਂ ਜਾਣੀ। ਸਾਨੂੰ ਆਪਣੇ ਸਾਮਰਥ ਦੇ ਨਾਲ ਭਰਿਓ, ਔਰ ਸਾਨੂੰ ਉਹਨਾਂ ਚੀਜ਼ਾਂ ਦੇ ਵਿੱਚ ਪਰਮੇਸ਼ਵਰ ਤੁਸੀਂ ਅਕਲ ਬੁੱਧ ਦਿਓ, ਔਰ ਸਾਨੂੰ ਉਸ ਸੰਤਾਪ ਤੋਂ, ਉਸ ਚੀਜ਼ ਤੋਂ ਬਚਾਇਓ। ਔਰ ਉਹ ਚੀਜ਼ ਮੈਨੂੰ ਅੱਜ ਹੁਣ ਆਪਾਂ ਗੱਲਬਾਤ ਕਰਦੇ ਹਾਂ ਇਸ ਸਤਸੰਗ ਦੇ ਵਿੱਚ ਮੈਨੂੰ ਯਾਦ ਆਈ ਕਿ ਸੱਚਮੁੱਚ ਪਰਮੇਸ਼ਵਰ ਜਿੱਦਾਂ ਵਚਨ 'ਚ ਲਿਖਿਆ ਨਾ, ਉਹ ਆਪਣਾ ਵਚਨ ਭੇਜ ਕੇ ਸਾਨੂੰ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ ਆ। ਤਾਂ ਉਸ ਤਰੀਕੇ ਦੇ ਨਾਲ ਪਰਮੇਸ਼ਵਰ ਨੇ ਆਪਣੇ ਲੋਕਾਂ ਕੋਲੋਂ ਪਹਿਲਾਂ ਹੀ ਉਹ ਮਿੰਨਤਾਂ ਕਰਵਾ ਲਈਆਂ, ਪਹਿਲਾਂ ਹੀ ਪਰਮੇਸ਼ਵਰ ਨੇ ਉਹ ਸਾਰੀਆਂ ਚੀਜ਼ਾਂ ਕਰਵਾ ਲਈਆਂ ਕਿ ਤੁਸੀਂ ਪ੍ਰਾਰਥਨਾ ਕਰੋ ਪਰਮੇਸ਼ਵਰ ਦੇ ਅੱਗੇ, ਤੁਸੀਂ ਬੇਨਤੀਆਂ ਕਰੋ ਪਰਮੇਸ਼ਵਰ ਦੇ ਅੱਗੇ ਕਿ ਉਹ ਤੁਹਾਨੂੰ ਬਚਾ ਲਵੇ। ਅਸੀਂ ਸੱਚੀ ਬਹੁਤ ਧੰਨਵਾਦ ਕਰਦੇ ਹਾਂ ਪਰਮੇਸ਼ਵਰ ਦਾ ਕਿ ਪਿਤਾ ਪਰਮੇਸ਼ਵਰ ਜੀ ਤੁਸੀਂ ਸਾਨੂੰ ਉਹਨਾਂ ਚੀਜ਼ਾਂ ਦੇ ਵਿੱਚੋਂ ਆਪਣਾ ਵਚਨ ਭੇਜ ਕੇ ਜਿਹੜਾ ਆ ਉਹ ਬਚਾਇਆ। ਤੇ ਮੈਂ ਯਕੀਨ ਕਰਦੀ ਕਿ ਪ੍ਰਭੂ ਨੇ ਉਹ ਜਿਹੜੀ ਬਿਪਤਾ ਚੱਲ ਰਹੀ ਹੈ ਨਾ, ਪਰਮੇਸ਼ਵਰ ਨੇ ਇਹਦੇ ਤੋਂ ਹੀ ਆਪਾਂ ਨੂੰ ਬਚਾਇਆ, ਸਗੋਂ ਆਉਣ ਵਾਲੀਆਂ ਤੋਂ ਵੀ ਬਚਾਇਆ। ਇਸ ਲਈ ਹਾਲੇ ਤਾਂ ਮਤਲਬ ਇਹ ਤਾਂ ਇਦਾਂ ਕਹਿ ਲਓ ਕਿ ਹਾਲੇ ਫਿਲਮ ਦੀ ਨੰਬਰਿੰਗ ਹੀ ਸ਼ੁਰੂ ਹੋਈ ਆ ਤੇ ਸਾਰੀ ਫਿਲਮ ਇਹਦੇ ਪਿੱਛੇ ਜਿਹੜੀ ਆ ਉਹ ਬਾਕੀ ਪਈ ਆ, ਪਰ ਨੰਬਰਿੰਗ ਹੀ ਬੰਦੇ ਇੰਨੀ ਹੌਰਰ ਆ, ਇੰਨੀ ਡਰਾਉਣੀ ਲੱਗ ਰਹੀ ਆ ਕਿ ਫਿਲਮ ਕਿੱਦਾਂ ਦੀ ਹੋਊਗੀ। ਮਤਲਬ ਸਾਰਾ ਕੁਝ ਬੰਦ ਪਿਆ ਆ, ਸਭ ਕੁਛ, ਤਾਂ ਬਾਕੀ ਫਿਲਮ ਜੇ ਚੱਲ ਪਈ ਤਾਂ ਫਿਰ ਕਿੱਦਾਂ ਦਾ ਮਾਹੌਲ ਹੋਊਗਾ। ਇਸ ਲਈ ਪਰਮੇਸ਼ਵਰ ਅੱਗੇ ਅਰਦਾਸਾਂ ਬੇਨਤੀਆਂ ਕਰੋ ਕਿ ਹੇ ਪਿਤਾ ਪਰਮੇਸ਼ਵਰ ਜੀ ਸਭ ਕੁਝ ਚੰਗਾ ਤੇ ਚੰਗਾ ਹੋ ਜਾਵੇ। ਆਪਾਂ ਸਿਰਫ ਬੇਨਤੀਆਂ ਕਰ ਸਕਦੇ, ਕਿਉਂਕਿ ਜਿਹੜੀਆਂ ਚੀਜ਼ਾਂ ਬਾਈਬਲ ਦੇ ਵਿੱਚ ਠਹਿਰਾਈਆਂ ਆ ਨਾ ਉਹ ਤਾਂ ਹੋਣੀਆਂ ਹੀ ਆ, ਉਹ ਹਰ ਹਾਲ ਵਿੱਚ ਹੋਣੀਆਂ। ਇਹ ਤੇ ਆਪਾਂ ਕਹਿ ਨਹੀਂ ਸਕਦੇ ਹੇ ਪਿਤਾ ਪਰਮੇਸ਼ਵਰ ਅਸੀਂ ਬੇਨਤੀ ਕਰਦੇ ਹਾਂ 100 ਜਿਹੜੇ ਮਣ ਦੇ 9 ਮਣ ਦੇ ਗੜੇ ਡਿੱਗਣੇ ਆ ਉਹ ਨਾ ਡਿੱਗਣ, ਹੇ ਪ੍ਰਭੂ ਉਹ ਜਿਹੜੇ ਠੂਏ ਆਉਣੇ ਉਹ ਨਾ ਆਉਣ, ਹੇ ਪ੍ਰਭੂ ਝੂਠੇ ਨਬੀ ਨਾ ਉੱਠਣ। ਮਤਲਬ ਅਗਰ ਅਸੀਂ ਇਹ ਪ੍ਰਾਰਥਨਾ ਕਰਾਂਗੇ ਤੇ ਅਸੀਂ ਤਾਂ ਕੁਦਰਤ ਦੀ ਖਿਲਾਫਤ ਦੇ ਵਿੱਚ ਮੂੰਹ ਖੋਲਦੇ ਹਾਂ, ਅਸੀਂ ਕੁਦਰਤ ਦੀ ਖਿਲਾਫਤ ਦੇ ਵਿੱਚ ਨਹੀਂ ਬੋਲ ਸਕਦੇ, ਕਿਉਂਕਿ ਅਗਰ ਵਚਨ ਦੇ ਵਿੱਚ ਲਿਖਿਆ ਕਿ ਇਹ ਕੰਮ ਹੋਣੇ ਆ, ਇਹਨਾਂ ਕੰਮਾਂ ਨੇ ਫਿਰ ਹੋਣਾ ਹੀ ਹੋਣਾ ਹੈ। ਅਸੀਂ ਇਹ ਕਹਿ ਸਕਦੇ ਹਾਂ ਕਿ ਹੇ ਪਿਤਾ ਪਰਮੇਸ਼ਵਰ ਜੀ ਉਹਨਾਂ ਭਿਆਨਕ ਸਮਿਆਂ ਦੇ ਵਿੱਚ ਜਦੋਂ ਤੁਸੀਂ ਉਹ ਚੀਜ਼ਾਂ ਜਿਹੜੀਆਂ ਤੁਸੀਂ ਠਹਿਰਾਈਆਂ ਆ, ਜਦੋਂ ਤੁਸੀਂ ਉਹਨਾਂ ਨੂੰ ਪੂਰੀਆਂ ਕਰੋ ਤਾਂ ਸਾਨੂੰ ਆਪਣੇ ਤਰਸ ਦੇ ਵਿੱਚ ਰੱਖਿਓ, ਸਾਨੂੰ ਆਪਣੇ ਦਇਆ ਦੇ ਪਾਤਰ ਬਣਾਇਓ, ਸਾਨੂੰ ਉਹਨਾਂ ਮੁਸ਼ਕਿਲਾਂ ਦੇ ਵਿੱਚੋਂ ਸਾਨੂੰ ਆਜ਼ਾਦੀ ਬਖਸ਼ਿਓ, ਔਰ ਪ੍ਰਭੂ ਸਾਡੇ ਉੱਤੇ ਕਿਰਪਾ ਕਰਿਓ ਕਿ ਅਸੀਂ ਜਿਹੜੇ ਆ ਉਹਨਾਂ ਚੀਜ਼ਾਂ ਤੋਂ ਬਚਾਏ ਜਾਈਏ। ਆਪਾਂ ਇਦਾਂ ਪ੍ਰਾਰਥਨਾ ਕਰ ਸਕਦੇ ਹਾਂ, ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਜਿਹੜੀ ਬਿਪਤਾ ਆਈ ਮੈਂ ਕਹਿੰਦਾ ਯਿਸੂ ਮਸੀਹ ਦੇ ਨਾਮ 'ਚ ਚਲੀ ਜਾਏ। ਹੂ ਯੂ ਆਰ, ਤੁਸੀਂ ਕੌਣ ਹੋ ਜਿਹੜੇ ਤੁਸੀਂ ਕਮਾਂਡ ਕਰੋ ਕਿ ਪਰਮੇਸ਼ਵਰ ਨੇ ਚੀਜ਼ ਭੇਜੀ ਹੋਈ ਯਾਰ ਤੁਸੀਂ ਕਹੋ ਕਿ ਨਿਕਲ ਜਾ। ਤੁਹਾਨੂੰ ਗੱਲ ਦੱਸਾਂ, ਜਿਹੜੀ ਬਿਪਤਾ ਪਰਮੇਸ਼ਵਰ ਨੇ ਭੇਜੀ ਭਾਵੇਂ ਚੀਕਾਂ ਮਾਰ ਕੇ ਕਹਿ ਦਿਓ ਯਿਸੂ ਮਸੀਹ ਦਾ ਨਾਮ ਲੈ ਕੇ, ਉਹਨੇ ਜਾਣਾ ਨਹੀਂ। ਕਿੰਨੇ ਜਣੇ ਜ਼ੋਰ ਲਾ ਹਟੇ ਕਰੋਨਾ ਵਾਇਰਸ ਦੇ ਲਈ ਕਿ ਜਾ ਨਿਕਲ ਜਾ, ਕੋਈ ਕਹਿੰਦਾ ਇੰਨੀ ਤਰੀਕ ਨੂੰ ਚੱਲ ਜਾਣਾ, ਕੋਈ ਕਹਿੰਦਾ ਇੰਨੇ ਦਿਨਾਂ ਨੂੰ ਚੱਲ ਜਾਣਾ। ਤਾਂ ਇਹ ਉਦੋਂ ਤੱਕ ਨਹੀਂ ਜਾਣਾ ਜਦੋਂ ਤੱਕ ਲੋਕੀ ਤੌਬਾ ਨਹੀਂ ਕਰ ਲੈਂਦੇ ਕਿ ਹੇ ਰੱਬਾ ਤੂੰ ਰੱਬ ਹੀ ਆ, ਇਹ ਉਦੋਂ ਤੱਕ ਨਹੀਂ ਜਾਣਾ।
क्योंकि परमेश्वर ने अपने भयानक ਕੰਮਾਂ ਦੇ ਨਾਲ ਜਿਹੜਾ ਹੈ ਉਹ ਪ੍ਰਗਟ ਕਰਨਾ ਆ कि मैं रब हाँ। और वचन दे विच लिखा हर गोडा नवाया जाऊगा, हर जुबान पुकारूगी। सो जे अद्धे जां जिन्ने भी जेड़े आ जिन्हां ने हुण ना मन्निया कि रब हैगा आ, तो उन्हें फिर एक होर काम करके उन्हें मना तां लैना ही है। ਉਹਦੇ ਰਾਹ ਬੜੇ ਨਿਆਰੇ ਆ कि उन्हें किद्दां मनाउणा है, तो आपां नूं फिकर करन दी जरूरत ही नहीं, कि उन्हें मना लैना है किसी ना किसी तरीके दे नाल। इस लई सानूं यही प्रार्थना करनियां चाहीदियां कि प्रभु जी जो तुसीं कर रहे हैं ये तुहाडी नज़र दे विच चंगा ही आ, तुसीं तां ही कर रहे हैं, पर पिता परमेश्वर जी सानू जरूर तुसीं बचा के रखियो। सानू अपने तुसीं अपने सानू जिहड़े तुहाडे चहेते लोग आ, जिहड़े तुहाडे तरस दे पात्र आ, जिहड़े तुहाडे दया दे योग लोग आ ना, सानू पिता परमेश्वर जी उन्हां दी गिणती दे विच साडा नाम आ जाए, बस असीं बचाए जाइए। और दुनिया दे भले लई प्रार्थना करी जाओ कि हे पिता परमेश्वर इन्हां दे दिल खुल जाण, यसू मसीह दे नाम च इन्हां दे दिल खुल जाण। हे पिता परमेश्वर इस सच्चाई नूं जाण लैण, सच्चाई इन्हां नूं आज़ाद करी। यही इस वेले दी प्रार्थना होनी चाहिदी आ साडी। इस वेले भुल जाओ प्रभु जी मैनूं वीज़ा दे दे, प्रभु जी मैनूं कार दे दे। कारां खलोतियां आ डीजल दे नाल, उन्हां दीयां गड्डी दीयां टैंकियां भरीआं आ, परमिशन है नहीं गेटों बाहर कड्ढण दी। सो ਜਿਹੜੇ ਜਿਨ੍ਹਾਂ ਨੂੰ ਬਾਈਕ ਚਾਹੀਦੇ ਸੀ ਬਾਈਕ ਖਲੋਤੇ ਆ, ਉਹ ਜਿਨ੍ਹਾਂ ਦੇ ਜਹਾਜ਼ ਸੀ ਹੁਣ ਤਾਂ ਜਹਾਜ਼ਾਂ ਵਾਲਿਆਂ ਦੇ ਜਹਾਜ਼ ਵੀ ਖਲੋਤੇ, ਭਾਵੇਂ ਹਵਾ 'ਚ ਹੀ ਉੱਡਣੇ ਉਹ ਵੀ ਨਹੀਂ ਉੱਡਣ ਡੇ। ਇਸ ਲਈ ਉਹ ਚੀਜ਼ਾਂ ਜਿਹੜੀਆਂ ਥੰਮੀਆਂ ਜਾਣੀਆਂ ਆ, ਠੀਕ ਆ, ਜਿਹੜੀਆਂ ਇੰਨੀਆਂ ਕੀਮਤੀ ਨਹੀਂ ਆ। ਸਾਨੂੰ ਲੱਗਦਾ ਕਿ ਜਹਾਜ਼ ਇਹ ਤਾਂ ਮਿਲੀਅਨ ਬਿਲੀਅਨ ਟ੍ਰਿਲੀਅਨਸ ਡਾਲਰਸ ਦਾ ਬਜਟ ਆ, ਮਤਲਬ ਅਰਬਾਂ ਦੀਆਂ ਗੱਲਾਂ ਆ, ਤਾਂ ਮਤਲਬ ਇਹ ਸਾਡੇ ਵੱਸ ਦੀ ਕਿੱਥੇ ਚੀਜ਼ ਹੈ, ਤਾਂ ਬਹੁਤ ਮਹਿੰਗੀ। ਇਹ ਪਰਮੇਸ਼ਵਰ ਤੋਂ ਮੰਗਦੇ, ਪਰਮੇਸ਼ਵਰ ਤਾਂ ਕਰ ਹੀ ਸਕਦਾ। ਹਾਂਜੀ ਪਰਮੇਸ਼ਵਰ ਲਈ ਕਿਹੜੀ ਔਖੀ ਗੱਲ ਆ। ਕੀ ਪਤਾ ਕੋਈ ਤੁਹਾਡਾ ਡੋਰ ਨੌਕ ਕਰਕੇ ਆਖੇ ਭਾਈ ਮੈਨੂੰ ਪਰਮੇਸ਼ਵਰ ਨੇ ਸੁਪਨੇ 'ਚ ਦਿਖਾਇਆ ਇਹਨੂੰ 10 ਜਹਾਜ਼ ਦੇ ਦੇ, ਤੇਰੇ ਕੋਲ 20 ਜਹਾਜ਼ ਆ ਇਹਨੂੰ ਦੇ ਦੇ। ਪਰਮੇਸ਼ਵਰ ਲਈ ਕੁਛ ਨਹੀਂ ਔਖਾ। ਸੁਣਨ ਨੂੰ ਤੁਹਾਨੂੰ ਫਨੀ ਗੱਲ ਲੱਗੀ ਹੋਣੀ ਕਿ ਇੱਦਾਂ ਕਿੱਦਾਂ 10 ਜਹਾਜ਼ ਕੋਈ ਆਣ ਕੇ ਦੇ ਜੂਗਾ। ਉਹ ਜਿਹੜਾ ਪਰਮੇਸ਼ਵਰ ਬਿਨਾਂ ਹਾਲੇ ਤੱਕ ਰੀਜ਼ਨ ਹੀ ਨਹੀਂ ਲੱਭਾ, ਕੋਈ ਕਹਿੰਦਾ ਇਹ ਚਾਈਨਾ ਦੀ ਲੈਬ 'ਚੋਂ ਨਿਕਲਿਆ, ਕੋਈ ਕਹਿੰਦਾ ਸੱਪ ਖਾਣ ਨਾਲ, ਕੋਈ ਕਹਿੰਦਾ ਚਾਮ ਚੜੇਕ ਖਾਣ ਦੇ ਨਾਲ ਨਿਕਲਿਆ। ਉਹ ਜਿਹੜੇ ਵਾਇਰਸ ਦਾ ਅੱਜ ਤੱਕ ਹਾਲੇ ਰੀਜ਼ਨ ਹੀ ਨਹੀਂ ਨਿਕਲਿਆ ਕਿ ਇਹ ਕਿੱਥੋਂ ਨਿਕਲਿਆ। ਵੱਡੇ ਵੱਡੇ ਵਿਗਿਆਨੀ ਜਿਹੜੇ ਆ ਉਹਨਾਂ ਦੇ ਧੌਲੇ ਆ ਗਏ ਆ ਚੀਜ਼ਾਂ ਲੱਭਦੇ ਆ, ਉਹਨਾਂ ਨੂੰ ਨਹੀਂ ਪਤਾ ਲੱਗਾ ਕਿੱਥੋਂ ਨਿਕਲਿਆ, ਤੇ ਤੁਸੀਂ ਪਤਾ ਲਾ ਕੇ ਕੀ ਕਰਨਾ ਕਿ ਤੁਹਾਨੂੰ ਜਹਾਜ਼ ਕੌਣ ਦੇਣ ਆਊਗਾ। ਸੋ ਪਰਮੇਸ਼ਵਰ ਜੀ ਕੁਛ ਵੀ ਕਰ ਸਕਦੇ ਆ, ਸਭ ਕੁਛ ਸੰਭਵ ਆ ਪਰਮੇਸ਼ਵਰ ਦੇ ਲਈ। ਇਸ ਕਰਕੇ ਬਾਲੀ ਮਗਜਮਾਰੀ ਨਾ ਕਰਿਆ ਕਰੋ। ਇਸ ਵੇਲੇ ਤਾਂ ਸਿਰਫ ਪਰਮੇਸ਼ਵਰ ਕੋਲੋਂ ਦਇਆ ਹੀ ਮੰਗੋ ਕਿ ਪ੍ਰਭੂ ਤੇਰੀ ਦਇਆ ਆ ਤਾਂ ਜੀਂਦੇ ਆ, ਪ੍ਰਭੂ ਤੇਰੀ ਦਇਆ ਆ ਤੇ ਖਾਂਦੇ ਆ, ਪ੍ਰਭੂ ਤੇਰੀ ਦਇਆ ਆ ਤੇ ਬਚੇ ਆ, ਕਿਉਂਕਿ ਤੇਰੀ ਦਇਆ ਨਾਲੋਂ ਮਹਿੰਗੀ ਚੀਜ਼ ਕੋਈ ਨਹੀਂ ਆ, ਤੇਰੀ ਦਇਆ ਨਾਲੋਂ ਵੱਡੀ ਚੀਜ਼ ਵੀ ਜਿਹੜੀ ਆ ਉਹ ਕੋਈ ਹੋਰ ਹੈ ਹੀ ਨਹੀਂ। ਹਰ ਫਿਲਿੱਪੀਆਂ ਦੀ ਕਿਤਾਬ ਦਾ 4 ਨੰਬਰ ਅਧਿਆਇ ਉਹਦੀ 13 ਨੰਬਰ ਪੰਕਤੀ ਦੇ ਵਿੱਚ ਲਿਖਿਆ, ਉਹਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸਭ ਕੁਝ ਕਰ ਸਕਦਾ ਹਾਂ। ਸੋ ਬਹੁਤ ਹੀ ਜਿਹੜੀ ਆ ਇਹ ਇੱਕ ਤਸੱਲੀ ਵਾਲੀ ਚੀਜ਼ ਆ, ਤਸੱਲੀ ਵਾਲੀ ਵਰਡਸ ਆ, ਪਰ ਸਮਝਣ ਦੀ ਜ਼ਰੂਰਤ ਆ। ਕਹਿੰਦਾ ਉਹਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸਭ ਕੁਝ ਕਰ ਸਕਦਾ ਹਾਂ। ਜਿਹੜਾ ਪਰਮੇਸ਼ਵਰ ਸਾਨੂੰ ਬਲ ਦਿੰਦਾ ਆ ਉਹਦੇ ਵਿੱਚ ਮੈਂ ਸਭ ਕੁਝ ਕਰ ਸਕਦਾ, ਪਰ ਸਾਨੂੰ ਇੱਕ ਇੱਕ ਸ਼ਬਦ ਵਿਚਾਰਨ ਦੀ ਜ਼ਰੂਰਤ ਹੈ। ਕਹਿੰਦਾ ਉਹਦੇ ਵਿੱਚ, ਮਤਲਬ ਜੇ ਅਸੀਂ ਉਹਦੇ ਵਿੱਚ ਹੋਵਾਂਗੇ, ਉਹਦੇ ਵਿੱਚ ਅਸੀਂ ਕਿੱਦਾਂ ਹੋਵਾਂਗੇ? ਉਹਦੇ ਵਚਨ ਨੂੰ ਸੁਣ ਕੇ, ਉਹਦੀ ਮਹਿਮਾ ਨੂੰ ਸੁਣ ਕੇ, ਉਹਦੇ ਹੁਕਮਾਂ ਦੇ ਅਨੁਸਾਰ ਚੱਲ ਕੇ, ਉਹਦੀ ਰਜ਼ਾ ਵਿੱਚ ਰਹਿ ਕੇ, ਫਿਰ ਅਸੀਂ ਉਹਦੇ ਵਿੱਚ ਆ। ਤੇ ਜੇ ਬਾਈਬਲ ਕੁਛ ਕਹਿ ਰਿਹਾ ਆ ਅਸੀਂ ਕੁਛ ਕਰ ਰਹੇ ਆ, ਫਿਰ ਅਸੀਂ ਕਹੀਏ ਜੀ ਮੈਂ ਤਾਂ ਸਭ ਕੁਛ ਕਰ ਸਕਦਾ ਆ, ਮੈਂ ਤਾਂ ਬਪਤਿਸਮਾ ਲਿਆ ਆ। ਭਾਈ ਤੁਸੀਂ ਬਪਤਿਸਮਾ ਲੈ ਕੇ ਭਾਵੇਂ ਆਪਣੇ ਨਾਮ ਦੇ ਪਿੱਛੇ ਮਸੀਹ ਵੀ ਲਾਇਆ ਹੋਵੇ, ਕੁਛ ਨਹੀਂ ਹੋਣਾ। ਸੋ ਅਸੀਂ ਉਹਦੇ ਵਿੱਚ ਹੋਣੇ ਚਾਹੀਦੇ ਹਾਂ, ਭਾਵ ਅਸੀਂ ਪਰਮੇਸ਼ਵਰ ਦੀ ਮਰਜ਼ੀ ਦੇ ਵਿੱਚ ਹੋਣੇ ਚਾਹੀਦੇ, ਅਸੀਂ ਪਰਮੇਸ਼ਵਰ ਦੇ ਹੁਕਮ ਦੇ ਵਿੱਚ ਹੋਣੇ ਚਾਹੀਦੇ ਹਾਂ, ਅਸੀਂ ਪਰਮੇਸ਼ਵਰ ਦੀ ਰਜ਼ਾ ਦੇ ਵਿੱਚ ਹੋਣੇ ਚਾਹੀਦੇ ਹਾਂ, ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਹੋਣੇ ਚਾਹੀਦੇ ਆ। ਤਾਂ ਲਿਖਿਆ ਆ ਉਹਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ, ਜੋ ਮੈਨੂੰ ਬਲ ਦਿੰਦਾ ਹੈ ਮੈਂ ਸਭ ਕੁਝ ਕਰ ਸਕਦਾ ਹਾਂ। ਮੈਂ ਕਰੋਨਾ ਵਾਇਰਸ ਦੇ ਨਾਲ ਫਾਈਟ ਕਰ ਸਕਦਾ ਹਾਂ, ਮੈਂ ਹਰ ਭੁੱਖ ਦੇ ਨਾਲ ਫਾਈਟ ਕਰ ਸਕਦਾ ਹਾਂ, ਮੈਂ ਵੈਰੀ ਦੇ ਨਾਲ ਫਾਈਟ ਕਰ ਸਕਦਾ ਹਾਂ, ਮੈਂ ਸ਼ੈਤਾਨ ਨੂੰ ਹਰਾ ਸਕਦਾ ਹਾਂ, ਮੈਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਇੱਕ ਅੱਛਾ ਪ੍ਰਚਾਰਕ ਬਣ ਸਕਦਾ ਹਾਂ, ਮੈਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਜਿਹੜਾ ਆ ਉਹ ਪਰਮੇਸ਼ਵਰ ਦੀ ਮਹਿਮਾ ਨੂੰ ਇਸ ਦੁਨੀਆ ਦੇ ਅੱਗੇ ਪ੍ਰਗਟ ਕਰ ਸਕਦਾ ਹਾਂ। ਸੋ ਆਈ ਕੈਨ ਡੂ ਹੋਲ ਥਿੰਗਸ ਥਰੂ ਕ੍ਰਾਈਸਟ ਹੂ ਸਟਰੈਂਥਨਸ ਮੀ। ਮੈਂ ਯਿਸੂ ਮਸੀਹ ਦੇ ਵਸੀਲੇ ਸਭ ਕੁਝ ਕਰ ਸਕਦਾ ਹਾਂ ਜਿਹੜਾ ਮੈਨੂੰ ਤਾਕਤ ਅਤੇ ਜ਼ੋਰ ਬਖਸ਼ਦਾ ਹੈ। ਇਸ ਲਈ ਸਾਨੂੰ ਜ਼ਰੂਰਤ ਹੈ ਅਸੀਂ ਉਹਦੇ ਵਿੱਚ ਬਣੇ ਰਹੀਏ, ਸਾਨੂੰ ਉਹਦੇ ਵਿੱਚ ਬਣੇ ਰਹਿਣ ਦੀ
ਜ਼ਰੂਰਤ ਹੈ। ਪਰ ਕੁਛ ਲੋਕੀ ਕਹਿੰਦੇ ਜੀ ਮੈਂ ਸਭ ਕੁਛ ਕਰ ਸਕਦਾ, ਉਹ ਇਹ ਤਾਂ ਕਹਿੰਦੇ ਨਹੀਂ ਕਿ ਮੈਂ ਯਿਸੂ ਮਸੀਹ ਦੇ ਵਿੱਚ ਰਹਿ ਕੇ ਸਭ ਕੁਛ ਕਰ ਸਕਦਾ। ਮੈਂ ਸਭ ਕੁਛ ਕਰ ਸਕਦਾ, ਮੇਰੇ ਕੋਲ ਬਹੁਤ ਪੈਸਾ ਹੈ, ਮੇਰੇ ਕੋਲ ਬੰਦੇ ਬਹੁਤ ਆ, ਮੇਰੇ ਕੋਲ ਜਿਹੜੀ ਪੋਲੀਟੀਕਲ ਪਾਵਰ ਬਹੁਤ ਆ, ਮੇਰੇ ਕੋਲ ਮੈਨ ਪਾਵਰ ਬਹੁਤ ਆ, ਮੇਰੇ ਕੋਲ ਮਨੀ ਪਾਵਰ ਬਹੁਤ ਆ। ਜੇ ਤੁਹਾਡੇ ਕੋਲ ਮੇਰੇ ਪਰਮੇਸ਼ਵਰ ਦੀ ਤਾਕਤ ਹੈ ਨਹੀਂ ਤੇ ਤੁਹਾਡੀਆਂ ਸਾਰੀਆਂ ਚੀਜ਼ਾਂ ਨਿਕੰਮੀਆਂ ਆ, ਸਾਰੀਆਂ ਥੋਥੀਆਂ ਆ। ਇਸ ਲਈ ਮੇਰੇ ਪਰਮੇਸ਼ਵਰ ਦੀ ਤਾਕਤ ਮੰਗੋ। ਮੇਰਾ ਪਰਮੇਸ਼ਵਰ ਕੌਣ ਹੈ? ਜਿਨਨੇ ਜ਼ਮੀਨ ਅਤੇ ਅਸਮਾਨ ਨੂੰ ਬਣਾਇਆ, ਜਿਨਨੇ ਤੁਹਾਨੂੰ ਤੇ ਮੈਨੂੰ ਸਿਰਜਿਆ, ਜਿਨਨੇ ਇਸ ਧਰਤੀ ਦੀ, ਇਸ ਕਾਇਨਾਤ ਦੀ ਰਚਨਾ ਕੀਤੀ। ਉਹ ਪਰਮੇਸ਼ਵਰ ਜਿਹਦੇ ਆਖੇ ਲੱਗ ਕੇ ਤਾਰੇ ਅਸਮਾਨ ਦੇ ਵਿੱਚ ਟਿਕੇ ਹੋਏ ਆ, ਬਿਨਾਂ ਕਿਸੇ ਪਿਲਰ ਦੇ, ਬਿਨਾਂ ਕਿਸੇ ਥੰਮ ਦੇ, ਜਿਹਦੇ ਆਖੇ ਲੱਗ ਕੇ ਸਮੁੰਦਰ ਦੇ ਦੁਆਲੇ ਕੋਈ ਜਿਹੜੀ ਆ ਉਹ ਵਾੜ ਨਹੀਂ ਕੀਤੀ ਗਈ, ਸਮੁੰਦਰ ਦੇ ਦੁਆਲੇ ਕੋਈ ਕੰਧ ਨਹੀਂ ਕੀਤੀ ਗਈ, ਫਿਰ ਵੀ ਪਾਣੀ ਟਿਕਿਆ ਆ। ਪਰ ਜਦੋਂ ਉਹ ਕਹਿੰਦਾ ਆ ਬਾਹਰ ਆ ਤਾਂ ਉਹ ਫਿਰ ਬਾਹਰ ਆ ਜਾਂਦਾ। ਤੇ ਇਹੋ ਜਿਹਾ ਬਾਹਰ ਆਉਂਦਾ ਕਿ ਬਿਲਡਿੰਗਸ ਜਿਹੜੀਆਂ ਆ ਨਾ ਉਹ ਜੜ ਤੋਂ ਨਿਕਲ ਜਾਂਦੀਆਂ ਤੇ ਜਿੱਦਾਂ ਮੱਛੀਆਂ ਪਾਣੀ 'ਚ ਤੈਰਦੀਆਂ ਨਾ, ਇੱਦਾਂ ਤੈਰਦੀਆਂ ਫਿਰਦੀਆਂ। ਸੋ ਮੇਰਾ ਉਹ ਪਰਮੇਸ਼ਵਰ ਆ, ਮੇਰਾ ਪਰਮੇਸ਼ਵਰ ਅਕਾਲ ਪੁਰਖ ਪਰਮੇਸ਼ਵਰ, ਮੇਰਾ ਪਰਮੇਸ਼ਵਰ ਸਰਵ ਸ਼ਕਤੀਮਾਨ ਪਰਮੇਸ਼ਵਰ, ਮੇਰਾ ਪਰਮੇਸ਼ਵਰ ਸੈਨਾਵਾਂ ਦਾ ਯਹੋਵਾ ਪਰਮੇਸ਼ਵਰ, ਮੇਰਾ ਪਰਮੇਸ਼ਵਰ ਬੁੱਧ ਦਾ ਪਰਮੇਸ਼ਵਰ, ਮੇਰਾ ਪਰਮੇਸ਼ਵਰ ਸਾਮਰਥ ਦਾ ਪਰਮੇਸ਼ਵਰ, ਮੇਰਾ ਪਰਮੇਸ਼ਵਰ ਭਲਾ ਪਰਮੇਸ਼ਵਰ, ਮੇਰਾ ਪਰਮੇਸ਼ਵਰ ਮਹਾਕ੍ਰੋਧੀ ਪਰਮੇਸ਼ਵਰ। ਸੋ ਅਸੀਂ ਉਸ ਪਰਮੇਸ਼ਵਰ ਦੀ ਮਹਿਮਾ ਨੂੰ ਆਪਣੇ ਜੀਵਨ ਦੇ ਵਿੱਚ ਲੈਣਾ ਹੈ, ਅਸੀਂ ਉਸ ਪਰਮੇਸ਼ਵਰ ਦੇ ਅੱਗੇ ਗੋਡੇ ਟੇਕਣੇ ਆ। ਅਰ ਯਿਸੂ ਮਸੀਹ ਜੀ ਨੂੰ ਉਹਨੇ ਸਾਡੇ ਲਈ ਇੱਕ ਰਸਤਾ ਬਣਾਇਆ। ਯਿਸੂ ਮਸੀਹ ਜੀ ਨੇ ਕਿਹਾ ਰਾਹ, ਸੱਚਾਈ ਤੇ ਜੀਵਨ ਮੈਂ ਹਰ ਵਚਨ ਦੇ ਵਿੱਚ ਲਿਖਿਆ ਕਿ ਜਿਹੜਾ ਯਿਸੂ ਮਸੀਹ ਨੂੰ ਕਬੂਲ ਨਹੀਂ ਕਰਦਾ ਉਹ ਸਿੱਧਾ ਜਿਹੜਾ ਹੈ ਉਹ ਪਰਮੇਸ਼ਵਰ ਤੱਕ ਜਿਹੜਾ ਹੈ ਉਹ ਨਹੀਂ ਪਹੁੰਚ ਸਕਦਾ। ਬਾਈਬਲ ਦੇ ਅਕੋਰਡਿੰਗ ਮੈਂ ਗੱਲ ਕਰਦੀ ਹਾਂ। ਸੋ ਅਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਰਾਹੀਂ ਪਰਮੇਸ਼ਵਰ ਦੀ ਸਾਮਰਥ ਨੂੰ ਜਾਣਿਆ, ਪ੍ਰਭੂ ਯਿਸੂ ਮਸੀਹ ਜੀ ਦੇ ਰਾਹੀਂ ਅਸੀਂ ਸੱਚ ਨੂੰ ਜਾਣਿਆ ਔਰ ਸੱਚਾਈ ਨੇ ਸਾਨੂੰ ਆਜ਼ਾਦ ਕੀਤਾ। ਇਸੇ ਲਈ ਜਦੋਂ ਅਸੀਂ ਪ੍ਰਾਰਥਨਾਵਾਂ ਕਰਦੇ ਅਸੀਂ ਕਹਿੰਦੇ ਯਿਸੂ ਮਸੀਹ ਜੀ ਦੇ ਨਾਮ 'ਚ ਮੰਗਦੇ ਹਾਂ, ਕਿਉਂਕਿ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਜੋ ਕੁਝ ਤੁਸੀਂ ਪਿਤਾ ਕੋਲੋਂ ਮੇਰਾ ਨਾਮ ਲੈ ਕੇ ਮੰਗੋਗੇ ਸੋ ਹੀ ਤੁਹਾਡੇ ਲਈ ਹੋ ਜਾਏਗਾ। ਇਸ ਲਈ ਸਾਨੂੰ ਪ੍ਰਭੂ ਯਿਸੂ ਮਸੀਹ ਜੀ ਦਾ ਨਾਮ ਲੈ ਕੇ ਪਿਤਾ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਉਣਾ ਹੈ, ਪਿਤਾ ਪਰਮੇਸ਼ਵਰ ਜੀ ਦੇ ਕੋਲੋਂ ਮੰਗਣਾ ਹੈ। ਮੰਗਣਾ ਅਸੀਂ ਕਿਹਦੇ ਕੋਲੋਂ? ਪ੍ਰਭੂ ਯਿਸੂ ਮਸੀਹ ਜੀ ਦੇ ਕੋਲੋਂ ਨਹੀਂ। ਬਹੁਤ ਸਾਰੇ ਲੋਕ ਕਹਿੰਦੇ ਪ੍ਰਭੂ ਯਿਸੂ ਮੈਨੂੰ ਇਹ ਦੇ, ਪ੍ਰਭੂ ਯਿਸੂ ਮੈਨੂੰ ਉਹ ਦੇ। ਪ੍ਰਭੂ ਯਿਸੂ ਮਸੀਹ ਸਭ ਕੁਛ ਕਰਦੇ ਆ, ਕਰ ਸਕਦੇ ਆ, ਪਰ ਜਿਹੜੀਆਂ ਆ ਨਾ ਹਰੇਕ ਚੀਜ਼ ਦੇ ਉੱਤੇ ਟਰਮ ਐਂਡ ਕੰਡੀਸ਼ਨਸ ਅਪਲਾਈਡ ਆ, ਨੇਮ ਤੇ ਸ਼ਰਤਾਂ ਜਿਹੜੀਆਂ ਆ ਉਹ ਲਾਗੂ ਆ। ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਪਿਤਾ ਕੋਲੋਂ ਮੰਗੋ, ਮੇਰਾ ਨਾਮ ਲੈ ਕੇ ਪਿਤਾ ਕੋਲੋਂ ਮੰਗੋ। ਅਗਰ ਸਾਨੂੰ ਇਹ ਕਿਹਾ ਗਿਆ ਨਾ ਮੇਰਾ ਨਾਮ ਲੈ ਕੇ ਪਿਤਾ ਕੋਲੋਂ ਮੰਗੋ ਤਾਂ ਮਤਲਬ ਪਿਤਾ ਕੋਲੋਂ ਹੀ ਮਿਲਣਾ ਹੈ। ਇਸ ਲਈ ਪਰਮੇਸ਼ਵਰ ਦੇ ਕੋਲੋਂ ਮੰਗੋ। हे ਅਕਾਲ ਪੁਰਖ ਪਰਮੇਸ਼ਵਰ ਜੀ, हे ਸੱਚੇ ਪਾਤਸ਼ਾਹ ਜੀ, हे ਸੈਨਾਵਾਂ ਦੇ ਯਹੋਵਾ ਪਰਮੇਸ਼ਵਰ, हे ਸਰਵ ਸ਼ਕਤੀਮਾਨ ਪਰਮੇਸ਼ਵਰ, हे ਪਰਮੇਸ਼ਵਰ ਜਿਹੜਾ ਤੂੰ ਇਕੱਲਾ ਹੀ ਪਰਮੇਸ਼ਵਰ ਆ, ਮੈਂ ਤੇਰੇ ਕੋਲੋਂ ਮੰਗਦਾ ਯਾਰ, ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਮੰਗਦਾ ਯਾਰ। ਮੈਂ ਯਕੀਨ ਕਰਦਾ ਕਿ ਤੂੰ ਆਪਣੇ ਪੁੱਤਰ ਯਿਸੂ ਮਸੀਹ ਦੇ ਨਾਮ ਦਾ ਕਰਕੇ ਤੂੰ ਮੇਰੀ ਜ਼ਰੂਰਤ ਨੂੰ ਪੂਰੀਆਂ ਕਰੇਂਗਾ। ਤੂੰ ਮੈਨੂੰ ਜੋ ਮੇਰੀ ਜੀਵਨ 'ਚ ਆਤਮਿਕ ਚੀਜ਼ਾਂ ਦੀ ਜ਼ਰੂਰਤ ਆ, ਹੇ ਪਿਤਾ ਪਰਮੇਸ਼ਵਰ ਜੀ ਤੁਸੀਂ ਉਹਨੂੰ ਜ਼ਰੂਰ ਜਿਹੜਾ ਆ ਪੂਰੀਆਂ ਕਰੋਗੇ। ਇਸ ਲਈ ਮੇਰੇ ਭੈਣੋ ਭਰਾਵੋ, ਅਗਰ ਆਕਾਸ਼ ਦੀਆਂ ਸ਼ਕਤੀਆਂ ਹਿੱਲ ਗਈਆਂ ਤਾਂ ਸੋਚ ਕੇ ਦੇਖਿਓ ਕੀ ਹੋਣਾ ਹੈ। ਇਸ ਲਈ ਪਰਮੇਸ਼ਵਰ ਕੋਲੋਂ ਮੰਗੋ ਕਿ ਪ੍ਰਭੂ ਸਾਨੂੰ ਵਿਜ਼ਡਮ ਦਿਓ, ਸਾਨੂੰ ਦਰਸ਼ਨ ਦਿਓ। ਪਿਤਾ ਪਰਮੇਸ਼ਵਰ ਆਪਣੇ ਆਤਮਾ ਨੂੰ ਵਹਾ ਦਿਓ, ਤੁਹਾਡਾ ਰੂਹ ਸਾਡੇ ਨਾਲ ਪਿਤਾ ਪਰਮੇਸ਼ਵਰ ਜੀ ਗੱਲਾਂ ਕਰੇ ਔਰ ਪ੍ਰਭੂ ਸਾਨੂੰ ਸਿਖਾਵੇ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਕੀ ਹੋਣ ਵਾਲਾ ਆ। ਆਉਣ ਵਾਲੇ ਸਮੇਂ 'ਚ ਅਸੀਂ ਖੁਦ ਨੂੰ ਜਿਹੜਾ ਹੈ ਉਹ ਕਿੱਦਾਂ ਬਚਾ ਸਕਦੇ, ਕਿੱਦਾਂ ਪ੍ਰਭੂ ਅਸੀਂ ਤੁਹਾਡੀ ਟੇਕ ਕਿੱਦਾਂ ਲੈ ਸਕਦੇ ਹਾਂ, ਕਿੱਦਾਂ ਅਸੀਂ ਤੁਹਾਡੀ ਸ਼ਰਨ 'ਚ ਬਣੇ ਰਹਿ ਸਕਦੇ ਹਾਂ। ਤਾਂ ਪਰਮੇਸ਼ਵਰ ਦੀ ਕਿਰਪਾ ਤੁਹਾਡੇ ਨਾਲ ਹੋਵੇ। ਆਓ ਆਪਾਂ ਅਖੀਰਲੀ ਪ੍ਰਾਰਥਨਾ ਕਰੀਏ ਔਰ ਫਿਰ ਇਸ ਪ੍ਰੋਗਰਾਮ ਨੂੰ ਆਪਾਂ ਸਮਾਪਤ ਕਰੀਏ। हे ਸਰਵ ਸ਼ਕਤੀਮਾਨ ਪਿਤਾ ਪਰਮੇਸ਼ਵਰ ਜੀ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ। ਪ੍ਰਭੂ ਤੁਸੀਂ ਜ਼ਿੰਦਾ ਜ਼ਲਾਲੀ ਅਸਮਾਨੀ ਪਰਮੇਸ਼ਵਰ ਹੋ ਮੇਰੇ ਪ੍ਰਭੂ ਜੀ, ਸਭ ਕੁਛ ਕਰਨ ਦੀ ਤਾਕਤ ਤੁਸੀਂ ਰੱਖਦੇ ਆ। ਸਾਰੀਆਂ ਚੀਜ਼ਾਂ ਤੁਹਾਡੇ ਹੱਥ ਵਾਸਤੇ ਆ ਮੇਰੇ ਪਿਤਾ ਪਰਮੇਸ਼ਵਰ ਜੀ, ਤੁਹਾਡੇ ਤੋਂ ਬਾਹਰ ਤਾਂ ਕੁਛ ਵੀ ਨਹੀਂ ਆ ਮੇਰੇ ਪਿਤਾ ਪਰਮੇਸ਼ਵਰ ਜੀ। ਔਰ ਪ੍ਰਭੂ ਵਚਨ ਦੇ ਵਿੱਚ ਲਿਖਿਆ ਆ ਕਿ ਮੈਂ ਸਭ ਕੁਛ ਕਰ ਸਕਦਾ ਆ ਜਦੋਂ ਮੈਂ ਉਹਦੇ ਵਿੱਚ ਰਹਿਣਾ ਆ, ਉਹਦੇ ਵਸੀਲੇ ਕਰ ਸਕਦਾ ਆ। ਤੇਰੇ ਵਸੀਲੇ ਤੋਂ ਬਿਨਾਂ ਪ੍ਰਭੂ ਜੀ ਅਸੀਂ ਕੁਛ ਨਹੀਂ ਕਰ ਸਕਦੇ। ਤੁਹਾਡੇ ਵਸੀਲੇ ਤੋਂ ਬਿਨਾਂ ਅਸੀਂ ਤਾਂ ਇੱਕ ਸਾਹ ਜਿਹੜਾ ਆ ਉਹ ਨਹੀਂ ਆਪਣੀ ਸਾਮਰਥ ਦੇ ਨਾਲ ਲੈ ਸਕਦੇ, ਤਾਂ ਪ੍ਰਭੂ ਅਸੀਂ ਹੋਰ ਕੰਮ ਕੀ ਕਰਨੇ। ਸਾਰੇ ਕੰਮ ਪ੍ਰਭੂ ਅਸੀਂ ਤੁਹਾਡੇ ਹੀ ਵਸੀਲੇ ਕਰ ਸਕਦੇ ਹਾਂ, ਤੁਹਾਡੇ ਦਿੱਤੇ ਜ਼ੋਰ ਨਾਲ ਕਰ ਸਕਦੇ ਹਾਂ। ਔਰ ਪ੍ਰਭੂ ਜੇ ਤੁਸੀਂ ਸਾਡੇ ਵਾਲਿਆਂ ਤੇ ਸਾਡਾ ਜਿਹੜਾ ਵਿਰੋਧੀ ਕੌਣ ਹੋ ਸਕਦਾ? ਸਾਡਾ ਕੋਈ ਵਿਰੋਧੀ ਨਹੀਂ ਹੋ ਸਕਦਾ, ਕਿਉਂਕਿ ਪ੍ਰਭੂ ਤੁਸੀਂ ਆਪਣੇ ਪੱਖ ਨੂੰ ਇਸ ਸਮੇਂ ਦੇ ਵਿੱਚ ਸਾਡੇ ਉੱਤੇ ਪ੍ਰਗਟ ਕੀਤਾ, ਤਾਂ ਹੀ ਤੁਸੀਂ ਅੱਜ ਤੱਕ ਸਾਨੂੰ ਜਿਉਂਦਿਆਂ ਰੱਖਿਆ ਮੇਰੇ ਪਿਤਾ ਪਰਮੇਸ਼ਵਰ। ਤੁਹਾਡੀ ਕਿਰਪਾ ਆ,
ਇਹ ਤੁਹਾਡੀ ਦਇਆ ਆ, ਇਹ ਤੁਹਾਡੀ ਸਾਮਰਥ ਹੈ ਪ੍ਰਭੂ। ਇਹੀ ਤਾਂ ਤੁਹਾਡਾ ਵੱਡਾਪਨ ਆ ਮੇਰੇ ਪਿਤਾ ਪਰਮੇਸ਼ਵਰ ਕਿ ਤੁਸੀਂ ਹਰ ਰੋਜ਼ ਸਾਡੀਆਂ ਸੈਂਕੜੇ ਹਜ਼ਾਰਾਂ ਗਲਤੀਆਂ ਨੂੰ ਮਾਫ ਕਰਦੇ ਆ। ਅਸੀਂ ਬਹੁਤ ਵੱਧ ਘੱਟ ਅੱਖਰ ਬੋਲ ਜਾਂਦੇ ਆ, ਪਰ ਪ੍ਰਭੂ ਤੁਸੀਂ ਆਪਣੀ ਦਇਆ ਦੇ ਨਾਲ ਉਹਨਾਂ ਨੂੰ ਜਿਹੜਾ ਆ ਉਹ ਅਣਗੌਲਿਆਂ ਕਰਕੇ ਫਿਰ ਵੀ ਸਾਡੇ ਨਾਲ ਪਿਆਰ ਕਰਦੇ ਆ ਮੇਰੇ ਪਿਤਾ ਪਰਮੇਸ਼ਵਰ। ਇਹੀ ਤੁਹਾਡੀ ਮਹਿਮਾ ਆ, ਇਹੀ ਤੁਹਾਡੀ ਵਡਿਆਈ ਆ, ਇਹੀ ਤੁਹਾਡਾ ਵੱਡਾਪਨ ਆ ਮੇਰੇ ਪਿਤਾ ਪਰਮੇਸ਼ਵਰ ਜੀ। ਔਰ ਇਸੇ ਦੇ ਅਸੀਂ ਮੁਰੀਦ ਆ ਮੇਰੇ ਪਿਤਾ ਪਰਮੇਸ਼ਵਰ ਜੀ। ਸੱਚਮੁੱਚ ਪਿਤਾ ਪਰਮੇਸ਼ਵਰ ਜੀ ਮੈਂ ਕਹਿੰਦੀ I love you ਯਹੋਵਾ ਫਾਦਰ, I love you Jesus, I love you ਹੋਲੀ ਸਪਿਰਿਟ। ਸੱਚਮੁੱਚ ਮੈਂ ਦਿਲ ਦੀ ਗਹਿਰਾਈ ਤੋਂ ਪਿਆਰ ਕਰਦੀ ਹਾਂ ਪਿਤਾ ਪਰਮੇਸ਼ਵਰ ਜੀ। ਸੱਚਮੁੱਚ ਇੱਕ ਤੁਸੀਂ ਹੋ ਮੇਰੇ ਪ੍ਰਭੂ ਜਿਹੜੇ ਸਭ ਤੋਂ ਵੱਧ ਪਿਤਾ ਪਰਮੇਸ਼ਵਰ ਜੀ ਤੁਸੀਂ ਪਿਆਰ ਕਰਦੇ ਆ ਸਾਨੂੰ ਮੇਰੇ ਪਿਤਾ ਪਰਮੇਸ਼ਵਰ ਜੀ। ਤੁਸੀਂ ਉਸ ਥਾਂ ਤੇ ਵੀ ਮੇਰੇ ਨਾਲ ਹਾਜ਼ਰ ਆ ਪ੍ਰਭੂ ਜਿੱਥੇ ਮੇਰੇ ਪਰਿਵਾਰ ਦੇ ਮੈਂਬਰ ਨਹੀਂ ਜਾ ਸਕਦੇ ਮੇਰੇ ਪਿਤਾ ਪਰਮੇਸ਼ਵਰ। ਤੁਸੀਂ ਮੈਨੂੰ ਹਰ ਉਸ ਸਮੱਸਿਆ ਚੋਂ ਕੱਢਣ ਦੀ ਤਾਕਤ ਰੱਖਦੇ ਆ ਜਿੱਥੇ ਕੋਈ ਪਹਿਲਵਾਨ ਦੀ ਭਲਵਾਨੀ, ਕਿਸੇ ਦਾ ਜਿਸਮ ਦਾ ਜ਼ੋਰ, ਕਿਸੇ ਦੇ ਧਨ ਦਾ ਜ਼ੋਰ, ਕਿਸੇ ਦੀ ਮੈਨ ਪਾਵਰ ਕੁਛ ਨਹੀਂ ਚੱਲਦਾ, ਪਰ ਪ੍ਰਭੂ ਉਸ ਥਾਂ ਤੇ ਤੁਹਾਡੀ ਸਾਮਰਥ ਚੱਲਦੀ ਆ ਔਰ ਉਹ ਸਾਮਰਥ ਮੈਨੂੰ ਹਰ ਵੈਰੀ ਦੇ ਪੰਜੇ ਤੋਂ ਆਜ਼ਾਦ ਕਰਦੀ ਆ। ਉਹ ਪ੍ਰਭੂ ਮੈਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੀ ਪ੍ਰਭੂ। ਤੁਸੀਂ ਸਾਨੂੰ ਧੀਆਂ ਪੁੱਤਰ ਦਿੱਤੇ ਮੇਰੇ ਪਿਤਾ ਪਰਮੇਸ਼ਵਰ, ਤੁਸੀਂ ਘਰ ਪਰਿਵਾਰ ਦਿੱਤਾ ਪ੍ਰਭੂ, ਤੁਸੀਂ ਖਾਣ ਨੂੰ ਰਿਜ਼ਕ ਦਿੱਤਾ ਮੇਰੇ ਪਿਤਾ ਪਰਮੇਸ਼ਵਰ, ਤੁਸੀਂ ਸੌਣ ਨੂੰ ਬਿਸਤਰ ਦਿੱਤੇ ਮੇਰੇ ਪਿਤਾ ਪਰਮੇਸ਼ਵਰ ਜੀ। ਅਸੀਂ ਸ਼ੁਕਰਗੁਜ਼ਾਰ ਹਾਂ ਮੇਰੇ ਪ੍ਰਭੂ ਜੀ। ਹਰ ਪਿਤਾ ਪਰਮੇਸ਼ਵਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ, ਤੁਸੀਂ ਬਿਮਾਰੀਆਂ ਕਮਜ਼ੋਰੀਆਂ ਤੋਂ ਬਚਾਇਆ ਮੇਰੇ ਪਿਤਾ ਪਰਮੇਸ਼ਵਰ ਜੀ। ਪਿਆਰੇ ਪ੍ਰਭੂ ਜੀ ਮੈਂ ਪ੍ਰਾਰਥਨਾ ਕਰਦੀ ਮੇਰੇ ਜਿੰਨੇ ਵੀ ਭੈਣ ਭਰਾ ਮੇਰੇ ਪਿਤਾ ਪਰਮੇਸ਼ਵਰ ਜੀ ਕੈਨੇਡਾ, ਅਮਰੀਕਾ, ਸਪੇਨ, ਇਟਲੀ, ਜਰਮਨੀ ਔਰ ਜਿਹੜੇ ਵੀ ਹੋਰਾਂ ਦੇਸ਼ਾਂ ਦੇ ਵਿੱਚ ਬੈਠੇ ਆ ਜਿੱਥੇ ਉਹ ਸਮੱਸਿਆਵਾਂ ਦੇ ਵਿੱਚ ਆ ਪਿਤਾ ਪਰਮੇਸ਼ਵਰ ਜੀ, ਅਸੀਂ ਉਹਨਾਂ ਨੂੰ ਤੁਹਾਡੀ ਹਜ਼ੂਰੀ ਦੇ ਵਿੱਚ ਲੈ ਕੇ ਆਉਂਦੇ ਹਾਂ ਪ੍ਰਭੂ। ਤੁਸੀਂ ਉਹਨਾਂ ਦੇ ਉੱਤੇ ਆਪਣੀ ਦਇਆ ਭੇਜੋ ਮੇਰੇ ਪਿਤਾ ਪਰਮੇਸ਼ਵਰ ਜੀ, ਉਹ ਲੋਕੀ ਬਚਾਏ ਜਾਣ ਮੇਰੇ ਪਿਤਾ ਪਰਮੇਸ਼ਵਰ ਜੀ। ਤੁਸੀਂ ਉਹਨਾਂ ਦੇਸ਼ਾਂ ਦੇ ਪ੍ਰਾਈਮ ਮਿਨਿਸਟਰਸ ਦੇ ਨਾਲ ਆਪਣੇ ਰੂਹ ਦੇ ਵਸੀਲੇ ਗੱਲ ਕਰੋ ਮੇਰੇ ਪ੍ਰਭੂ, ਤੁਸੀਂ ਉਹਨਾਂ ਨੂੰ ਇੰਤਜ਼ਾਮ ਬਖਸ਼ੋ ਪ੍ਰਭੂ ਜੀ। ਅਸੀਂ ਜਾਣਦੇ ਹਾਂ ਪ੍ਰਭੂ ਇਹ ਤੁਹਾਡਾ ਕ੍ਰੋਧ ਆ, ਪਰ ਪਿਤਾ ਪਰਮੇਸ਼ਵਰ ਤੁਸੀਂ ਤਾਂ ਬਹੁਤ ਦਿਆਲੂ ਪਰਮੇਸ਼ਵਰ ਆ ਮੇਰੇ ਪਿਤਾ ਪਰਮੇਸ਼ਵਰ, ਤੁਸੀਂ ਦਇਆ ਦੇ ਸਾਗਰ ਆ ਮੇਰੇ ਪਿਤਾ ਪਰਮੇਸ਼ਵਰ ਜੀ। ਤੁਸੀਂ ਕਿਹਾ ਮੈਂ ਸਦਾ ਦਾ ਕ੍ਰੋਧ ਵਿੱਚ ਨਹੀਂ ਰਹਾਂਗਾ, ਮੈਂ ਸਦਾ ਦਾ ਤੈਨੂੰ ਨਾ ਝਿੜਕਾਂਗਾ। ਉਹ ਪਿਤਾ ਪਰਮੇਸ਼ਵਰ ਸੱਚਮੁੱਚ ਤੁਸੀਂ ਸਦਾ ਕ੍ਰੋਧ ਵਿੱਚ ਨਹੀਂ ਰਹਿਣ ਵਾਲੇ ਪਿਤਾ ਪਰਮੇਸ਼ਵਰ। ਅੱਜ ਜਿੱਦਾਂ ਪਿਤਾ ਪਰਮੇਸ਼ਵਰ ਨੀਨਵਾ ਦੇ ਲੋਕੀ ਜਦੋਂ ਪਛਤਾਏ ਤਾਂ ਤੁਹਾਡਾ ਜਿਹੜਾ ਦਿਲ ਆ ਪਿਤਾ ਪਰਮੇਸ਼ਵਰ ਤਰਸ ਨਾਲ ਭਰ ਗਿਆ। ਔਰ ਪ੍ਰਭੂ ਤੁਸੀਂ ਉਹਨਾਂ ਨੂੰ ਮੌਤ ਦੇ ਹਵਾਲੇ ਨਹੀਂ ਕੀਤਾ, ਤੁਸੀਂ ਉਹਨਾਂ ਨੂੰ ਵਿਨਾਸ਼ ਦੇ ਹਵਾਲੇ ਨਹੀਂ ਕੀਤਾ, ਪਰ ਤੁਸੀਂ ਉਹਨਾਂ ਨੂੰ ਜ਼ਿੰਦਗੀ ਦੇ ਦਿੱਤੀ ਮੇਰੇ ਪਿਤਾ ਪਰਮੇਸ਼ਵਰ। ਉਹ ਪ੍ਰਭੂ ਮੈਂ ਪ੍ਰਾਰਥਨਾ ਕਰਦੀ ਹਾਂ ਇਸ ਧਰਤੀ ਦੇ ਉਹ ਲੋਕ ਜਿਹੜੇ ਅਣਜਾਣ ਆ, ਜਿਹੜੇ ਨਹੀਂ ਹਾਲੇ ਤੱਕ ਸਿਆਣ ਸਕੇ ਮੇਰੇ ਪਿਤਾ ਪਰਮੇਸ਼ਵਰ ਜੀ, ਉਹਨਾਂ ਦਾ ਕਰਕੇ ਨਹੀਂ, ਪਰ ਪਿਤਾ ਪਰਮੇਸ਼ਵਰ ਜਿਹੜੇ ਲੋਕ ਤੁਹਾਡੇ ਅੱਗੇ ਦੁਹਾਈਆਂ ਦੇ ਰਹੇ ਆ, ਤੁਹਾਡੇ ਅੱਗੇ ਪ੍ਰਾਰਥਨਾਵਾਂ ਕਰ ਰਹੇ ਆ ਕਿ ਹੇ ਪਿਤਾ ਤਰਸ ਕਰੋ, ਹੇ ਪਿਤਾ ਤਰਸ ਕਰੋ ਪ੍ਰਭੂ, ਉਹਨਾਂ ਦੀਆਂ ਪ੍ਰਾਰਥਨਾਵਾਂ ਦਾ ਕਰਕੇ ਪ੍ਰਭੂ ਤੁਸੀਂ ਤਰਸ ਦੇ ਨਾਲ ਭਰ ਜਾਓ। ਫਿਰ ਤੋਂ ਪਿਤਾ ਪਰਮੇਸ਼ਵਰ ਇੱਕ ਵਾਰੀ ਤਰਸ ਦੇ ਨਾਲ ਭਰ ਜਾਓ ਮੇਰੇ ਪਿਤਾ ਪਰਮੇਸ਼ਵਰ ਜੀ। ਪ੍ਰਭੂ ਸਾਥੋਂ ਤੁਹਾਡਾ ਕ੍ਰੋਧ ਨਹੀਂ ਬਰਦਾਸ਼ਤ ਹੋਣਾ ਪ੍ਰਭੂ, ਸਾਨੂੰ ਤੁਹਾਡੇ ਤਰਸ ਦੀ ਜ਼ਰੂਰਤ ਹੈ ਮੇਰੇ ਪਿਤਾ ਪਰਮੇਸ਼ਵਰ, ਸਾਨੂੰ ਤੁਹਾਡੇ ਪਿਤਾ ਪਰਮੇਸ਼ਵਰ ਜੀ ਤੁਹਾਡੀ ਨਰਮਾਈ ਦੀ ਜ਼ਰੂਰਤ ਹੈ ਮੇਰੇ ਪਿਤਾ ਪਰਮੇਸ਼ਵਰ, ਸਾਨੂੰ ਤੁਹਾਡੀ ਦਇਆ ਦੀ ਜ਼ਰੂਰਤ ਹੈ ਮੇਰੇ ਪਿਤਾ ਪਰਮੇਸ਼ਵਰ ਜੀ। ਉਹ ਪ੍ਰਭੂ ਇਸ ਧਰਤੀ ਨੂੰ ਪਿਤਾ ਪਰਮੇਸ਼ਵਰ ਨਾਸ਼ ਹੋਣ ਤੋਂ ਬਚਾਓ ਮੇਰੇ ਪਿਤਾ ਪਰਮੇਸ਼ਵਰ ਜੀ। ਉਹ ਪ੍ਰਭੂ ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ ਮੇਰੇ ਪਿਤਾ ਪਰਮੇਸ਼ਵਰ। ਤੁਸੀਂ ਆਪਣੇ ਲੋਕਾਂ ਨੂੰ ਆਪਣੀ ਸਾਮਰਥ ਦੇ ਨਾਲ ਭਰੋ ਮੇਰੇ ਪਿਤਾ ਪਰਮੇਸ਼ਵਰ, ਆਪਣੇ ਲੋਕਾਂ ਨੂੰ ਆਪਣੇ ਜ਼ੋਰ ਨਾਲ ਆਪਣੀ ਮਹਿਮਾ ਦੇ ਨਾਲ ਭਰੋ ਮੇਰੇ ਪਿਤਾ ਪਰਮੇਸ਼ਵਰ ਜੀ। ਉਹ ਪਿਆਰੇ ਪ੍ਰਭੂ ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਮੇਰੇ ਪਿਤਾ ਪਰਮੇਸ਼ਵਰ ਜੀ। ਅਸੀਂ ਆਪਣੇ ਪਿੰਡ ਨੂੰ ਪਿਤਾ ਪਰਮੇਸ਼ਵਰ ਜੀ ਤੁਹਾਡੇ ਜ਼ੋਰਾਵਰ ਹੱਥਾਂ ਵਿੱਚ ਸੌਂਪਦੇ ਹਾਂ ਮੇਰੇ ਪਿਤਾ ਪਰਮੇਸ਼ਵਰ। ਸਾਡੇ ਪਿੰਡ ਦੀ ਸੁਰੱਖਿਆ ਤੁਹਾਡੇ ਵੱਲੋਂ ਹੋਏ ਮੇਰੇ ਪਿਤਾ ਪਰਮੇਸ਼ਵਰ ਜੀ। ਸਾਡੀ ਪੰਚਾਇਤ ਉੱਤੇ ਤੁਹਾਡੀ ਕਿਰਪਾ ਹੋਏ ਪ੍ਰਭੂ, ਸਾਡੇ ਸਰਪੰਚ ਜੀ ਦੇ ਉੱਤੇ ਤੁਹਾਡੀ ਕਿਰਪਾ ਹੋਏ ਪ੍ਰਭੂ ਜੀ। ਤੁਸੀਂ ਉਹਨਾਂ ਨੂੰ ਲੰਮਾ ਜੀਵਨ, ਚੰਗੀ ਸਿਹਤ ਬਖਸ਼ੋ, ਪੂਰੀ ਪੰਚਾਇਤ ਨੂੰ ਮੇਰੇ ਪਿਤਾ ਪਰਮੇਸ਼ਵਰ ਜੀ। ਉਹਨਾਂ ਦੇ ਧੀਆਂ ਪੁੱਤਰ ਆਗਿਆਕਾਰਤਾ ਵਾਲਾ ਜੀਵਨ ਜੀਣ ਮੇਰੇ ਪਿਤਾ ਪਰਮੇਸ਼ਵਰ। ਸਾਡੇ ਪਿੰਡ ਦੇ ਵਿੱਚੋਂ ਨਸ਼ੇ ਖਤਮ ਹੋ ਜਾਣ ਮੇਰੇ ਪਿਤਾ ਪਰਮੇਸ਼ਵਰ ਜੀ। ਸਿਰਫ ਪਿਤਾ ਪਰਮੇਸ਼ਵਰ ਉਹ ਨਸ਼ੇ ਨਹੀਂ ਜਿਹੜੇ ਜਿਸਮਾਨੀ ਆ, ਸਗੋਂ ਮੇਰੇ ਪਿਤਾ ਪਰਮੇਸ਼ਵਰ ਹਰ ਗੰਦੀ ਆਦਤ ਦਾ ਜਿਹੜਾ ਨਸ਼ਾ ਲੱਗਿਆ ਆ ਪ੍ਰਭੂ ਸਾਡੇ ਪਿੰਡ ਦੇ ਵਿੱਚੋਂ ਬਾਹਰ ਹੋ ਜਾਏ ਮੇਰੇ ਪਿਤਾ ਪਰਮੇਸ਼ਵਰ ਜੀ। ਉਹ ਪ੍ਰਭੂ ਮੈਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੀ ਹਾਂ ਪ੍ਰਭੂ ਕਿ ਤੁਸੀਂ ਸਾਨੂੰ ਇਖਤਿਆਰ ਦਿੱਤਾ ਕਿ ਅਸੀਂ ਤੁਹਾਡੀ ਹਜ਼ੂਰੀ ਦੇ ਵਿੱਚ ਆਈਏ ਔਰ ਅਸੀਂ ਪ੍ਰਾਰਥਨਾਵਾਂ ਬੇਨਤੀਆਂ ਕਰ ਸਕੀਏ ਪਿਤਾ ਪਰਮੇਸ਼ਵਰ ਜੀ। ਮੈਂ ਪ੍ਰਾਰਥਨਾ ਕਰਦੀ ਆਪਣੇ ਪ੍ਰਾਈਮ ਮਿਨਿਸਟਰ ਦੇ ਲਈ, ਪ੍ਰੈਜ਼ੀਡੈਂਟ ਦੇ ਲਈ ਮੇਰੇ ਪਿਤਾ ਪਰਮੇਸ਼ਵਰ ਜੀ। ਤੁਹਾਡਾ ਸਾਮਰਥ ਉਹਨਾਂ ਦੇ ਉੱਤੇ ਆਏ ਮੇਰੇ ਪਿਤਾ ਪਰਮੇਸ਼ਵਰ, ਤੁਸੀਂ ਉਹਨਾਂ ਨੂੰ ਵਿਜ਼ਡਮ ਦਿਓ ਮੇਰੇ ਪਿਤਾ ਪਰਮੇਸ਼ਵਰ ਜੀ, ਉਹ ਚੰਗੇ ਫੈਸਲੇ ਕਰ ਸਕਣ ਮੇਰੇ ਪਿਤਾ ਪਰਮੇਸ਼ਵਰ ਜੀ। ਪਿਆਰੇ ਪ੍ਰਭੂ ਤੁਸੀਂ ਇਸ ਦੇਸ਼ ਦੇ ਲਈ ਮੇਰੇ ਪਿਤਾ ਪਰਮੇਸ਼ਵਰ ਜੀ ਤੁਸੀਂ ਦੂਜਿਆਂ ਦੇਸ਼ਾਂ ਤੋਂ ਮਦਦ ਦਾ ਇੰਤਜ਼ਾਮ ਕੀਤਾ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਵਰ ਕਿ ਇੱਕ ਵੱਡੀ ਅਮਾਉਂਟ ਦੇ ਵਿੱਚ ਪਿਤਾ ਪਰਮੇਸ਼ਵਰ ਜੀ ਇਸ ਸਾਡੇ ਮੁਲਕ ਦੇ ਲਈ ਤੁਸੀਂ ਪਿਤਾ ਪਰਮੇਸ਼ਵਰ ਜੀ ਇੰਤਜ਼ਾਮ ਕੀਤਾ ਕਿ ਇਸ ਮੁਲਕ ਦੇ ਵਿੱਚ ਕਿਸੇ ਚੰਗੀ ਚੀਜ਼ ਦੀ ਥੋੜ ਨਾ ਆਏ ਪ੍ਰਭੂ। ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਮੇਰੇ ਪਿਤਾ ਪਰਮੇਸ਼ਵਰ ਜੀ। ਮੈਂ ਪ੍ਰਾਰਥਨਾ ਕਰਦੀ ਹਾਂ ਡਾਕਟਰਸ ਦੇ ਲਈ ਮੇਰੇ ਪਿਤਾ ਪਰਮੇਸ਼ਵਰ ਜੀ, ਸਾਰੇ
ਮੈਡੀਕਲ ਸਟਾਫ ਦੇ ਲਈ ਮੇਰੇ ਪਿਤਾ ਪਰਮੇਸ਼ਵਰ, ਹੈਲਥ ਵਰਕਰਸ ਦੇ ਲਈ ਮੇਰੇ ਪਿਤਾ ਪਰਮੇਸ਼ਵਰ ਜੀ, ਆਪਣੇ ਸਿਕਿਉਰਿਟੀ ਸਿਸਟਮ ਦੇ ਲਈ ਪਿਤਾ ਪਰਮੇਸ਼ਵਰ ਜੀ, ਸਾਰੇ ਉਹਨਾਂ ਦੇ ਲਈ ਜਿਹੜੇ ਬਾਰਡਰਸ ਦੇ ਉੱਤੇ ਤਾਇਨਾਤ ਆ ਮੇਰੇ ਪਿਤਾ ਪਰਮੇਸ਼ਵਰ ਜੀ, ਜਿਹੜੇ ਇਸ ਵੇਲੇ ਰਾਹਾਂ ਗਲੀਆਂ ਦੇ ਵਿੱਚ ਆਪਣੀਆਂ ਡਿਊਟੀਜ਼ ਦੇ ਰਹੇ ਆ ਮੇਰੇ ਪਿਤਾ ਪਰਮੇਸ਼ਵਰ ਜੀ, ਸਾਰੇ ਕਲੀਨਿੰਗ ਵਾਲੇ ਲੋਕਾਂ ਦੇ ਲਈ ਮੇਰੇ ਪਿਤਾ ਪਰਮੇਸ਼ਵਰ ਜੀ, ਮੈਂ ਪਿਆਰੇ ਪ੍ਰਭੂ ਪ੍ਰਾਰਥਨਾ ਕਰਦੀ ਹਾਂ ਕਿ ਪ੍ਰਭੂ ਜੀ ਤੁਸੀਂ ਉਹਨਾਂ ਦੀ ਸੁਰੱਖਿਆ ਕਰਨੀ, ਪ੍ਰਭੂ ਤੁਸੀਂ ਉਹਨਾਂ ਤੇ ਤਰਸ ਕਰਿਓ ਮੇਰੇ ਪਿਤਾ ਪਰਮੇਸ਼ਵਰ, ਭਾਵੇਂ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਤੁਹਾਨੂੰ ਨਹੀਂ ਕਬੂਲ ਕੀਤਾ ਪਿਤਾ ਪਰਮੇਸ਼ਵਰ, ਫਿਰ ਵੀ ਪ੍ਰਭੂ ਇਸ ਸਮੇਂ ਦੇ ਵਿੱਚ ਉਹਨਾਂ ਨੂੰ ਸੰਭਾਲਿਓ ਮੇਰੇ ਪਿਤਾ ਪਰਮੇਸ਼ਵਰ, ਉਹਨਾਂ ਨੂੰ ਇੱਕ ਮੌਕਾ ਦਿਓ ਮੇਰੇ ਪਿਤਾ ਪਰਮੇਸ਼ਵਰ ਕਿ ਉਹ ਵੀ ਸੱਚ ਨੂੰ ਜਾਣਨ ਔਰ ਸੱਚਾਈ ਉਹਨਾਂ ਨੂੰ ਆਜ਼ਾਦ ਕਰੇ ਮੇਰੇ ਪਿਤਾ ਪਰਮੇਸ਼ਵਰ ਜੀ, ਉਹ ਵੀ ਚਿੱਕੜ ਦੇ ਵਿੱਚੋਂ ਨਿਕਲਣ ਔਰ ਤੁਹਾਡੀ ਕਿਰਪਾ ਦੇ ਨਾਲ ਉਹ ਵੀ ਚਟਾਨ ਤੱਕ ਪਹੁੰਚ ਸਕਣ ਔਰ ਪਿਤਾ ਪਰਮੇਸ਼ਵਰ ਉਹ ਵੀ ਚਮਕਣ ਔਰ ਹਨੇਰਾ ਉਹਨਾਂ ਦੇ ਉੱਤੋਂ ਜਾਂਦਾ ਰਹੇ ਔਰ ਚਾਨਣ ਉਹਨਾਂ ਦੇ ਉੱਤੇ ਪ੍ਰਕਾਸ਼ਮਾਨ ਹੋ ਜਾਏ ਮੇਰੇ ਪਿਤਾ ਪਰਮੇਸ਼ਵਰ ਜੀ। ਉਹ ਪ੍ਰਭੂ ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਮੇਰੇ ਪਿਤਾ ਪਰਮੇਸ਼ਵਰ ਜੀ, ਸਾਨੂੰ ਆਉਣ ਵਾਲੀਆਂ ਆਫਤਾਂ ਤੋਂ ਬਚਾ ਕੇ ਰੱਖਿਓ ਮੇਰੇ ਪਿਤਾ ਪਰਮੇਸ਼ਵਰ ਜੀ, ਆਪਣੀ ਸਾਮਰਥ ਦੇ ਨਾਲ ਉਹਨਾਂ ਆਫਤਾਂ ਦੇ ਵਿੱਚ ਸਾਨੂੰ ਸੰਭਾਲਣਾ ਮੇਰੇ ਪਿਤਾ ਪਰਮੇਸ਼ਵਰ ਜੀ। ਔਰ ਪ੍ਰਭੂ ਲੋਕਾਂ ਦੇ ਉੱਤੇ ਪ੍ਰਗਟ ਹੋਏ ਕਿ ਸੱਚਮੁੱਚ ਯਹੋਵਾ ਆਪਣੇ ਲੋਕਾਂ ਦੇ ਨਾਲ ਆ ਔਰ ਉਹ ਆਪਣੀ ਮਹਿਮਾ ਨੂੰ ਆਪਣੇ ਲੋਕਾਂ ਦੇ ਉੱਤੇ ਪ੍ਰਗਟ ਕਰਦਾ ਹੈ। ਉਹ ਮੇਰੇ ਪ੍ਰਭੂ ਸਾਨੂੰ ਤੁਹਾਡੇ ਤਰਸ ਦੀ, ਸਾਨੂੰ ਤੁਹਾਡੀ ਕਿਰਪਾ ਤੇ ਸਾਨੂੰ ਤੁਹਾਡੀ ਦਇਆ ਦੀ ਜ਼ਰੂਰਤ ਹੈ ਮੇਰੇ ਪਿਤਾ ਪਰਮੇਸ਼ਵਰ ਜੀ। ਆਓ ਪ੍ਰਭੂ ਪਿਤਾ ਪਰਮੇਸ਼ਵਰ ਜੀ ਤੁਸੀਂ ਸਾਡੇ ਨਾਲ ਹੋਵੋ, ਜਿੰਨੇ ਭੈਣ ਭਰਾਵਾਂ ਨੇ ਆਪਣੀਆਂ ਪ੍ਰਾਰਥਨਾਵਾਂ ਬੇਨਤੀਆਂ ਭੇਜੀਆਂ ਆਪਣੇ ਬੱਚਿਆਂ ਦੇ ਲਈ, ਆਪਣੀ ਪ੍ਰੈਗਨੈਂਸੀ ਦੇ ਲਈ, ਆਪਣੇ ਧਨ ਦੇ ਲਈ, ਆਪਣੇ ਰਿਸ਼ਤੇਦਾਰਾਂ ਦੇ ਲਈ, ਪ੍ਰਭੂ ਜੋ ਵੀ ਇਹਨਾਂ ਦੀਆਂ ਪ੍ਰਾਰਥਨਾਵਾਂ ਬੇਨਤੀਆਂ ਇਹਨਾਂ ਦੇ ਉੱਤਰ ਤੁਸੀਂ ਆਪਣੇ ਸਵਰਗੀ ਰਾਜ ਦੇ ਵਿੱਚੋਂ ਦੇਣਾ ਮੇਰੇ ਪਿਤਾ ਪਰਮੇਸ਼ਵਰ ਜੀ। ਤੁਸੀਂ ਇਹਨਾਂ ਦੀਆਂ ਪ੍ਰਾਰਥਨਾਵਾਂ ਬੇਨਤੀਆਂ ਨੂੰ ਜਾਣਦੇ ਹੋ ਮੇਰੇ ਪਿਤਾ ਪਰਮੇਸ਼ਵਰ ਜੀ, ਅਸੀਂ ਇਹਨਾਂ ਦੀਆਂ ਪ੍ਰਾਰਥਨਾ ਬੇਨਤੀਆਂ ਤੁਹਾਡੀ ਹਜ਼ੂਰੀ ਦੇ ਵਿੱਚ ਰੱਖਦੇ ਹਾਂ ਮੇਰੇ ਪਿਤਾ ਪਰਮੇਸ਼ਵਰ ਜੀ। ਔਰ ਇਹ ਸਮਾਂ ਸਾਡੇ ਲਈ ਲਾਭਕਾਰੀ ਬਣੇ ਮੇਰੇ ਪਿਤਾ ਪਰਮੇਸ਼ਵਰ ਜੀ। ਔਰ ਪ੍ਰਭੂ ਸਾਡੇ ਨਾਮ ਜੀਵਨ ਦੀ ਪੋਥੀ ਦੇ ਵਿੱਚ ਲਿਖੇ ਜਾਣ ਮੇਰੇ ਪ੍ਰਭੂ ਜੀ, ਸਾਡੇ ਧੀਆਂ ਪੁੱਤਰਾਂ ਨੂੰ ਆਪਣੀ ਮਹਿਮਾ ਦੇ ਲਈ ਇਸਤੇਮਾਲ ਕਰੋ ਮੇਰੇ ਪਿਤਾ ਪਰਮੇਸ਼ਵਰ ਜੀ। ਆਓ ਪ੍ਰਭੂ ਸਾਡੇ ਨਾਲ ਹੋਵੋ ਪਿਤਾ ਪਰਮੇਸ਼ਵਰ, ਸਾਨੂੰ ਮਿੱਠੀ ਨੀਂਦ ਦਿਓ, ਸੁਪਨਿਆਂ ਦੇ ਵਿੱਚ ਆਣ ਕੇ ਗੱਲਾਂ ਬਾਤਾਂ ਕਰਨਾ ਮੇਰੇ ਪ੍ਰਭੂ, ਆਤਮਾ ਨੂੰ ਵਹਾ ਦਿਓ ਸਾਡੇ ਉੱਤੇ, ਸਾਡੇ ਧੀਆਂ ਪੁੱਤਰਾਂ ਦੇ ਉੱਤੇ ਮੇਰੇ ਪਿਤਾ ਪਰਮੇਸ਼ਵਰ ਜੀ। ਔਰ ਪਿਆਰੇ ਪ੍ਰਭੂ ਜੀ ਉਹ ਆਉਣ ਵਾਲੇ ਸਮੇਂ ਦੇ ਭੇਤਾਂ ਨੂੰ ਸਮਝਣ ਮੇਰੇ ਪਿਤਾ ਪਰਮੇਸ਼ਵਰ, ਤੁਹਾਡਾ ਆਤਮਾ ਪਿਤਾ ਪਰਮੇਸ਼ਵਰ ਤੁਹਾਡੇ ਲੋਕਾਂ ਦੇ ਨਾਲ ਗੱਲਾਂ ਬਾਤਾਂ ਕਰੇ ਮੇਰੇ ਪਿਤਾ ਪਰਮੇਸ਼ਵਰ ਜੀ। ਔਰ ਫਿਰ ਤੋਂ ਸਮਾਂ ਬਖਸ਼ਿਓ ਮੇਰੇ ਪਿਤਾ ਪਰਮੇਸ਼ਵਰ ਕਿ ਫਿਰ ਅਸੀਂ ਇੱਕ ਨਵੀਂ ਸਵੇਰ ਦੇ ਵਿੱਚ, ਇੱਕ ਨਵੇਂ ਦਿਨ ਦੇ ਵਿੱਚ ਪ੍ਰਭੂ ਅਸੀਂ ਤੁਹਾਡੀ ਮਹਿਮਾ ਕਰੀਏ ਮੇਰੇ ਪਿਤਾ ਪਰਮੇਸ਼ਵਰ। ਸਭਨਾ ਕੰਮਾਂ ਦੇ ਵਿੱਚ ਤੁਹਾਡੀ ਹੀ ਮਰਜ਼ੀ ਪੂਰੀ ਹੋਵੇ ਮੇਰੇ ਪਿਤਾ ਪਰਮੇਸ਼ਵਰ। ਸਾਡੀ ਬੇਨਤੀ ਨੂੰ ਸੁਣੋ, ਸਾਰੀ ਪ੍ਰਾਰਥਨਾ ਅਸੀਂ ਆਪਣੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਜੀ ਦੇ ਜ਼ਿੰਦਾ ਨਾਮ 'ਚ ਪਿਤਾ ਪਰਮੇਸ਼ਵਰ ਜੀ ਦੇ ਕੋਲੋਂ ਸਾਰੇ ਮਿਲ ਕੇ ਮੰਗਦੇ ਹਾਂ। ਆਮੀਨ ਆਮੀਨ ਆਮੀਨ। ਸਤਸੰਗ ਦਾ ਸਮਾਂ ਹਰ ਐਤਵਾਰ ਅਤੇ ਹਰ ਵੀਰਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ। ਪ੍ਰਾਰਥਨਾ ਕਰਵਾਉਣ ਅਤੇ ਹੋਰ ਜਾਣਕਾਰੀ ਲਈ ਤੁਸੀਂ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 018 22 516 777। ਹੋਰ ਵੀਡੀਓਜ਼ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਾਸਟਰ ਦਿਓਲ ਖੋਜੇਵਾਲਾ। ਹਰ ਸਮੇਂ ਪਰਮੇਸ਼ਵਰ ਦੇ ਵਚਨ ਦਾ ਆਨੰਦ ਲੈਣ ਦੇ ਲਈ ਫੋਲੋ ਕਰੋ ਸਾਡਾ Facebook ਪੇਜ ਪਾਸਟਰ ਦਿਓਲ ਖੋਜੇਵਾਲਾ ਜੀਸਸ ਹੀਲਿੰਗ ਮਿਨਿਸਟਰੀ।